Research. And today we've all gathered to share our learnings and our learnings from the learning path from our work with teachers and improving the education system, the classroom practices of schools in Punjab. Uh, Before we dive into it, I want to wish everyone a happy Diwali. We've just sort of crossed Diwali, and I want to thank all of you once again for joining during this festive season. Those of you who celebrate Bhai Dooj, I hope you had a good one with your siblings. And and I was just thinking while the anthem was playing that every time I hear the anthem, it gives me goosebumps. It gives me like the full feel of Sanji Sikhia's mission. And with that excitement, I want to invite Rupinder, who is the district lead in Fatehgarh Sahib and who's also leading our work in the learning path and growing the learning path. And I want to invite Rupinder to share how the learning path evolved. What is the learning path? How does it impact classroom practices? And after that, we will hear from one of our VIALs, Amandeep Singh, and we'll also hear from a teacher and and her experience of Sanji Sikhya, working with Sanji Sikhya and the practices that we are trying to inculcate all across Punjab. And finally, we will hear from the monitoring and evaluation team, which is the new team in Sanji Sikhya, which is figuring out ways of scaling the learning path in a very systematic manner. And that will hopefully help us get a full picture of how Sanji Sikhya is growing this work. And on that note, Rupinder, over to you. ਥੈਂਕ ਯੂ ਰੋਹਨ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਲਰਨਿੰਗ ਪਾਥ ਤੇ ਅੱਜ ਜਿੱਦਾਂ ਰੋਹਨ ਨੇ ਕਿਹਾ ਕਿ ਇਹ ਸਾਡਾ ਤੀਸਰਾ ਚੈਪਟਰ ਹੈਗਾ ਸਾਡੇ ਸਾਂਝੇ ਸਫ਼ਰ ਦਾ। ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਇਸ ਖੁਸ਼ੀਆਂ ਦੇ ਪਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਲਰਨਿੰਗ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਤਾਂ ਸਾਡੇ ਮਨ ਦੇ ਵਿੱਚ ਇੱਕ ਚੀਜ਼ ਆਉਂਦੀ ਹੈ ਕਿ ਸਿੱਖਣਾ ਹੈ ਨਾ। ਤੇ ਲਰਨਿੰਗ ਪਾਥ ਦੀ ਜਦੋਂ ਗੱਲ ਕਰਦੇ ਹਾਂ ਤੇ ਸਿੱਖਣ ਸਿਖਾਉਣ ਦੀ ਜਿਹੜੀ ਪ੍ਰਕਿਰਿਆ ਉਹ ਕਿੱਦਾਂ ਦਿਖਦੀ ਹੈ। ਤੇ ਦੋ ਚੀਜ਼ਾਂ ਹਮੇਸ਼ਾ ਸਾਡੇ ਮਨ 'ਚ ਆਉਂਦੀਆਂ ਕਿ ਇੱਕ ਅਧਿਆਪਕ ਟੀਚਰ ਤੇ ਸਟੂਡੈਂਟ ਤੇ ਟੀਚਰ ਦਾ ਜਿਹੜਾ ਰਿਸ਼ਤਾ ਹੈ ਜਾਂ ਸਟੂਡੈਂਟ ਤੇ ਟੀਚਰ ਦੀ ਜਿਹੜੀ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਉਹ ਸਾਂਝੀ ਸਿੱਖਿਆ ਲਈ ਲਰਨਿੰਗ ਪਾਥ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰੁਪਿੰਦਰ ਸਿੰਘ ਹੈ ਤੇ ਮੇਰੀ ਜਿਹੜੀ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵੀ ਹੈ ਉਹ 3-3.5 ਸਾਲ ਪਹਿਲਾਂ ਸਾਂਝੀ ਸਿੱਖਿਆ ਦੇ ਨਾਲ ਹੀ ਸ਼ੁਰੂ ਹੋਈ ਸੀ। ਸੋ ਅੱਜ ਅਸੀਂ ਗੱਲ ਕਰਾਂਗੇ ਕਿ ਸਾਂਝੀ ਸਿੱਖਿਆ ਦੇ ਵਿੱਚ ਸਕੂਲ ਸਿਸਟਮ ਦੇ ਨਾਲ ਐਜੂਕੇਸ਼ਨ ਦੇ ਵਿੱਚ ਅਸੀਂ ਕਿੱਦਾਂ ਕੰਮ ਕਰਦੇ ਪਏ ਹਾਂ ਤੇ ਖਾਸ ਕਰ ਅਗਰ ਗੱਲ ਕਰੀਏ ਕੁਆਲਿਟੀ ਐਜੂਕੇਸ਼ਨ ਦੀ ਤੇ ਉਹਦੇ ਵਿੱਚ ਸਾਡਾ ਸਾਂਝੀ ਸਿੱਖਿਆ ਦਾ ਲਰਨਿੰਗ ਪਾਥ ਕਿੱਦਾਂ ਦਾ ਦਿਖਦਾ। ਸੋ ਆਓ ਸਫ਼ਰ ਨੂੰ ਅੱਗੇ ਵਧਾਉਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਦੀ ਜਿਹੜੀ ਮੌਜੂਦਾ ਸਥਿਤੀ ਹੈਗੀ ਆ ਸਕੂਲਾਂ ਦੀ, ਗੌਰਮੈਂਟ ਐਲੀਮੈਂਟਰੀ ਸਕੂਲ ਦੀ ਜਿਹੜੇ ਪਬਲਿਕ ਐਜੂਕੇਸ਼ਨ ਸਿਸਟਮ ਹੈ ਤੁਹਾਡੇ ਸਾਹਮਣੇ ਆ। ਜਿੱਦਾਂ ਤੁਸੀਂ ਦੇਖ ਪਾ ਰਹੇ ਹੋ ਕਿ ਪੰਜਾਬ ਦੇ ਜਿਹੜੇ ਅੱਧੇ ਬੱਚੇ ਨੇ, ਹਾਫ ਆਫ ਦਾ ਜਿਹੜੇ ਚਿਲਡਰਨ ਨੇ ਉਹ ਪੰਜਾਬੀ ਦਾ ਜਿਹੜਾ ਟੈਕਸਟ ਹੈ ਨਾ ਉਹ ਵੀ ਨਹੀਂ ਪੜ੍ਹ ਪਾਉਂਦੇ ਹੈਗੇ। ਤੇ 75% ਆਫ ਦਾ ਸਟੂਡੈਂਟ ਜਿਹੜੇ ਕਿ ਕਾਂਟ ਈਵਨ ਰੀਡ ਇੰਗਲਿਸ਼। ਸੋ ਇਸ ਤੋਂ ਵੀ ਇੱਕ ਹੋਰ ਚੀਜ਼ ਹੈ ਕਿ ਬੇਸਿਕ ਨਿਊਮਰੇਸੀ ਸਕਿੱਲਸ ਵੀ ਜਿਹੜੀਆਂ 40% ਸਟੂਡੈਂਟਸ ਦੀਆਂ ਉਹ ਨਹੀਂ ਹੈਗੀਆਂ ਨੇ। ਇੱਕ ਚੈਲੰਜਿੰਗ ਕ੍ਰਾਈਸਿਸ ਵਾਲੀ ਸਥਿਤੀ ਹੈਗੀ ਆ। ਇਸ ਤੋਂ ਵੀ ਜੇ ਥੋੜ੍ਹਾ ਜਿਹਾ ਅੱਗੇ ਜੇ ਅਸੀਂ ਜਾਂਦੇ ਹਾਂ ਤਾਂ ਜਿਹੜੇ 70% ਆਫ ਦਾ ਜਿਹੜੇ ਸਾਡੇ 14 to 18 ਈਅਰਸ ਦਾ ਜਿਹੜਾ ਏਜ ਗਰੁੱਪ ਹੈਗਾ ਦੇ ਕਾਂਟ ਈਵਨ ਰੀਡ ਜਿਹੜਾ ਪੰਜਾਬ ਦਾ ਮੈਪ ਹੈ ਵੀ ਇੰਡੀਆ ਦੇ ਵਿੱਚ ਕਿੱਥੇ ਦਿਖਦਾ ਹੈਗਾ। ਇਹ ਇੱਕ ਸਾਡੇ ਲਈ ਸੋਚਣ ਦਾ ਵਿਸ਼ਾ ਹੈਗਾ। ਉਸ ਤੋਂ ਵੀ ਜੇ ਅੱਗੇ ਰਹਿੰਦੇ ਹਾਂ ਸਿਸਟਮਿਕ ਲੈਵਲ ਤੇ ਜਿਹੜੇ ਚੈਲੰਜਿੰਗ ਹੈਗੇ ਨੇ, 400 ਸਕੂਲ ਇੱਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਈਵਨ ਹਲੇ ਵੀ ਟੀਚਰ ਨਹੀਂ ਹੈਗੇ ਜੀ। ਨੋ ਟੀਚਰਲੈਸ ਸਕੂਲ ਹੈਗੇ ਨੇ। ਇਸ ਦੇ ਨਾਲ ਹੀ 1600 ਦੇ ਕਰੀਬ ਇੱਦਾਂ ਦੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਸਿੰਗਲ ਟੀਚਰ ਸਕੂਲ ਦਾ ਇਸ਼ੂ ਹੈਗਾ। ਇਹਦੇ ਬਾਰੇ ਵਧੇਰੇ ਆਪਾਂ ਅੱਗੇ ਜਾਣਕਾਰੀ ਹਾਸਲ ਕਰਾਂਗੇ। ਸੋ ਜਿਹੜੀ ਇਹ ਪਿੱਛੇ ਮੈਂ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਇਹ ਚੀਜ਼ ਤਾਂ ਪੱਕੀ ਸਾਫ਼ ਹੈ ਕਿ ਕੁਛ ਤਾਂ ਗੜਬੜ ਹੈ। ਪੰਜਾਬ ਦੇ ਸਕੂਲਾਂ ਦੇ ਵਿੱਚ ਕੁਛ ਵੱਡੇ ਚੈਲੰਜਸ ਹੈਗੇ ਨੇ ਜਿਹੜਾ ਇਹ ਸਾਡੇ ਸਾਹਮਣੇ ਇਹ ਡਾਟਾ ਆ ਰਿਹਾ ਹੈਗਾ। ਸੋ ਇੱਕ ਚੀਜ਼ ਹੋਰ ਵੀ ਹੈ ਕਿ ਹਲੇ ਵੀ ਸਰਕਾਰੀ ਜਿਹੜੇ ਸਕੂਲ ਹੈਗੇ ਨੇ, ਪਬਲਿਕ ਸਕੂਲਸ ਹੈਗੇ ਨੇ ਪੰਜਾਬ ਦੇ ਵਿੱਚ 48% ਦੇ ਅਰਾਊਂਡ ਜਿਹੜੇ ਬੱਚੇ ਨੇ ਸਰਕਾਰੀ ਸਕੂਲਾਂ ਜਾ ਰਹੇ ਨੇ। ਤਾਂ ਅਰਾਊਂਡ 50% ਜਿਹੜੇ ਹਲੇ ਵੀ ਬੱਚੇ ਸਰਕਾਰੀ ਸਕੂਲਾਂ ਜਾ ਰਹੇ ਨੇ।
ਸੋ ਸਿੱਧਾ ਕਹੀਏ ਤਾਂ ਉਹਨਾਂ ਦਾ ਜਿਹੜਾ ਭਵਿੱਖ ਹੈ ਉਹਦੇ ਲਈ ਕ੍ਰਾਈਸਿਸ ਵਾਲੀ ਸਥਿਤੀ ਬਣੀ ਹੋਈ ਹੈ ਜਦੋਂ ਅਸੀਂ ਗੱਲ ਕਰਦੇ ਹਾਂ। ਸੋ ਅੱਗੇ ਹੈ ਕੀ ਮਤਲਬ ਸਾਂਝੀ ਸਿੱਖਿਆ ਦੀ ਅਪਰੋਚ ਕਿਆ ਹੈਗੀ ਆ ਜਾਂ ਇਹਨੂੰ ਅਸੀਂ ਕਿੱਦਾਂ ਦੇਖਦੇ ਹਾਂ। ਦੇਖੋ ਸਿੱਧੀ ਜੀ ਗੱਲ ਹੈ ਕਿ ਕੁਝ ਗੈਪ ਹੈਗੇ ਨੇ ਜਿਨ੍ਹਾਂ ਦੇ ਕਰਕੇ ਇਹ ਚੈਲੰਜਸ ਨੇ, ਬਟ ਜਿਨ੍ਹਾਂ ਕਰਕੇ ਬੱਚਿਆਂ ਨੂੰ ਫਾਊਂਡੇਸ਼ਨਲ ਜਿਹੜੀਆਂ ਸਕਿੱਲਸ ਨੇ ਉਹਨਾਂ ਦੀ ਕੰਪੀਟੈਂਸੀ ਬੇਸਡ ਲਰਨਿੰਗ ਹੈ, ਜਿਹੜੀਆਂ 21st ਸੈਂਚੁਰੀ ਦੀਆਂ ਲਰਨਿੰਗ ਨੀਡਸ ਨੇ ਉਹ ਨਹੀਂ ਮਿਲ ਪਾ ਰਹੀਆਂ। ਸੋ ਇਹਦੀ ਸਾਂਝੀ ਸਿੱਖਿਆ ਦਾ ਮਿਸ਼ਨ ਵੀ ਇਹੀ ਕਹਿੰਦਾ ਕਿ ਅਸੀਂ ਕਿਸ ਤਰੀਕੇ ਨਾਲ ਇੱਕ ਅਨੇਬਲਿੰਗ এনवायरमेंट ਬੱਚਿਆਂ ਨੂੰ ਦੇ ਸਕਦੇ ਹਾਂ ਜਿਹਦੇ ਵਿੱਚ ਹਰ ਇੱਕ ਬੱਚਾ ਜਿਹੜਾ ਪ੍ਰਾਇਮਰੀ ਸਕੂਲ ਦੇ ਵਿੱਚ ਜਾ ਰਿਹਾ ਉਹਨੂੰ ਇੱਕ ਅਨੇਬਲਿੰਗ এনवायरमेंट ਮਿਲੇ, ਅਨੁਕੂਲ ਵਾਤਾਵਰਨ ਮਿਲੇ ਜਿਸ ਨਾਲ ਉਹਦੀਆਂ ਕੰਪੀਟੈਂਸੀਜ਼, ਉਹਦੀਆਂ ਜਿਹੜੀਆਂ ਐਬਿਲਿਟੀਜ਼ ਨੇ ਇੱਕ ਲੈਵਲ ਅਬਵ ਹੋਣ, ਹਨਾ। ਸੋ ਉਹ ਕਿੱਦਾਂ ਬਣ ਸਕਦਾ, ਉਹ ਇਹ ਮਿਸ਼ਨ ਹੈਗਾ ਸਾਡਾ। ਹੁਣ ਗੱਲ ਕਰਦੇ ਹਾਂ ਕੁਆਲਿਟੀ ਐਜੂਕੇਸ਼ਨ ਦੀ। ਜਦੋਂ ਕੁਆਲਿਟੀ ਦੀ ਗੱਲ ਆਉਂਦੀ ਆ ਤਾਂ ਸਾਡੇ ਜਹਨ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਕੁਆਲਿਟੀ ਐਜੂਕੇਸ਼ਨ ਹੁੰਦੀ ਕਿਆ ਹੈ। ਜੇ ਸਾਂਝੀ ਸਿੱਖਿਆ ਦੀ ਅਪਰੋਚ ਦੇ ਨਾਲ ਅਸੀਂ ਸੋਚੀਏ ਤਾਂ ਉਹਦੇ ਵਿੱਚ ਸਿੱਧਾ ਜਿਹਾ ਹੈਗਾ ਕਿ ਇੱਕ ਬੱਚੇ ਨੂੰ ਸਕੂਲ ਦੇ ਵਿੱਚ ਉਹ ਅਨੁਕੂਲ ਵਾਤਾਵਰਨ ਕਿਸ ਤਰੀਕੇ ਨਾਲ ਦਿੱਤਾ ਜਾ ਸਕਦਾ। ਦੇਖੋ ਪਹਿਲਾਂ ਸਰਕਾਰਾਂ ਦਾ ਇਹ ਵਿਸ਼ਾ ਸੀਗਾ ਕਿ ਕਿੱਦਾਂ ਬੱਚਿਆਂ ਨੂੰ ਸਕੂਲਾਂ ਤੱਕ ਲੈ ਕੇ ਆਉਣਾ, ਉਹਦੇ ਵਿੱਚ ਉਹ ਸਕਸੈਸਫੁਲ ਰਹੇ ਨੇ, ਬੱਚੇ ਆ ਗਏ ਨੇ। ਦੂਸਰਾ ਸੀਗਾ ਕਿ ਕਿੱਦਾਂ ਸਕੂਲਾਂ ਨੂੰ ਉਹਨਾਂ ਦੀ ਦਿੱਖ, ਉਹਨਾਂ ਦਾ ਇਨਫਰਾਸਟ੍ਰਕਚਰ ਅਦਰ ਨੀਡਸ ਰਿਸੋਰਸਿਸ ਉਹ ਰਿਚ ਕਰਨੇ ਨੇ, ਉਹ ਵੀ ਆਲਮੋਸਟ ਸਹੀ ਹੈਗਾ ਹੈ। ਉਹਦੇ ਉੱਤੇ ਵੀ ਤੁਸੀਂ ਲਾਸਟ ਸੈਸ਼ਨ ਤੇ ਵੀ ਦੇਖਿਆ ਵਾ ਗਵਰਨੈਂਸ ਪਾਥ ਦੇ ਵਿੱਚ ਕਿੱਦਾਂ ਸਪੋਰਟ ਕਰਦੇ ਪਏ ਆ। ਬਟ ਜਿਹੜਾ ਨੈਕਸਟ ਸਟੈਪ ਹੈਗਾ ਸੈਕੰਡ ਕਿ ਬੱਚਿਆਂ ਨੂੰ ਹੁਣ ਕੁਆਲਿਟੀ ਐਜੂਕੇਸ਼ਨ ਉਹ ਮਿਲੇ, ਉਹਦੇ ਵਿੱਚ ਹਲੇ ਵੀ ਬਹੁਤ ਸਾਰੇ ਚੈਲੰਜਸ ਨੇ ਜਿਹੜੇ ਅਸੀਂ ਪਿੱਛੇ ਦੇਖੇ ਨੇ। ਕਿ ਕਿੱਦਾਂ ਇੱਕ ਚਾਈਲਡ ਸੈਂਟਰਿਕ ਅਪਰੋਚ ਬੱਚੇ ਦੀ ਲਰਨਿੰਗ ਨੀਡ ਨੂੰ ਦੇਖਦੇ ਹੋਏ ਉੱਦਾਂ ਦਾ ਲਰਨਿੰਗ এনवायरमेंट ਸਿਰਜਿਆ ਜਾ ਸਕਦਾ ਹੈ ਉਸ ਸਕੂਲ ਪ੍ਰੈਮਿਸਿਸ ਦੇ ਵਿੱਚ। ਸੋ ਇਹਦੀ ਜਿਹੜੀ ਜਰਨੀ ਹੈ ਉਹ 2018 ਦੇ ਵਿੱਚ ਸਟਾਰਟ ਹੁੰਦੀ ਹੈ, ਜਦੋਂ ਸਾਂਝੀ ਸਿੱਖਿਆ ਦੇ ਫਾਊਂਡਰਸ ਨੇ ਸੋਚਿਆ ਕਿ ਕਿਸ ਤਰੀਕੇ ਨਾਲ ਇਹ ਚੈਲੰਜਸ ਨੂੰ ਟੈਕਲ ਕੀਤਾ ਜਾ ਸਕਦਾ। ਅਗਰ ਇਹ ਚੈਲੰਜਸ ਹੈਗੇ ਨੇ, ਇਹਨਾਂ ਦੇ ਕੁਝ ਕਾਰਨ ਵੀ ਹੋਣਗੇ। ਵਾਟ ਆਰ ਦਾ ਮੇਨ ਥਿੰਗਸ ਦੈਟ ਵਿਚ ਆਰ ਡਰਾਈਵਿੰਗ ਥੀਸ ਚੈਲੰਜਸ, ਹੈ ਨਾ, ਇਹ ਕਿੱਥੋਂ ਆ ਰਹੇ ਨੇ। ਤੇ 1 ਸਾਲ ਦੇ ਜਿਹੜਾ ਈਅਰ ਲੌਂਗ ਗਰਾਊਂਡ ਵਰਕ ਡੀਪਲੀ ਅੰਡਰਸਟੈਂਡਿੰਗ ਕਰਕੇ ਕੁਛ ਕੀਤਾ ਤੇ ਕੁਝ ਫਾਈਂਡਿੰਗਸ ਨਿਕਲ ਕੇ ਆਈਆਂ ਸਾਡੇ ਸਾਹਮਣੇ। ਤੇ ਉੱਥੇ ਫਾਈਂਡਿੰਗਸ ਦੇ ਅੱਗੇ ਜਾਣ ਤੋਂ ਪਹਿਲਾਂ ਮੇਰੇ ਸਾਰੇ ਆਡੀਅנס ਦੇ ਅੱਗੇ ਇਹ ਗੁਜ਼ਾਰਿਸ਼ ਹੈ ਕਿ ਤੁਸੀਂ ਜੇ 1 ਮਿੰਟ ਲਈ ਆਪਣੇ ਆਪ ਨੂੰ ਅਨਮਿਊਟ ਕਰਕੇ ਜਾਂ ਚੈਟ ਬਾਕਸ ਦੇ ਵਿੱਚ ਲਿਖ ਪਾਓ। ਮੇਰੇ 3 ਸਵਾਲ ਨੇ ਤੁਹਾਡੇ ਲਈ ਕਿ ਵਟ ਡੂ ਯੂ ਥਿੰਕ ਤੇ ਇਹਨਾਂ ਜਿਹੜੇ ਕ੍ਰਾਈਸਿਸ ਹੈਗਾ ਇਹਦੇ ਰੀਜ਼ਨ ਕਿਆ ਨੇ, ਵਾਟ ਆਰ ਦਾ ਮੇਨ ਰੀਜ਼ਨ ਬਿਹਾਈਂਡ ਦੈਟ ਦਿਸ ਕ੍ਰਾਈਸਿਸ। ਕੀ ਤੁਹਾਨੂੰ ਲੱਗਦਾ ਹੈ ਕਿ ਸਿਸਟਮਿਕ ਚੈਲੰਜਸ ਨੇ ਜਾਂ ਇਹ ਕੁਝ ਹੋਰ ਇਸ਼ੂ ਹੈ, ਜਾਂ ਇਸ ਤੋਂ ਵੀ ਜ਼ਿਆਦਾ ਜੇ ਮੈਂ ਗੱਲ ਕਰਾਂ ਕਿ ਕੀ ਇਹਦੀ ਰਿਸਪੌਂਸਿਬਿਲਿਟੀ ਕਿਹਦੀ ਹੈਗੀ ਆ, ਕੌਣ ਇਹਦੀ ਜ਼ਿੰਮੇਵਾਰੀ ਲਵੇ। ਮੈਂ 1 ਮਿੰਟ ਲਵਾਂਗਾ, ਕੋਈ ਵੀ ਆਪਣੇ ਆਪ ਨੂੰ ਅਨਮਿਊਟ ਕਰਕੇ ਦੱਸ ਸਕਦਾ। ਅਪਾਰਟ ਫਰੋਮ ਦਾ ਸਾਂਝੀ ਸਿੱਖਿਆ ਟੀਮ ਜਿਹੜੇ ਸਾਡੇ ਦੋਸਤ ਚਿੰਤਕ ਬਾਹਰੋਂ ਜੁੜੇ ਨੇ, ਤੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ, ਆਈ ਐਮ ਰਿਕੁਐਸਟਿੰਗ ਕਿ ਜੇ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰਕੇ 1 ਮਿੰਟ ਲਈ ਸਾਂਝਾ ਕਰ ਪਾਓ। ਮੈਂ ਸਵਾਲ ਦੁਬਾਰਾ ਰਿਪੀਟ ਕਰ ਦਿੰਦਾ ਜੀ। ਜਿਹੜਾ ਮੈਂ ਪਿੱਛੇ ਐਜੂਕੇਸ਼ਨ ਕ੍ਰਾਈਸਿਸ ਦੀ ਗੱਲ ਕਰਦਾ ਪਿਆ ਸੀ, ਜਿਹੜਾ ਕਿ ਪਬਲਿਕ ਐਜੂਕੇਸ਼ਨ ਸਿਸਟਮ ਦੇ ਨਾਲ ਹੈਗਾ, ਉਹਦੇ ਨਾਲ ਰਿਲੇਟਡ ਕੁਝ ਸਵਾਲ ਹੈਗੇ ਨੇ ਕਿ ਇਹਦੇ ਵਿੱਚ ਰੀਜ਼ਨ ਕਿਆ ਨੇ ਵੱਡੇ, ਕਿਆ ਇਹ ਸਿਸਟਮਿਕ ਚੈਲੰਜ ਹੈ ਜਾਂ ਇਹਦਾ ਕੁਝ ਹੋਰ ਕਾਰਨ ਹੈਗਾ, ਤੇ ਇਹਦੀ ਰਿਸਪੌਂਸਿਬਿਲਿਟੀ ਕਿਹਦੀ ਹੈਗੀ ਆ, ਹੂ ਹੋਲਡਸ ਦਾ ਰਿਸਪੌਂਸਿਬਿਲਿਟੀ। ਰੁਪਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਮੈਂ ਸਤਵਿੰਦਰ ਗੱਲ ਕਰ ਰਿਹਾ, ਡਿਸਟ੍ਰਿਕਟ ਪਟਿਆਲਾ ਜੀ। ਬੇਸਿਕਲੀ ਤੁਹਾਡੇ ਜਿਹੜੇ ਸਵਾਲ ਮੈਂ ਹੁਣ ਵੇਖ ਰਿਹਾ ਸੀ ਨਾਲ ਤਾਂ ਇਹ ਇਦਾਂ ਨਹੀਂ ਕਹਿ ਸਕਦੇ ਕਿਸੇ ਇੱਕ ਪਰਸਨ ਦੀ ਰਿਸਪੌਂਸਿਬਿਲਿਟੀ ਕਰਕੇ ਇਦਾਂ ਹੋ ਰਿਹਾ। ਇਹ ਸਿਸਟਮ ਦਾ ਵੀ ਇੱਕ ਇਹਦੇ ਵਿੱਚ ਜਿਹੜਾ ਹੈ ਕਿਤੇ ਨਾ ਕਿਤੇ ਇਸ਼ੂ ਹੈ ਹੀ ਹੈ। ਐਜੂਕੇਸ਼ਨ ਸਿਸਟਮ ਜਿਵੇਂ ਦਾ ਪੰਜਾਬ 'ਚ ਹੈ ਤੇ ਇੱਕ ਉਹ ਵੀ ਇੱਕ ਰੀਜ਼ਨ ਹੋ ਸਕਦਾ ਹੈ। ਬਾਕੀ ਦੂਜਾ ਆਪਾਂ ਨੂੰ ਇਹ ਵੀ ਵੇਖਣਾ ਪਏਗਾ ਕਿ ਜਿਹੜੇ 50% ਬੱਚੇ ਨੇ ਆਪਣੇ ਸਕੂਲਾਂ ਦੇ ਵਿੱਚ, ਉਹਦੇ ਵਿੱਚ ਕਿੰਨੇ % ਬੱਚੇ ਜਿਹੜੇ ਉਹ ਸਾਡੇ ਲੋਕਲ ਜਿਹੜੇ ਇੱਥੇ ਦੀ ਕਮਿਊਨਿਟੀ ਹੈ ਪੰਜਾਬ ਦੀ, ਉਹਦੇ ਚੋਂ ਕਿੰਨਾ % ਹੈ, ਤੇ ਕਿੰਨਾ % ਜਿਹੜੇ ਸਾਡੇ ਕੋਲੋਂ ਮਾਈਗ੍ਰੈਂਟ ਫੈਮਿਲੀਜ਼ ਇੱਥੇ ਪੰਜਾਬ 'ਚ ਹੈਗੀਆਂ ਨੇ, ਉਹ ਕਿੰਨੇ % ਰੇਸ਼ੋ ਹੈ। ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਆਪਣੇ ਕੋਲ ਸ਼ਾਇਦ ਮਾਈਗ੍ਰੈਂਟ ਫੈਮਿਲੀਜ਼ ਪੰਜਾਬ ਦੇ ਵਿੱਚ ਜਿਹੜੀ ਹੈਗੀਆਂ ਨੇ ਇੱਥੇ, ਉਹਨਾਂ ਦੇ ਬੱਚੇ ਗੌਰਮੈਂਟ 'ਚ ਜ਼ਿਆਦਾ ਨੇ।
ਹਲਕਾ ਜਿਹਾ ਵੀ ਸਟੇਟਸ ਅਪ ਹੋ ਜਾਂਦਾ ਸਾਡੇ ਇੱਥੇ ਜਿਹੜੇ ਲੋਕਲ ਨੇ ਪੰਜਾਬ 'ਚ ਜਿਹੜੇ ਪਿਛਲੇ 50 ਸਾਲ ਤੋਂ ਇੱਥੇ ਰਹਿ ਰਹੇ ਨੇ, ਉਹ ਪ੍ਰਾਈਵੇਟ ਸਕੂਲ ਬੱਚਾ ਭੇਜ ਦਿੰਦਾ ਹੈ। ਤੇ ਜਿਹੜੇ ਆਪਣੇ ਕੋਲ ਦੂਜੀਆਂ ਕਮਿਊਨਿਟੀਜ਼ ਦੇ ਬੱਚੇ ਨੇ ਜਾਂ ਮਾਈਗ੍ਰੈਂਟ ਫੈਮਿਲੀਜ਼ ਦੇ ਬੱਚੇ ਨੇ, ਫਿਰ ਉੱਥੇ ਅਵੇਅਰਨੈਸ ਨਹੀਂ ਹੈ ਪੇਰੈਂਟਸ ਨੂੰ ਜੀ ਜੀ ਵੱਡੀ, ਕਿਉਂਕਿ ਉਹ ਪੂਰੀ ਜਿਹੜੀ ਹੈ ਲੇਬਰ ਕਲਾਸ ਆ ਜਾਂਦੀ ਹੈ। ਉਹ ਫਿਰ ਪੂਰਾ ਦਿਨ ਆਪਦੀ ਜਿਹੜੇ ਨੇ ਉਹ ਹਾਰਡ ਵਰਕ ਕਰ ਰਹੇ ਨੇ, ਉਹਨਾਂ ਨੂੰ ਐਜੂਕੇਸ਼ਨ ਦੇ ਲਈ ਇੰਨਾ ਮੈਨੂੰ ਲੱਗਦਾ ਰੁਝਾਵ ਨਹੀਂ ਹੈ, ਤੇ ਨਾ ਹੀ ਆਪਣੇ ਬੱਚੇ ਵੱਲ ਧਿਆਨ ਦੇ ਰਹੇ ਨੇ। ਇੱਕ ਉੱਥੇ ਵੀ ਹੈ ਅਵੇਅਰਨੈਸ ਦੀ ਕਮੀ ਹੈ। ਤੇ ਬਾਕੀ ਜਿਹੜਾ ਸਿਸਟਮ ਹੈ ਉਹ ਤਾਂ ਚੈਲੰਜ ਹੈ ਹੀ ਹੈ, ਕਿਉਂਕਿ ਬਿਲਕੁਲ ਜੀ ਠੀਕ ਹੈ। ਧੰਨਵਾਦ ਤਵਿੰਦਰ ਜੀ, ਤੁਸੀਂ ਆਪਣੇ ਜਿਹੜੇ ਵਿਚਾਰ ਰੱਖੇ ਨੇ। ਤੁਸੀਂ ਕਿਹਾ ਕਿ ਇੱਕ ਤਾਂ ਜਿਹੜਾ ਮਾਈਗ੍ਰੈਂਟ ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਇਸ਼ੂ ਹੋ ਸਕਦਾ, ਜਾਂ ਫਿਰ ਜਿਹੜੇ ਪੇਰੈਂਟਸ ਕਮਿਊਨਿਟੀ ਹੈ ਉਹ ਅਵੇਅਰ ਨਹੀਂ ਹੈਗੀ। ਤੁਸੀਂ ਦੋ ਚੈਲੰਜਸ ਰੱਖੇ ਨੇ, ਹੋਰ ਵੀ ਬਹੁਤ ਸਾਰੇ ਨੇ। ਬਾਕੀ ਮੈਂ ਗੁਜ਼ਾਰਿਸ਼ ਕਰਾਂਗਾ ਤੁਸੀਂ ਚੈਟ ਦੇ ਵਿੱਚ ਲਿਖਦੇ ਜਾਇਓ। ਅੱਗੇ ਵੱਧਦੇ ਹਾਂ ਜੀ। ਜਿਹੜੇ ਆਇਡੈਂਟੀਫਾਈ ਸਾਂਝੀ ਸਿੱਖਿਆ ਨੇ ਆਇਡੈਂਟੀਫਾਈ ਕੀਤੀ, ਉਹਨਾਂ ਦੇ ਗੱਲ ਕਰਦੇ ਹਾਂ। ਦੇਖੋ, ਸਟਰਕਚਰ ਜਿਹੜਾ ਸਿਸਟਮ ਹੈ ਬਹੁਤ ਸੋਹਣਾ ਹੈਗਾ। ਸਿਸਟਮ ਸਰਕਾਰਾਂ ਨੇ ਸਕੂਲ ਵੀ ਖੋਲ੍ਹੇ ਹੋਏ ਨੇ, ਹਰ ਇੱਕ ਪਿੰਡ ਦੇ ਵਿੱਚ ਇੱਕ ਸਕੂਲ ਹੈ ਪੰਜਾਬ ਦੇ ਵਿੱਚ। ਤੇ ਮਤਲਬ ਇੱਦਾਂ ਦਾ ਇੱਕ ਕਾਫੀ ਚੰਗੇ ਸਟੇਟਾਂ ਦੇ ਵਿੱਚ ਇੱਕ ਹੈ ਕਿ ਜਿੱਥੇ ਹਰ ਪਿੰਡ ਦੇ ਵਿੱਚ ਇੱਕ ਸਕੂਲ ਹੈਗਾ ਤੇ ਐਕਸੈਸਿਬਲ ਤਾਂ ਹੈਗਾ। ਹੁਣ ਅਦਰ ਚੈਲੰਜਸ ਕਿਹੜੇ ਨੇ? ਜਿੱਦਾਂ ਪਾਲਿਸੀ ਲੈਵਲ ਦੇ ਗੈਪ ਹੋ ਸਕਦੇ ਨੇ, ਬਹੁਤ ਸਾਰੇ ਨੇ। ਡਿਪਾਰਟਮੈਂਟਲ ਚੈਲੰਜਸ ਨੇ, ਰਿਸੋਰਸਿਸ ਦੀ ਕ੍ਰਾਈਸਿਸ ਹੋ ਸਕਦਾ, ਲਿਮਿਟੇਸ਼ਨ ਹੈਗੀ ਹੈ। ਕੁਛ ਰਿਫਾਰਮਸ ਵੀ ਸ਼ਾਇਦ ਹੋ ਸਕਦੇ ਨੇ। ਬਟ ਅਪਾਰਟ ਫਰੋਮ ਦੀਜ਼, ਇੱਕ ਜਿਹੜਾ ਸਭ ਤੋਂ ਵੱਡਾ ਚੈਲੰਜ ਅਸੀਂ ਦੇਖੀਏ ਜੇ ਸਕੂਲ ਲੈਵਲ ਤੇ ਕਿਹੜੇ ਵੱਡੇ ਚੈਲੰਜਸ ਨੇ, ਪਰਟੀਕੂਲਰਲੀ ਜੇ ਟੀਚਰ ਦੀ ਗੱਲ ਕਰੀਏ ਤੇ ਟੀਚਰ ਦੇ ਨਾਲ ਅਸੀਂ ਕਿਹੜੇ ਚੈਲੰਜਸ ਦੇਖਦੇ ਹਾਂ। ਤੋਂ ਅੱਜ ਜਿਹੜੀ ਲਰਨਿੰਗ ਪਾਥ ਦੀ ਅਸੀਂ ਗੱਲ ਕਰਾਂਗੇ, ਉਹ ਸਪੈਸੀਫਿਕਲੀ ਅਸੀਂ ਸਕੂਲ ਤੇ ਅਧਿਆਪਕ ਦੇ ਇਰਦ ਗਿਰਦ ਹੀ ਆਪਾਂ ਗੱਲ ਕਰਾਂਗੇ, ਕੋਸ਼ਿਸ਼ ਕਰਾਂਗੇ ਇਹਨੂੰ ਹੋਰ ਖੋਲਣ ਦੀ। ਸੋ ਜਦੋਂ ਹੁਣ ਆਪਾਂ ਅਧਿਆਪਕ ਦੀ ਗੱਲ ਕਰੇ ਲਈ ਹੈ, ਤੇ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਦੀ ਜਿਹੜੀ ਦਿਨਚਰਿਆ ਹੈ, ਸੋ ਉਹਨਾਂ ਦਾ ਦਿਨ ਹੈ ਜਿਹੜਾ, ਉਹ ਸਕੂਲ ਦੇ ਵਿੱਚ ਕਿੱਦਾਂ ਦਿਖਦਾ ਹੈਗਾ। ਉਹਦੇ ਮੋਟੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹਦੀ ਇੱਕ ਆਪਾਂ ਰਿਫਲੈਕਸ਼ਨ ਲੈ ਪਾਈਏ ਕਿ ਕਿੱਦਾਂ ਦਾ ਦਿਨ ਦਿਖਦਾ ਹੋਊਗਾ। ਕਿ ਜਦੋਂ ਕਿਸੇ ਸਕੂਲ ਦਾ ਡੇ ਸਟਾਰਟ ਹੁੰਦਾ ਹੈ 8:30 ਜਾਂ 9, ਹੈ ਨਾ, ਤਾਂ ਸਕੂਲ 'ਚ ਟੀਚਰ ਐਂਟਰ ਕਰਦਾ। ਜੇ ਉਹ ਸਿੰਗਲ ਟੀਚਰ ਸਕੂਲ ਹੈ, ਉਹਦੀ ਆਪਾਂ ਐਗਜ਼ਾਮਪਲ ਲੈਂਦੇ ਹਾਂ, ਤੇ ਉਹਦੇ ਅੱਗੇ 7 ਕਲਾਸਿਸ ਹਨ ਜਿਹੜੀਆਂ ਆਲਮੋਸਟ ਕਿ ਪਹਿਲੀ ਤੋਂ 5ਵੀਂ ਕਲਾਸ ਤੱਕ ਦੇ ਬੱਚੇ, ਬਾਕੀ ਕਿੰਡਰਗਾਰਟਨ ਦੇ ਜਿਹੜੀ ਕਿ ਬਾਲ ਬਾਟਿਕਾ ਉਹਨਾਂ ਦੇ ਬੱਚੇ ਵੀ, ਤੇ ਮਲਟੀਗ੍ਰੇਡ ਮਲਟੀ ਲੈਵਲ ਦੇ ਬੱਚੇ ਨੇ। ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਅਸੈਂਬਲੀ ਹੈ ਉਹ ਕੰਡਕਟ ਕਰਾਉਣੀ ਹੈ, ਉਹ ਵੀ ਸਿੰਗਲ ਟੀਚਰ ਹੈ। ਅਸੈਂਬਲੀ ਦੇ ਦੌਰਾਨ ਉਹਨਾਂ ਨੂੰ ਪੀਟੀ ਵੀ ਕਰਾਉਣੀ ਹੈ। ਈਵਨ ਸਟੇਟ ਵੱਲੋਂ ਜਿਹੜੀ ਭੇਜੀ ਗਈ ਜਿਹੜੀ ਸਲਾਈਡ ਹੈ, ਉਹਦੇ ਵਿੱਚੋਂ ਕੁਝ ਕੁਐਸਚਨਸ ਨੇ ਜਿਹੜੇ ਉਹ ਉੱਥੇ ਕਰਵਾਉਣੇ ਨੇ। ਉਸ ਤੋਂ ਬਾਅਦ ਕਲਾਸਰੂਮ ਦੇ ਵਿੱਚ ਜਦੋਂ ਟੀਚਰ ਲੈ ਕੇ ਜਾਂਦਾ ਬੱਚਿਆਂ ਨੂੰ, ਤਾਂ ਬੱਚਿਆਂ ਨੂੰ ਬਿਠਾਉਣ ਦਾ ਇੱਕ ਜਿਹੜਾ ਹੈਗਾ ਮਲਟੀਗ੍ਰੇਡ ਬੱਚਿਆਂ ਨੂੰ, ਕਿ ਕਿਸ ਤਰੀਕੇ ਨਾਲ ਇੱਕ ਸਿੰਗਲ ਟੀਚਰ ਮਲਟੀਗ੍ਰੇਡ ਬੱਚਿਆਂ ਨੂੰ ਮੈਨੇਜ ਕਰੇ। ਜਾਂ ਤਾਂ ਉਹ ਸਾਰੇ ਕਲਾਸਿਸ ਦੇ ਬੱਚਿਆਂ ਨੂੰ ਇੱਕ ਰੂਮ ਦੇ ਵਿੱਚ ਬਿਠਾਵੇ, ਜਾਂ ਫਿਰ ਉਹ ਮੇਨਟੇਨ ਕਰੇ, ਜਿੱਦਾਂ ਤੁਸੀਂ ਲਾਸਟ ਵਾਲੇ ਸਾਂਝਾ ਸਫ਼ਰ ਵਿੱਚ ਵੀ ਸੁਣਿਆ ਹੋਣਾ ਕਿ ਟੀਚਰ ਵਲੰਟੀਅਰ ਅਰੇਂਜਮੈਂਟ ਕਰਦੇ ਨੇ SMC ਦੀ ਮਦਦ ਦੇ ਨਾਲ ਜਾਂ ਕਮਿਊਨਿਟੀ ਦੀ ਮਦਦ ਦੇ ਨਾਲ, ਜਿਹੜੇ ਕਿ ਪ੍ਰੀ ਪ੍ਰਾਇਮਰੀ ਦੇ ਕਲਾਸਾਂ ਨੂੰ ਦੇਖ ਲੈਂਦੇ ਨੇ, ਬਾਕੀ 3rd 4th ਤੇ 5th ਨੂੰ ਉਹ ਇੱਕ ਕਲਾਸਰੂਮ ਦੇ ਵਿੱਚ ਬਿਠਾ ਕੇ ਪੜ੍ਹਾਉਂਦੇ ਨੇ। ਇੱਕ ਤਾਂ ਇੱਦਾਂ ਦਿਖਦਾ। ਦੂਸਰਾ, ਸਵੇਰ ਤੋਂ ਹੀ ਟੀਚਰ ਲਈ ਪੇਰੈਂਟਸ ਦੀਆਂ ਕਾਲ ਆਉਣੇ ਸ਼ੁਰੂ ਹੋ ਜਾਂਦੀਆਂ ਨੇ, ਪੇਰੈਂਟਸ ਆਉਣੇ ਸ਼ੁਰੂ ਹੋ ਜਾਂਦੇ ਨੇ, ਉਹਨਾਂ ਨੂੰ ਅੰਗੇਜ ਕਰਨਾ। ਉਸ ਤੋਂ ਇਲਾਵਾ ਜੇਕਰ ਜੇ ਟੀਚਰ ਕਲਾਸਰੂਮ ਦੇ ਵਿੱਚ ਅੰਗੇਜ ਐਕਟੀਵਿਟੀ, ਆਪਣੀਆਂ ਕਲਾਸਰੂਮ ਐਕਟੀਵਿਟੀ ਕੰਡਕਟ ਕਰ ਵੀ ਰਿਹਾ, ਡਿਊਰਿੰਗ ਦੈਟ ਵੀ ਕਈ ਵਾਰ ਇਹ ਹੁੰਦਾ ਹੈ ਕਿ ਕੋਈ BRC ਜਿਹੜੇ ਬਲਾਕ ਰਿਸੋਰਸ ਪਰਸਨਸ ਨੇ ਜਾਂ ਕਲਸਟਰ ਹੈਡ ਟੀਚਰਸ ਨੇ, ਉਹ ਵਿਜ਼ਿਟ ਤੇ ਆਉਂਦੇ ਨੇ, ਜਾਂ ਕੋਈ ਵਿਭਾਗੀ ਗਤੀਵਿਧੀਆਂ ਜਾਂ ਕੋਈ ਡੇਟਾ ਜਾਂ ਡਾਕ ਉਹ ਮੰਗ ਲਈ ਜਾਂਦੀ ਹੈ, ਉਹ ਵੀ ਚੱਲਦਾ ਰਹਿੰਦਾ ਨਾਲ ਦੀ ਨਾਲ। ਤੇ ਉਸ ਤੋਂ ਇਲਾਵਾ ਕਿ ਜਦੋਂ ਮਿਡ ਡੇ ਮੀਲ ਹੁੰਦਾ ਹੈ, ਮਿਡ ਡੇ ਮੀਲ ਦੇ ਦੌਰਾਨ ਟੀਚਰ ਨੂੰ ਇਹ ਵੀ ਦੇਖਣਾ ਪੈਂਦਾ ਕਿ ਮਿਡ ਡੇ ਮੀਲ ਦਾ ਪ੍ਰਬੰਧ ਸਹੀ ਚੱਲ ਰਿਹਾ, ਤੇ ਉਹਦੀ ਡਾਕੂਮੈਂਟੇਸ਼ਨ, ਉਹਦੇ ਮੈਸੇਜ ਡੇਲੀ ਡਾਕੂਮੈਂਟ ਕਰਕੇ ਭੇਜਣਾ ਹੁੰਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਨਾਨ ਟੀਚਿੰਗ ਜੋਬ ਵੀ ਨਾਲ ਦੀ ਨਾਲ ਚੱਲਦੀਆਂ ਪਈਆਂ, ਮਲਟੀਗ੍ਰੇਡ ਮਲਟੀ ਲੈਵਲ ਦਾ ਇਸ਼ੂ ਵੀ ਹੈਗਾ, ਸਿੰਗਲ ਟੀਚਰ ਇਸ਼ੂ ਵੀ ਹੈਗਾ। ਤੇ ਮਤਲਬ ਕਹਿਣ ਦਾ ਇੱਕ ਹੋਲਿਸਟਿਕ ਕਾਫੀ ਸਾਰੀਆਂ ਜਿਹੜੀਆਂ ਚੈਲੰਜਸ ਨੇ ਬਹੁਤ ਇਕੱਠੇ ਖੜੇ ਹੋ ਜਾਂਦੇ। ਏਦਾਂ ਮੋਟਾ ਇਹ ਦਿਨ ਦੇਖਣ ਇੱਥੇ ਕੋਈ ਟੀਚਰ ਸਾਹਿਬਾਨ ਹੁੰਦੇ ਤਾਂ ਸ਼ਾਇਦ ਇਹ ਤੋਂ ਹੋਰ ਵੀ ਜ਼ਿਆਦਾ ਦੱਸ ਦਿੰਦੇ। ਮੈਂ ਕੋਸ਼ਿਸ਼ ਕੀਤੀ ਹੈ ਕਿ ਜ਼ਿਆਦਾਤਰ ਚੀਜ਼ਾਂ ਕਵਰ ਕਰ ਪਾਵਾਂ। ਸੋ ਇੱਥੇ ਮੈਂ ਤੁਹਾਡੇ ਲਈ ਫਿਰ ਤੋਂ ਸਵਾਲ ਦੱਸਦਾ ਕਿ ਇੱਕ ਨਾ ਸਾਡੇ ਮਨਾਂ ਦੇ ਵਿੱਚ ਬੜਾ ਅਸੀਂ ਸਹਿਜੇ ਜੀ ਕਹਿ ਦਿੰਦੇ ਹਾਂ ਵੀ ਅਗਰ ਕੁਆਲਿਟੀ ਐਜੂਕੇਸ਼ਨ ਨਹੀਂ ਹੋ ਰਹੀ ਤਾਂ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ? ਟੀਚਰ। ਮੇਰਾ ਇਹ ਤੁਹਾਡੇ ਲਈ ਸਵਾਲ ਹੈ, ਇਜ਼ ਇਟ ਰੀਅਲ ਕਿ ਟੀਚਰ ਨੂੰ ਵਿਲਨ ਬਣਾ ਦੇਣਾ ਜਾਂ ਵਿਕਟਮ ਬਣਾ ਦੇਣਾ, ਜਾਂ ਕਿਆ ਰੀਜ਼ਨ ਹੋਰ ਹੈ? ਕਿਆ ਇਹ ਇਨਸਫੀਸ਼ੀਐਂਟ ਸਿਸਟਮ ਦੀ ਕੋਈ ਉਦਾਹਰਨ ਹੈਗੀ ਹੈ?
ਇਹਦੇ ਤੇ ਮੈਂ ਫਿਰ ਤੋਂ ਗੁਜ਼ਾਰਿਸ਼ ਕਰਾਂਗਾ ਕਿ ਤੁਹਾਡੇ ਕੁਝ ਮਨ ਦੇ ਵਿੱਚ ਕੋਈ ਵਿਚਾਰ ਆ ਰਹੇ ਹਨ, ਤੁਸੀਂ ਚੈਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਸੋ ਜਿਹੜੇ ਚੈਲੰਜਸ ਆਇਡੈਂਟੀਫਾਈ ਹੋਏ ਉਹ ਤੁਹਾਡੇ ਸਾਹਮਣੇ ਨੇ। ਸਭ ਤੋਂ ਵੱਡਾ ਕਿ ਜਿਹੜੇ ਟੀਚਰਸ ਨੇ ਰੂਰਲ ਏਰੀਆਜ਼ ਦੇ ਵਿੱਚ ਕੰਮ ਕਰਦੇ ਪਏ ਨੇ ਕਲਸਟਰ ਲੈਵਲ ਤੇ। ਕਲਸਟਰ ਇੱਕ ਸਮੋਲੈਸਟ ਯੂਨਿਟ ਹੁੰਦੀ ਹੈ ਜਿਹਦੇ ਵਿੱਚ 10 ਤੋਂ 12 ਸਕੂਲ ਹੁੰਦੇ ਨੇ। ਉਹ ਦੇ ਆਰ ਵਰਕਿੰਗ ਇਨ ਆਈਸੋਲੇਸ਼ਨ। ਬਟ ਉਹ ਆਈਸੋਲੇਸ਼ਨ ਕਿੱਦਾਂ ਦੀ ਹੈ ਕਿ ਇੱਕ ਸਕੂਲ ਦਾ ਟੀਚਰ ਆਪਣੇ ਸਕੂਲ ਨਾਲ ਹੀ ਬੰਦਾ ਹੈ। ਉਹ ਸਕੂਲ ਆਉਂਦਾ ਹੈ, ਸਕੂਲ ਤੋਂ ਜਦੋਂ ਉੱਥੋਂ ਜਾਂਦਾ ਮਤਲਬ ਉਹਦਾ ਦੂਸਰੇ ਸਕੂਲਾਂ ਦੇ ਨਾਲ ਕੋਈ ਵਾਹ ਨਹੀਂ ਹੈਗਾ। ਵਾਹ ਪੈਂਦਾ ਹੈ ਬਟ ਇੰਗੇਜਮੈਂਟ ਹੈਗੀ ਆ ਓਨਲੀ ਔਨ ਦਾ ਬਿਹਾਫ ਆਫ ਕਿ ਡਿਪਾਰਟਮੈਂਟਲ ਪ੍ਰਾਇੋਰਟੀਜ਼ ਨੇ। ਜਦੋਂ ਕਦੇ ਉਹਨਾਂ ਨੂੰ ਮਿਲਣਾ, ਦੂਸਰੇ ਟੀਚਰ ਨਾਲ ਮਿਲਣਾ ਹੁੰਦਾ ਹੈ, ਮਤਲਬ ਆਈਡੀਆ ਸ਼ੇਅਰਿੰਗ ਸਪੋਰਟ ਸਿਸਟਮ ਉੱਦਾਂ ਦਾ ਨਹੀਂ ਹੈਗਾ। ਉਹ ਕਿਤੇ ਨਾ ਕਿਤੇ ਲੈਕ ਹੈਗਾ। ਉਹਦੇ ਰੀਜ਼ਨ ਬਹੁਤ ਸਾਰੇ ਨੇ। ਤੇ ਓਵਰਵੈਲਮਡ ਬਾਏ ਨਾਨ ਅਕੈਡਮਿਕ ਪ੍ਰਾਇੋਰਟੀ, ਜਿਹੜੀ ਮੈਂ ਪਿੱਛੇ ਹੁਣੇ ਗੱਲ ਕੀਤੀ ਹੈ, ਆਫਨ ਡੀਮੋਟੀਵੇਟਡ। ਦੇਖੋ ਇਦਾਂ ਦੇ ਮਾਹੌਲ ਦੇ ਵਿੱਚ ਟੀਚਰ ਡੀਮੋਟੀਵੇਟਡ ਦਾ ਹੋਣਾ ਲਾਜ਼ਮੀ ਹੈ। ਸੋ ਇੱਕ ਹੋਰ ਚੀਜ਼ ਹੈ ਨੋ ਅਕਾਊਂਟੇਬਿਲਿਟੀ। ਜਿੱਦਾਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਬੱਚਿਆਂ ਦੀ ਅਸੈਸਮੈਂਟ ਦੇ ਜਿਹੜੇ ਤਰੀਕੇ ਨੇ ਉਹ ਬਦਲ ਗਏ ਨੇ। ਫੇਲ ਪਾਸ ਨਹੀਂ ਕੀਤਾ ਜਾਂਦਾ। ਸੋ ਹੁਣ ਉਹਨੂੰ ਬੱਚਿਆਂ ਨੂੰ ਅਸੈਸ ਕਿੱਦਾਂ ਕੀਤਾ ਜਾਵੇ, ਉਹ ਬੜਾ ਚੈਲੰਜਿੰਗ ਹੈ ਕਿ ਟੀਚਰ ਲਈ ਦੇਖਣਾ ਕਿ ਜਿੰਨੀ ਉਹ ਮਿਹਨਤ, ਜਿੰਨੀਆਂ ਪੈਡਾਗੋਜੀਕਲ ਅਪਰੋਚ, ਜਿਹੜੀਆਂ ਪੱਧਤੀਆਂ ਨਾਲ, ਜਿਹੜੀਆਂ ਤਰੀਕੇ ਨਾਲ ਉਹ ਕਲਾਸਰੂਮ ਦੇ ਵਿੱਚ ਪੜ੍ਹਾ ਰਿਹਾ ਹੈ, ਕੀ ਉਹਦੇ ਨਾਲ ਬੱਚੇ ਦੇ ਵਿੱਚ ਕੋਈ ਇੰਪਰੂਵਮੈਂਟ ਆ ਰਹੀ ਹੈ, ਉਹਨੂੰ ਅਸੈਸ ਕਿੱਦਾਂ ਕੀਤਾ ਜਾਵੇ, ਇਹ ਵੀ ਚੈਲੰਜਿੰਗ ਹੈ। ਅਦਰ ਲੈਵਲ ਤੇ ਵੀ ਅਕਾਊਂਟੇਬਿਲਿਟੀ ਹੈ, ਪਰਸਨਲ ਲੈਵਲ ਤੇ ਵੀ, ਸਿਸਟਮ ਲੈਵਲ ਤੇ ਵੀ ਅਕਾਊਂਟੇਬਿਲਿਟੀ ਦਾ ਇੱਕ ਚੈਲੰਜ ਹੈਗਾ। ਇੱਕ ਸਭ ਤੋਂ ਵੱਡਾ ਜਿਹੜਾ ਹੁਣੇ ਸਰ ਸ਼ੇਅਰ ਕਰਦੇ ਪਏ ਸੀ ਕਿ ਅਨਇਨਫੋਰਮ ਪੇਰੈਂਟਸ ਨੇ। ਪੇਰੈਂਟਸ ਕਮਿਊਨਿਟੀ ਜਿਨ੍ਹਾਂ ਦੇ ਬੱਚੇ ਸਾਡੇ ਕੋਲ ਆ ਰਹੇ ਨੇ, ਉਹ ਇੱਕ ਮਾਰਜਨਲਾਈਜ਼ ਕਮਿਊਨਿਟੀ ਤੋਂ ਬੱਚੇ ਆ ਰਹੇ ਨੇ। ਉਹ ਇੰਨੇ ਪਾਰਟੀਸਪੇਟ ਨਹੀਂ ਕਰ ਪਾਉਂਦੇ, ਉਹ ਸਪੋਰਟਿਵ ਮਾਹੌਲ ਨਹੀਂ ਹੈਗਾ ਟੀਚਰ ਲਈ, ਤੇ ਟੀਚਰ ਉੱਦਾਂ ਸਪੋਰਟ ਨਹੀਂ ਕਰ ਪਾਉਂਦਾ ਉਹਨਾਂ ਨੂੰ ਵੀ। ਤੇ ਮਲਟੀ ਗ੍ਰੇਡ ਮਲਟੀ ਲੈਵਲ ਦਾ ਚੈਲੰਜ ਹੈਗਾ। ਤੇ ਸਭ ਤੋਂ ਜ਼ਰੂਰੀ ਹੈ ਕਿ ਟੀਚਰ ਅਕਸਰ ਕਹਿੰਦੇ ਨੇ ਕਿ ਸਾਡੀ ਆਟੋਨਮੀ ਨਹੀਂ ਹੈਗੀ, ਮਤਲਬ ਸਾਡੀ ਖੁਦ ਮੁਖਤਿਆਰੀ ਉਹ ਕਿਤੇ ਨਾ ਕਿਤੇ ਖਤਮ ਹੋ ਗਈ ਹੈ। ਕਿ ਤੇ ਉਹਦੇ ਨਾਲ ਕੀ ਆ, ਸਾਡੀ ਪ੍ਰੋਫੈਸ਼ਨਲ ਡਿਵੈਲਪਮੈਂਟ ਨਹੀਂ, ਕਿ ਸਾਨੂੰ ਸਾਰਾ ਕੁਝ ਸੈਂਟਰਲਾਈਜ਼ ਤਰੀਕੇ ਨਾਲ ਆ ਰਿਹਾ। ਸਾਡੇ ਕੋਲ ਜਿੰਨੀਆਂ ਵੀ ਇੰਸਟਰਕਸ਼ਨਸ ਨੇ ਉਹ ਸਟੇਟ ਵੱਲੋਂ ਸਟੇਟ ਡਰਿਵਨ ਹੈ। ਅਸੀਂ ਆਪਣਾ ਇਨੋਵੇਟਿਵ ਘੱਟ ਕਰ ਪਾਉਂਦੇ ਹਾਂ। ਸੋ ਇੰਨੇ ਸਾਰੇ ਜਿਹੜੇ ਚੈਲੰਜਸ ਜਦੋਂ ਸਾਡੇ ਅੱਗੇ ਖੜੇ ਹੋ ਜਾਂਦੇ ਆ, ਸਪੈਸੀਫਿਕਲੀ ਟੀਚਰ ਸਪੈਸੀਫਿਕਲੀ, ਤੇ ਜਿਹੜਾ ਉਹ ਕ੍ਰਾਈਸਿਸ ਦੀ ਅਸੀਂ ਪਿੱਛੇ ਗੱਲ ਕਰਦੇ ਪਏ ਸੀ, ਉਹ ਆਣਾ ਸੁਭਾਵਿਕ ਹੈ ਕਿ ਇਹਦੇ ਤੇ ਕੰਮ ਕੀ ਹੋ ਸਕਦਾ ਹੈ। ਸੋ ਡਿਊਰਿੰਗ ਆਵਰ ਡੀਪ ਸਟੱਡੀ ਜਾਂ ਰਿਸਰਚ ਵਰਕ ਅਸੀਂ ਕੀਤਾ ਕੁਝ ਮਾਡਲ ਵੀ, ਇਹਦਾ ਹੁਣ ਸੋਲੂਸ਼ਨ ਕਿਆ ਹੋ ਸਕਦਾ। ਅਸੀਂ ਵਰਲਡ ਵਾਈਡ ਜਿਹੜੇ ਕੁਝ ਬੈਸਟ ਮਾਡਲ ਸੀਗੇ ਵੀ ਇਹਨਾਂ ਸਿਮਿਲਰ ਕਾਈਂਡ ਆਫ ਪ੍ਰੋਬਲਮ ਦੇ ਅਸੀਂ ਕੀ ਹੱਲ ਲੱਭ ਸਕਦੇ ਹਾਂ, ਤਾਂ ਕੁਝ ਮਾਡਲਸ ਅਸੀਂ ਲੱਭੇ ਤੇ ਉਹਨੂੰ ਅਸੀਂ ਲਰਨਿੰਗ ਪਾਥ ਦੇ ਵਿੱਚ ਲੈ ਕੇ ਆਏ, ਜਿਨ੍ਹਾਂ ਦੀ ਗੱਲ ਅਸੀਂ ਅੱਗੇ ਕਰਾਂਗੇ। ਸੋ ਇੱਕ ਚੀਜ਼ ਹੋਰ ਹੁੰਦੀ ਹੈ ਨਾ, ਜਦੋਂ ਟੀਚਰ ਨਾਲ ਅਕਸਰ ਅਸੀਂ ਗੱਲ ਕਰਦੇ ਰਹੇ ਹਾਂ, ਇੱਕ ਚੀਜ਼ ਬੜੀ ਸਾਹਮਣੇ ਆਈ ਕਿ ਟੀਚਰ ਹਮੇਸ਼ਾ ਨਾ, ਇਹ ਟੀਚਰ ਕਮਿਊਨਿਟੀ ਵੀ ਇਹ ਕਹਿੰਦੀ ਆ, ਈਵਨ ਸਿਸਟਮ ਦੇ ਜਿੰਨੇ ਵੀ ਐਲੀਮੈਂਟ ਇਹ ਕਹਿੰਦੇ ਆ ਕਿ ਸਿਸਟਮ ਸਹੀ ਨਹੀਂ ਹੈਗਾ। ਉਹ ਵੀ ਤੇ ਐਕਸਟਰਨਲਾਈਜ਼ ਕਰਦੇ ਨੇ ਕਿ ਬਾਹਰੋਂ ਚੀਜ਼ਾਂ ਸਹੀ ਨਹੀਂ ਹੋ ਰਹੀਆਂ, ਕਿ ਉਹਦੀ ਗਲਤੀ ਹੈ, ਅਸੀਂ ਇੱਕ ਦੂਏ ਨੂੰ ਬਲੇਮ ਕਰਦੇ ਹਾਂ। ਬਟ ਕਿਆ ਇਹਦਾ ਇੱਕ ਉਲਟ ਹੋ ਸਕਦਾ ਕਿ ਅਸੀਂ ਇਸ ਤਰੀਕੇ ਨਾਲ ਦੇਖਣਾ ਸ਼ੁਰੂ ਕਰੀਏ ਕਿ ਵਟ ਆਈ ਕੈਨ ਡੂ, ਮੈਂ ਕੀ ਕਰ ਸਕਦਾ। ਅਗਰ ਮੇਰੇ ਚੈਲੰਜਸ ਨੇ ਉਹਦੇ ਲਈ ਮੈਂ ਇਕੱਠਾ, ਹੁਣ ਕੋਈ ਇੱਥੇ ਕਹਿ ਵੀ ਸਕਦਾ ਵੀ ਇਕੱਲਾ ਕੁਝ ਨਹੀਂ ਕਰ ਸਕਦਾ, ਬਟ ਕੀ ਅਸੀਂ ਕਲੈਕਟਿਵਲੀ ਨਹੀਂ ਕਰ ਸਕਦੇ। ਤਾਂ ਜਿਹੜੀ ਪਾਵਰ ਆਫ ਕਮਿੰਗ ਟੂਗੈਦਰ ਦੀ ਹੈ, ਜਿਹੜੀ ਕਲੈਕਟਿਵ ਦੀ ਪਾਵਰ ਆ, ਉਹ ਜਿਹੜਾ ਮਾਡਲ ਹੈ ਉਹ ਹਮੇਸ਼ਾ ਕੰਮ ਕਰਦਾ ਹੈ। ਤਾਂ ਅਸੀਂ ਉਹਨੂੰ ਕਲਸਟਰ ਅਕੈਡਮਿਕ ਮੀਟਿੰਗ ਦੇ ਥਰੂ ਲਰਨਿੰਗ ਪਾਥ ਦੇ ਜਰੀਏ ਇੱਥੇ ਲੈ ਕੇ ਆਂਦਾ। ਸੋ ਉਹ ਸਾਂਝੀ ਸਿੱਖਿਆ ਦੇ ਲਰਨਿੰਗ ਪਾਥ ਦਾ ਇੱਕ ਬਹੁਤ ਇੰਪੋਰਟੈਂਟ ਪਾਰਟ ਹੈਗਾ। ਸੋ ਇਹਦੇ ਤੇ ਆਪਾਂ ਹੁਣ ਅੱਗੇ ਗੱਲ ਕਰਾਂਗੇ। ਸੋ ਇਹ ਕਲਸਟਰ ਲੈਵਲ ਦੀਆਂ ਜਿਹੜੀਆਂ ਮੀਟਿੰਗਸ ਨੇ, ਜਾਂ ਕਲਸਟਰ ਟੀਚਰ ਕਲੈਕਟਿਵਸ ਦੀ ਜਿਹੜੀ ਮੈਂ ਗੱਲ ਕਰ ਰਿਹਾ, ਇਹਨਾਂ ਨੂੰ ਪਹਿਲਾਂ ਕਰਦਾ ਕੌਣ ਆ, ਇਹਦੇ ਤੇ ਗੱਲ ਕਰ ਲੈਂਦੇ ਹਾਂ। PYLP ਸਾਂਝੀ ਸਿੱਖਿਆ ਦਾ ਇੱਕ ਫਲੈਗਸ਼ਿਪ ਪ੍ਰੋਗਰਾਮ ਹੈ, ਇੱਕ ਫੁੱਲ ਟਾਈਮ ਫੈਲੋਸ਼ਿਪ ਪ੍ਰੋਗਰਾਮ ਹੈ, ਜਿਹਦੇ ਵਿੱਚ ਸਾਡੇ ਯੰਗ ਲੀਡਰ ਐਜ਼ ਅ ਕੈਟਾਲਿਸਟ ਸਿਸਟਮ ਦੇ ਨਾਲ ਕੰਮ ਕਰਦੇ ਆ। ਉਹਦੇ ਵਿੱਚ ਟੀਚਰ ਲੀਡਰਸ਼ਿਪ ਤੇ, ਪੇਰੈਂਟਲ ਇਨਵੋਲਵਮੈਂਟ ਤੇ, ਕਮਿਊਨਿਟੀ ਓਨਰਸ਼ਿਪ ਤੇ ਕੁਝ ਇੱਦਾਂ ਦੀਆਂ ਕਲੈਕਟਿਵ ਸਪੇਸਿਸ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਜਿਹੜੀਆਂ ਅਸੀਂ ਕੀਤੀਆਂ ਵੀ ਹੈ, ਇਹ ਇੱਕ ਸੋਲਿਊਸ਼ਨ ਓਰੀਐਂਟਡ ਮਾਡਲ ਹੈਗਾ, ਜਿਹਦੀ ਅਸੀਂ ਡਿਟੇਲ ਦੇ ਵਿੱਚ ਅੱਗੇ ਗੱਲ ਕਰਾਂਗੇ। ਹੁਣ ਜਿਹੜਾ ਲਰਨਿੰਗ ਪਾਥ ਹੈ ਸਾਂਝੀ ਸਿੱਖਿਆ ਦਾ, ਇਹ ਕਿੱਦਾਂ ਦਿਖਦਾ, ਉਹਦੇ ਤੇ ਥੋੜੀ ਜਿਹੀ ਝਾਤ ਮਾਰ ਲੈਂਦੇ ਹਾਂ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ, ਸਾਲ ਦੀ ਜਿਹੜੀ ਸ਼ੁਰੂਆਤ ਹੈ, ਅਸੀਂ ਸਭ ਤੋਂ ਪਹਿਲਾਂ ਅਸੈਸਮੈਂਟ ਤੋਂ ਕਰਦੇ ਹਾਂ। ਜਦੋਂ ਸਾਡੇ ਯੰਗ ਲੀਡਰ ਫੀਲਡ ਦੇ ਵਿੱਚ ਜਾਂਦੇ ਨੇ, ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮਤਲਬ ਸਾਡੇ ਕੋਲ ਟੂਲਸ ਹੈਗੇ ਨੇ ਕਿ ਕਿੱਦਾਂ 3rd ਗ੍ਰੇਡ ਦੇ ਬੱਚਿਆਂ ਦੀ ਅਸੈਸਮੈਂਟ ਇੱਕ ਕਰ ਲਈ ਜਾਵੇ, ਕਿ ਉਹਨਾਂ ਦਾ ਲਰਨਿੰਗ ਲੈਵਲ ਅਸੈਸ ਕਰ ਲਿਆ ਜਾਵੇ ਕਿੱਥੇ ਹੈਗਾ, ਤੇ ਕਿੱਦਾਂ ਦੀਆਂ ਸਪੋਰਟ ਉਸ ਸਕੂਲ ਨੂੰ, ਉਸ ਟੀਚਰ ਨੂੰ, ਉਹਨਾਂ ਸਟੂਡੈਂਟਸ ਨੂੰ ਚਾਹੀਦੀ ਹੈਗੀ ਹੈ।
ਸੋ ਇਹ ਡਾਟਾ ਸਾਡੇ ਕੋਲ ਆ ਗਿਆ ਤਾਂ ਡਿਊਰਿੰਗ देयर ਫੀਲਡ ਵਿਜ਼ਿਟ ਜਿਹੜੇ ਕਿ ਪਲਾਨਡ ਹੁੰਦੇ ਆ ਉਹਨਾਂ ਦੇ ਪ੍ਰੋਗਰਾਮ ਪ੍ਰੋਜੈਕਟ ਦੇ ਅਕੋਰਡਿੰਗ ਉਹ ਵੀ ਉੱਥੇ ਵਿਜ਼ਿਟ ਕਰਦੇ ਨੇ ਤੇ ਇਹਦੀ ਸ਼ੇਅਰਿੰਗ ਟੀਚਰਸ ਦੇ ਨਾਲ ਹੁੰਦੀ ਹੈ। ਤੇ ਦੂਸਰਾ ਸਭ ਤੋਂ ਇੰਪੋਰਟੈਂਟ ਕਿ ਕਲਾਸਰੂਮ ਆਬਜ਼ਰਵੇਸ਼ਨ ਕਿ ਕਲਾਸ ਦੇ ਵਿੱਚ ਹੋ ਕੀ ਰਿਹਾ ਤੇ ਕਲਾਸਰੂਮ ਨੂੰ ਕਿੱਦਾਂ ਇੰਪਰੂਵ ਕੀਤਾ ਜਾ ਸਕਦਾ। ਛੋਟੇ ਛੋਟੇ ਫੀਡਬੈਕਸ ਦੇ ਨਾਲ ਟੀਚਰ ਤੇ ਜਿਹੜੇ ਯੰਗ ਲੀਡਰਸ ਆ ਉਹ ਇੱਕ ਸਪੋਰਟਿਵ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ ਡਿਊਰਿੰਗ देयर ਫੀਲਡ ਵਿਜ਼ਿਟ ਕਿ ਕਿਸ ਤਰੀਕੇ ਨਾਲ ਅਸੀਂ ਜਿਹੜੇ ਕਲਾਸਰੂਮ ਆ ਉਹਨੂੰ ਹੋਰ ਬਿਹਤਰ ਬਣਾ ਸਕਦੇ ਹਾਂ, ਆਪਣਾ ਪੈਡਾਗੋਜੀਕਲ ਅਪਰੋਚ ਨੂੰ ਚੇਂਜ ਕਰ ਸਕਦੇ ਹਾਂ, ਆਪਣੇ ਲਰਨਿੰਗ ਅਪਰੋਚ ਨੂੰ ਚੇਂਜ ਕਰ ਸਕਦੇ ਹਾਂ। ਦੂਸਰਾ ਹੈਗਾ ਕਿ ਕਲਾਸਰੂਮ ਡੈਮੋਸਟ੍ਰੇਸ਼ਨ ਜਿਹੜੇ ਪੀਅਰ ਗਰੁੱਪ ਲਰਨਿੰਗ ਹੈ, ਜਿੱਦਾਂ ਮੈਂ ਪਿੱਛੇ ਗੱਲ ਕੀਤੀ ਸੀ ਕਿ ਮਲਟੀ ਗ੍ਰੇਡ ਮਲਟੀ ਲੈਵਲ ਦਾ ਚੈਲੰਜ ਹੈ, ਉਹਨੂੰ ਟੈਕਲ ਕਰਨ ਲਈ, ਉਹਨੂੰ ਮਿਟੀਗੇਟ ਕਰਨ ਲਈ ਸਾਡੇ ਕੋਲ ਸੋਲੂਸ਼ਨ ਕੀ ਹੈਗਾ। ਉੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਗਰੁੱਪ ਲਰਨਿੰਗ ਹੈ, ਪੀਅਰ ਲਰਨਿੰਗ ਹੈ, ਮਲਟੀ ਗ੍ਰੇਡ ਮਲਟੀ ਲੈਵਲ ਦੀ ਟੀਚਿੰਗ ਹੈ, ਉਹਦੇ ਮੈਥਡਸ ਹੈ, ਉਹ ਕਲਾਸਰੂਮ ਡੈਮੋਸਟ੍ਰੇਟ ਕਰਦੇ ਨੇ ਸਾਡੇ ਯੰਗ ਲੀਡਰ ਮਿਨੀਮਮ ਕਲਸਟਰ ਲੈਵਲ ਤੇ 1 ਜਾਂ 2 ਸਕੂਲਾਂ ਦੇ ਨਾਲ ਕਰਦੇ ਨੇ। ਤੇ ਸਾਰਾ ਜਿਹੜਾ ਸਾਈਕਲ ਹੈ ਕੰਪਲੀਟ ਜਾ ਕੇ ਹੁੰਦਾ ਕਲਸਟਰ ਅਕੈਡਮੀ ਮੀਟਿੰਗ ਦੇ ਵਿੱਚ, ਜਿਹੜੀ ਮੰਥਲੀ ਹੁੰਦੀ ਹੈ। ਤੇ ਮੰਥਲੀ ਉਸ ਸਪੇਸ ਦੇ ਵਿੱਚ ਜਿੰਨੇ ਬੇਸਲਾਈਨ ਦੀ ਆ ਡੇਟਾ, ਕਲਾਸਰੂਮ ਆਬਜ਼ਰਵੇਸ਼ਨ, ਪੀਅਰ ਲਰਨਿੰਗ ਬਾਰੇ ਤੇ ਵਾਇਲਸ ਦੀਆਂ ਵਿਜ਼ਿਟ ਜੋ ਵੀ ਡਿਊਰਿੰਗ ਉਹਨਾਂ ਨੇ 1 ਵੀਕ 'ਚ ਕੀਤੀਆਂ ਜਾਂ ਮੰਥ ਦੌਰਾਨ ਕੀਤੀਆਂ, ਉਹ ਸਾਰੀ ਡਿਸਕਸ਼ਨ ਕਲਸਟਰ ਅਕੈਡਮਿਕ ਮੀਟਿੰਗ 'ਚ ਹੁੰਦੀ ਆ। ਸੋ ਕਲਸਟਰ ਅਕੈਡਮਿਕ ਮੀਟਿੰਗ ਇੱਕ ਕਲੈਕਟਿਵ ਹੈਗਾ ਟੀਚਰ ਦਾ, ਜਿੱਥੇ ਇਹਨਾਂ ਸਾਰੇ ਚੈਲੰਜਸ ਦੇ ਉੱਤੇ ਤੇ ਉਹ ਇਕੱਠੇ ਹੋ ਕੇ ਸੋਲਿਊਸ਼ਨ ਓਰੀਐਂਟਡ ਅਪਰੋਚ ਦੇ ਨਾਲ ਉੱਥੇ ਮਿਲਦੇ ਨੇ ਇੱਕ ਕਲਸਟਰ ਦੇ ਟੀਚਰ। ਸੋ ਅਲੋਂਗ ਸਾਈਡ ਕੁਝ ਹੋਰ ਚੀਜ਼ਾਂ ਵੀ ਜਿਹੜੇ ਸਾਡੇ ਯੰਗ ਲੀਡਰਸ ਕਰਦੇ ਨੇ ਕਿ ਜਿਸ ਤਰ੍ਹਾਂ ਕਿ ਸ਼ੈਡੋ ਵਿਜ਼ਿਟ ਕਰਨਾ ਉਸ ਕਲਸਟਰ ਦੇ CST ਕਲਸਟਰ ਹੈਡ ਟੀਚਰ ਤੇ ਬਲਾਕ ਰਿਸੋਰਸ ਜਿਹੜੇ ਪਰਸਨਸ ਹੈਗੇ ਨੇ। ਸੋ ਡਿਊਰਿੰਗ देयर ਜਿਹੜੀ ਸ਼ੈਡੋ ਵਿਜ਼ਿਟ ਹੈ, ਮਤਲਬ ਦੇ ਟਰਾਈਂਗ ਕਿ ਕਿਸ ਤਰੀਕੇ ਨਾਲ ਜਿਹੜੀ CST ਦੀ ਤੇ BRC ਦੀ ਮਦਦ ਕੀਤੀ ਜਾ ਸਕਦੀ ਹੈ ਕਿ ਕਿੱਦਾਂ ਉਹ ਅਕੈਡਮਿਕ ਲੈਵਲ ਤੇ ਆਪਣੇ ਟੀਚਰ ਦੀ ਹੋਰ ਸਪੋਰਟ ਕਰਨ। ਐਗਜ਼ਾਮਪਲ ਦੇ ਤੌਰ ਤੇ ਕਿ ਕੈਮ ਦੇ ਵਿੱਚ ਜੋ ਵੀ ਡਿਸਕਸ਼ਨ ਹੋਈ ਸੀ ਕਿ ਉਹਨੂੰ ਕਲਾਸਰੂਮ ਤੱਕ ਲਿਜਾਇਆ ਜਾ ਰਿਹਾ, ਉਹਨਾਂ ਆਈਡੀਆਜ਼ ਨੂੰ, ਉਹਨਾਂ ਏਜੰਡੇ ਨੂੰ ਟੀਚਰ ਨੂੰ ਸਪੋਰਟ ਕੀਤਾ ਜਾ ਰਿਹਾ। ਸਭ ਤੋਂ ਜ਼ਰੂਰੀ ਕਿ ਜਿੰਨੇ ਵੀ ਨਿਊ ਇਨੋਵੇਟਿਵ ਆਈਡੀਆਜ਼ ਆ ਰਹੇ ਨੇ ਜਾਂ ਬੈਸਟ ਪ੍ਰੈਕਟਿਸਿਸ ਨੇ ਜਿਹੜੀਆਂ ਟੀਚਰਸ ਦੀਆਂ, ਉਹਨਾਂ ਨੂੰ ਕੀ CSTs BRCs ਸ਼ੇਅਰ ਕਰਵਾ ਪਾ ਰਹੇ ਨੇ, ਉਹਦੇ ਤੇ ਸਾਡੇ ਯੰਗ ਲੀਡਰ ਉਹ ਸਪੋਰਟ ਸਿਸਟਮ ਤਿਆਰ ਕਰ ਰਹੇ ਨੇ। ਸੋ ਡਿਊਰਿੰਗ ਦਿਸ ਇਹ ਵੀ ਹੁੰਦਾ ਕਿ HTs ਨਾਲ CST ਦੇ ਨਾਲ ਮਿਲ ਕੇ ਨੈਕਸਟ ਕੈਮ ਦਾ ਏਜੰਡਾ ਵੀ ਫਿਕਸ ਕੀਤਾ ਜਾਂਦਾ ਡਿਊਰਿੰਗ देयर ਫੀਲਡ ਵਿਜ਼ਿਟ। ਹੁਣ ਆਪਾਂ ਨੇ ਗੱਲ ਕਰ ਲਈ ਪਿੱਛੇ ਕਿ ਸਾਡਾ ਲਰਨਿੰਗ ਜਿਹੜਾ ਪਾਥ ਉਹ ਕਿੱਦਾਂ ਦਾ ਦਿਖਦਾ ਹੈਗਾ। ਹੁਣ ਅਸੀਂ ਗੱਲ ਕਰਾਂਗੇ ਕਿ ਉਹਦੇ ਵਿੱਚ ਜਿਹੜੀ ਮਹੀਨਾਵਾਰ ਕਲਸਟਰ ਅਕੈਡਮਿਕ ਮੀਟਿੰਗ ਹੈ, ਉਹਦਾ ਸਟਰਕਚਰ ਕੀ ਹੈਗਾ, ਕਿਉਂਕਿ ਜਿਹੜੀ ਕਲਸਟਰ ਅਕੈਡਮਿਕ ਮੀਟਿੰਗ ਹੈ ਉਹ ਮੇਨ ਸਪੇਸ ਹੈ ਜਿੱਥੇ ਟੀਚਰ ਦੀ ਲਰਨਿੰਗ, ਸ਼ੇਅਰਿੰਗ ਤੇ ਜਿਹੜੀ ਪ੍ਰੋਬਲਮ ਸੋਲਵਿੰਗ ਵਾਲੀ ਹੈ ਗੱਲ ਹੁੰਦੀ ਹੈ, ਕਿਉਂਕਿ ਇਦਾਂ ਦੀ ਸਪੇਸ ਪਹਿਲਾਂ ਨਹੀਂ ਸੀਗੀ, ਮਿਸਿੰਗ ਸੀਗੀ। ਸੋ ਵੀ ਟਰਾਈਡ ਕਿ ਇਦਾਂ ਦੀ ਇੱਕ ਸਪੇਸ ਕ੍ਰੀਏਟ ਹੋ ਜਾਵੇ ਤੇ ਹੋਈ ਵੀ ਹੈ। ਅੱਗੇ ਆਪਾਂ ਇਹਦੀ ਐਗਜ਼ਾਮਪਲ ਵੀ ਸਾਡੇ ਅੱਗੇ ਆਉਣਗੀਆਂ। ਸੋ ਕਲਸਟਰ ਅਕੈਡਮਿਕ ਮੀਟਿੰਗ ਦਾ ਮੋਟਾ ਜੇ ਆਪਾਂ ਦੇਖੀਏ ਉਹਦਾ ਕਿੱਦਾਂ ਹੁੰਦਾ ਕਿ ਉਹਦੇ ਵਿੱਚ 4 ਕੰਪੋਨੈਂਟ ਮੇਨ ਹੁੰਦੇ ਨੇ। ਸਭ ਤੋਂ ਪਹਿਲਾਂ ਵੀ ਟਰਾਈਡ ਕਿ ਸ਼ੇਅਰਿੰਗ ਹੋ ਜਾਵੇ, ਦੂਸਰਾ ਪਲੈਨਿੰਗ ਹੋ ਜਾਵੇ, ਕ੍ਰੀਏਸ਼ਨ ਹੋ ਜਾਵੇ ਤੇ ਇੱਕ ਨਿਊ ਲਰਨਿੰਗ ਵੀ ਹੋ ਜਾਵੇ। ਹੁਣ ਸ਼ੇਅਰਿੰਗ ਦੀ ਜਦੋਂ ਗੱਲ ਕਰਦੇ ਹਾਂ ਕਿ ਜਦੋਂ 10 ਸਕੂਲਾਂ ਦੇ ਵਿੱਚੋਂ ਹਰ ਇੱਕ ਟੀਚਰ ਆਉਂਦਾ ਹੈ, ਉਹ ਇਕੱਠੇ ਹੁੰਦੇ ਨੇ, ਉਹ ਸ਼ੇਅਰ ਕਰ ਪਾਉਣ ਕਿ ਲਾਸਟ ਮੰਥ ਦੀਆਂ ਵਿਭਾਗ ਦੀਆਂ ਐਕਟੀਵਿਟੀਜ਼, ਉਹਨਾਂ ਦੀਆਂ ਐਕਟੀਵਿਟੀਜ਼ ਕਿਆ ਸੀਗੀਆਂ, ਵਾਟ ਆਰ देयर ਚੈਲੰਜਸ, ਕਿਹੜੀਆਂ ਇਵੈਂਟਸ ਹੋਈਆਂ ਨੇ, ਕੀ ਲਰਨਿੰਗ ਰਹੀਆਂ ਨੇ, ਟੀਚਿੰਗ ਪ੍ਰੈਕਟਿਸਿਸ ਕੀ ਰਹੀਆਂ ਨੇ, ਉਹ ਉੱਥੇ ਸ਼ੇਅਰਿੰਗ ਹੋ ਪਾਵੇ। ਦੂਸਰਾ ਕਿ ਪਲੈਨਿੰਗ ਹੋ ਪਾਵੇ, ਪਲੈਨਿੰਗ ਅਕੋਰਡਿੰਗ ਟੂ ਦਾ ਕਿ ਪ੍ਰਾਇੋਰਟੀ ਸੈੱਟ ਕਰਨਾ, ਡਿਪਾਰਟਮੈਂਟਲ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਤੇ ਪ੍ਰਾਇੋਰਟੀ ਸੈੱਟ ਕਰ ਪਾਉਣਾ, ਪਿਛਲੇ ਏਜੰਡੇ ਦੇ ਉੱਤੇ ਥੋੜਾ ਰਿਫਲੈਕਟ ਕਰ ਪਾਉਣਾ ਤੇ ਨੈਕਸਟ ਮੰਥਲੀ ਏਜੰਡਾ ਸੈੱਟ ਕਰ ਪਾਉਣਾ। ਲਾਸਟ ਥਰਡ ਪਾਰਟ ਹੁੰਦਾ ਕ੍ਰੀਏਸ਼ਨ ਵਾਲਾ ਕਿ ਟੀਚਰ ਅਗਰ ਆਏ ਨੇ ਕਿ ਹੁਣ ਇਹਦਾ ਇੱਕ ਪਲਾਨ ਅਗਰ ਉਲੀਕ ਕੇ ਲੈ ਕੇ ਜਾਈਏ ਫॉर द ਨੈਕਸਟ ਮੰਥ, ਫॉर द ਨੈਕਸਟ ਵੀਕ, ਕਿ ਟੀਚਰ ਜਿਹੜੇ ਚੈਲੰਜਸ ਦੀ ਗੱਲ ਇੱਥੇ ਕਰਦੇ ਪਏ ਨੇ, ਚਾਹੇ ਉਹ ਟੀਚਿੰਗ ਪ੍ਰੈਕਟਿਸਿਸ ਦੇ ਜਾਂ ਕਿਸੇ ਸਪੈਸੀਫਿਕ ਸਟੂਡੈਂਟ ਦੇ ਲਰਨਿੰਗ ਚੈਲੰਜਸ ਹੈਗੇ ਨੇ, ਉਹਨਾਂ ਲਈ ਕਿਆ ਪਲਾਨ ਹੋ ਸਕਦਾ ਹੈ, ਕਿਹੜੀਆਂ ਬੈਸਟ ਪ੍ਰੈਕਟਿਸਿਸ ਅਸੀਂ ਜਾ ਕੇ ਕਲਾਸਰੂਮ 'ਚ ਕਰ ਸਕਦੇ ਹਾਂ, ਉਹਦਾ ਇੱਕ ਡਿਜ਼ਾਈਨ ਜਿਹੜਾ ਹੈਗਾ ਉਹ ਕ੍ਰੀਏਸ਼ਨ ਵਾਲੇ ਪਾਰਟ ਦੇ ਵਿੱਚ ਕੀਤਾ ਜਾਂਦਾ। ਸੋ ਇਹਦਾ ਕੀ ਦਿਖਦਾ ਹੈ, ਸਾਈਕਲ ਹੈ ਕਿ ਹਰ ਮਹੀਨੇ ਟੀਚਰ ਆ ਕੇ ਇਸ ਤਰ੍ਹਾਂ ਦੀ ਗਤੀਵਿਧੀ ਕਰਦੇ ਨੇ। ਸਭ ਤੋਂ ਇੰਪੋਰਟੈਂਟ ਜਿਹੜਾ 4th ਵਨ ਹੈਗਾ ਕਿ ਨਿਊ ਲਰਨਿੰਗ, ਕਿਉਂਕਿ ਟੀਚਰ ਦੀ ਜਿਹੜੀ ਲਰਨਿੰਗ ਨੀਡ ਹੈ, ਟੀਚਰ ਜਦੋਂ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਰੁਕੇ ਨਾ, ਕਿ ਟੀਚਰ ਦੀਆਂ ਵੀ ਜਿਹੜੀਆਂ
ਇਸ ਸੈਂਚੁਰੀ ਦੀਆਂ ਨੀਡ ਹੈਗੀਆਂ ਟੈਕਨੋਲੋਜੀਕਲ ਐਡਵਾਂਸਮੈਂਟ ਦੀਆਂ, ਕਿ ਜਿੱਦਾਂ MS ਆਫਿਸ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਉਹਨਾਂ ਨੂੰ ਟ੍ਰੇਨ ਕਰਨ ਦੀ, ਕੈਨਵਾ ਦੇ ਉੱਤੇ ਵੀਡੀਓ ਐਡੀਟਿੰਗ, ਗੂਗਲ ਡਰਾਈਵ, ਕੈਲੰਡਰ ਐਕਸੈਕਟਰਾ, ਇੱਦਾਂ ਦੀਆਂ ਚੀਜ਼ਾਂ ਵੀ ਕਿ ਤਾਂ ਜੋ ਉਹਨਾਂ ਦੇ ਜਿਹੜੇ ਨਾਨ ਟੀਚਿੰਗ ਟਾਸਕ ਹੈਗੇ ਨੇ ਉਹ ਵੀ ਸਮੂਦਨ ਹੋ ਜਾਣ ਤੇ ਉਹਨਾਂ ਦੀ ਕੈਪੈਸਿਟੀ ਇਨਹਾਂਸ ਹੋਵੇ ਥੋੜੀ। ਸੋ ਇਹ ਇੱਦਾਂ ਕਲਸਟਰ ਅਕੈਡਮਿਕ ਮੀਟਿੰਗ ਦਾ ਮੋਟਾ ਜਿਹੜਾ ਸਟਰਕਚਰ ਹੈਗਾ। ਸੋ ਇਹ ਤੋਂ ਹੁਣ ਲਰਨਿੰਗ ਸਪੇਸ ਆ ਜਿਹੜੀ ਇਹ ਟੀਚਰਸ ਦੀ, ਉੱਥੋਂ ਨਿਕਲਦਾ ਕਿਆ? ਟੀਚਰ ਮੋਰ ਇੰਪਾਵਰਡ ਫੀਲ ਕਰਦੇ ਆ, ਕਿਉਂਕਿ ਪਹਿਲਾਂ ਉਹ ਆਈਸੋਲੇਸ਼ਨ 'ਚ ਸੀਗੇ, ਉਹ ਈਵਨ ਉਹ ਰਿਸਪੌਂਸਿਬਿਲਿਟੀ ਲੈਂਦੇ ਨੇ, ਹੈ ਨਾ, ਕਿ ਉਹਨਾਂ ਦੇ ਕਲਾਸਰੂਮ ਕਿੱਦਾਂ ਹੋਰ ਵਧੀਆ ਹੋ ਸਕਦੇ ਨੇ। ਤੇ ਉਸ ਤੋਂ ਇਲਾਵਾ ਕਿ ਜਿੰਨੇ ਟੈਂਜੀਬਲ ਆਈਡੀਆਜ਼ ਨੇ, ਜਿੰਨੀਆਂ ਬੈਸਟ ਪ੍ਰੈਕਟਿਸਿਸ ਨੇ, ਉਹ ਉੱਥੋਂ ਲੈ ਕੇ ਜਾਂਦੇ ਨੇ। ਉਸ ਤੋਂ ਪਹਿਲਾਂ ਤਾਂ ਉਹ ਜਿੱਦਾਂ ਸਿੰਗਲ ਟੀਚਰ ਹੈ, ਉਹ ਆਪਣੇ ਆਪ ਹੀ ਡਿਜ਼ਾਈਨ ਕਰਦਾ ਪਿਆ ਸੀ। ਹੁਣ ਕਿਉਂਕਿ ਜਦੋਂ ਕਲੈਕਟਿਵਲੀ ਉੱਥੇ ਉਹ ਸਪੇਸ 'ਚ ਆ ਰਹੇ ਨੇ ਤਾਂ ਮਲਟੀਪਲ ਆਈਡੀਆਜ਼ ਆ ਰਹੇ ਨੇ। ਸੋ ਉਹਨਾਂ ਦੇ ਬਹੁਤ ਸਾਰੀਆਂ ਜਿਹੜੀਆਂ ਕਾਮਨ ਇਸ਼ੂਜ਼ ਨੇ, ਉਹਨਾਂ ਦੇ ਚੈਲੰਜ, ਉਹਨਾਂ ਦੇ ਸੋਲਿਊਸ਼ਨ ਉੱਥੇ ਹੀ ਨਿਕਲਦੇ ਪਏ ਨੇ। ਸਭ ਤੋਂ ਵੱਡਾ ਹੈ ਕਿ ਉਹ ਪਲੈਨਿੰਗ ਹੁੰਦੀ ਹੈ। ਪਲੈਨਿੰਗ ਦੇ ਵਿੱਚ ਪਤਾ ਹੁੰਦਾ ਹੈ ਕਿ ਨੈਕਸਟ ਮੰਥ ਦੇ ਵਿੱਚ ਕਰਨਾ ਕੀ ਹੈ, ਤੇ ਉਸ ਤੋਂ ਜਦੋਂ ਉਹ ਮਿਲਾਂਗੇ ਨੈਕਸਟ ਮੰਥ ਦੇ ਵਿੱਚ, ਉੱਥੇ ਰਿਫਲੈਕਟ ਕਰਦੇ ਹਾਂ ਕਿੱਥੇ ਕਮੀਆਂ ਰਹਿ ਗਈਆਂ, ਹੋਰ ਕਿੱਦਾਂ ਇੰਪਰੂਵ ਕੀਤਾ ਜਾ ਸਕਦਾ। ਤੋਂ ਜਿਹੜੀ ਸਿੱਖਣ ਸਿਖਾਉਣ ਦਾ ਜਿਹੜਾ ਸਟਰਕਚਰ ਹੈ ਉਹ ਸਟਰੈਂਥਨ ਹੁੰਦਾ, ਤੇ ਇਹ ਸਸਟੇਨ ਕਿੱਦਾਂ ਹੋ ਜਾਵੇ, ਇਹਦੇ ਲਈ ਕੋਸ਼ਿਸ਼ ਹੁੰਦੀ ਹੈ ਕਿ ਇਹਨੂੰ CST ਲੀਡ ਕਰਨ, ਉੱਥੇ ਦੇ ਕਲਸਟਰ ਹੈਡ ਟੀਚਰ ਲੀਡ ਕਰਨ, ਤਾਂ ਜੋ ਯੰਗ ਲੀਡਰ ਦੇ ਜਾਣ ਤੋਂ ਬਾਅਦ ਵੀ ਉੱਥੇ ਇਹ ਪ੍ਰੋਸੈਸ ਚੱਲਦਾ ਰਹੇ। ਸੋ ਇਹ ਮੋਟਾ ਜਿਹੜਾ ਥੋੜਾ ਡੀਪ ਦੇ ਵਿੱਚ ਅਗਰ ਅਸੀਂ ਡਾਈਵ ਕਰੀਏ ਕਿ ਸਟਰਕਚਰ ਕਿੱਦਾਂ ਦਾ ਪ੍ਰੋਸੈਸ ਹੈਗਾ ਡਿਊਰਿੰਗ ਜਿਹੜਾ ਕੈਂਪ ਤੋਂ ਪਹਿਲਾਂ ਦੇ ਜਿਹੜੇ ਪ੍ਰੋਸੈਸ ਹੈਗੇ ਨੇ, ਯੰਗ ਲੀਡਰ ਕੁਝ ਕਰਦੇ ਨੇ, ਡਿਊਰਿੰਗ ਪਲੈਨਿੰਗ ਕਿੱਦਾਂ ਦੀ ਦਿਖਦੀ ਹੈ, ਉਸ ਤੋਂ ਬਾਅਦ ਦੇ ਕਿਹੜੇ ਟਾਸਕ ਨੇ ਜਿਹੜੇ ਯੰਗ ਲੀਡਰ ਕਰਦੇ ਨੇ। ਜਿੱਦਾਂ ਮੈਂ ਹੁਣੇ ਗੱਲ ਕੀਤੀ ਹੈ, ਕਲਾਸਰੂਮ ਡੈਮੋਨਸਟ੍ਰੇਸ਼ਨ ਕਰਨਾ ਹੁੰਦਾ, ਇੱਕ 1 ਪੇਜਰ ਉਹ ਭੇਜਦੇ ਨੇ ਆਪਣੇ ਕਲਸਟਰ ਲੈਵਲ ਤੇ। ਇੱਦਾਂ ਦੀਆਂ ਬਹੁਤ ਸਾਰੀਆਂ ਭਿੰਨ ਗਤੀਵਿਧੀਆਂ ਨੇ, ਤੁਸੀਂ ਇੱਥੇ ਦੇਖ ਸਕਦੇ ਹੋ। ਸੋ ਐਡੀਸ਼ਨਲੀ ਜਿਹੜੀ ਸਪੋਰਟ ਹੈਗੀ ਆ ਲਰਨਿੰਗ ਪਾਥ ਦੇ ਵਿੱਚ ਸਾਂਝੀ ਸਿੱਖਿਆ ਵੱਲੋਂ, ਕਿ ਇੱਕ ਹੈਗਾ ਕਿ ਡਿਜੀਟਲ ਫਰਾਈਡੇ ਨਾਂ ਦਾ ਅਸੀਂ ਇੱਕ ਪ੍ਰੋਗਰਾਮ ਲਿਖਿਆ ਸੀਗਾ ਲਾਸਟ ਈਅਰਸ ਦੇ ਵਿੱਚ, ਕਿ ਟੀਚਰ ਦੀ ਡਿਜੀਟਲ ਕੈਪੈਸਿਟੀ ਬਿਲਡਿੰਗ। ਹਰ ਫਰਾਈਡੇ ਟੀਚਰ ਆਲ ਥਰੂ ਆਊਟ ਦਾ ਡਿਸਟ੍ਰਿਕਟ ਜੁੜਦੇ ਨੇ ਤੇ ਉਹਨਾਂ ਦੀਆਂ ਡਿਜੀਟਲ ਕੈਪੈਸਿਟੀ ਬਿਲਡਿੰਗ ਦੇ ਉੱਤੇ ਸੈਸ਼ਨਸ ਹੁੰਦੇ ਸੀ। ਦੂਸਰਾ ਐਨਰੋਲਮੈਂਟ ਕੈਂਪੇਨ ਦੇ ਵਿੱਚ ਸਾਂਝੀ ਸਿੱਖਿਆ ਜਿਹੜੇ ਯੰਗ ਲੀਡਰਸ ਨੇ ਉਹ ਹੈਲਪ ਕਰਦੇ ਨੇ। ਡਿਸਟ੍ਰਿਕਟ ਲੈਵਲ ਦੀਆਂ ਗੇਮਸ, ਕਲਸਟਰ ਲੈਵਲ ਦੀਆਂ ਗੇਮਸ, ਉਹਨਾਂ ਦੇ ਵਿੱਚ ਵੀ ਸਪੋਰਟ ਕਰਦੇ ਨੇ। ਸੋ ਜਿਹੜੇ ਯੰਗ ਲੀਡਰਸ ਨੇ ਉਹ ਇੱਕ ਸਪੋਰਟ ਮੈਕੈਨਿਜ਼ਮ ਦੇ ਤੌਰ ਤੇ ਵੀ ਅਦਰ ਵਰਟੀਕਲ ਤੇ ਵੀ ਆਪਣੀਆਂ ਸੇਵਾਵਾਂ ਦਿੰਦੇ ਨੇ। ਸਭ ਤੋਂ ਜ਼ਰੂਰੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਟੀਚਰ ਡੀਮੋਟੀਵੇਟਡ ਹੈ, ਉਹਦੇ ਵਿੱਚ ਉਹ ਜਜ਼ਬਾ ਸ਼ਾਇਦ ਮਤਲਬ ਲੱਭਣਾ ਪੈਂਦਾ ਕਿ ਉਹ ਕਿੱਦਾਂ। ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਟੀਚਰ ਡੀਮੋਟੀਵੇਟਡ ਨੇ, ਮਤਲਬ ਜਦੋਂ ਇੰਨਾ ਜ਼ਿਆਦਾ ਚੈਲੰਜਸ ਹੋਣ ਤਾਂ ਖੁਦ ਬ ਖੁਦ ਇੱਕ ਡੀਮੋਟੀਵੇਸ਼ਨ ਵਾਲੀ ਜਿਹੜੀ ਭਾਵਨਾ ਪੈਦਾ ਹੋ ਜਾਂਦੀ ਹੈ। ਸੋ ਬੈਸਟ ਪ੍ਰੈਕਟਿਸਿਸ ਨੂੰ ਫੈਸਿਲੀਟੇਟ ਕਰਨਾ ਅਸੀਂ 2021 ਦੇ ਵਿੱਚ ਟਰਾਈ ਕੀਤਾ ਕਿ ਸੁਪਰ 100 ਨਾਂ ਦਾ ਪ੍ਰੋਗਰਾਮ ਫਤਿਹਗੜ੍ਹ ਸਾਹਿਬ ਦੇ ਵਿੱਚ, ਜਿਸ ਦੇ ਦੁਆਰਾ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਜਿਹੜਾ ਡਿਸਟ੍ਰਿਕਟ ਐਜੂਕੇਸ਼ਨ ਡਿਪਾਰਟਮੈਂਟ ਹੈ ਰਲ ਕੇ ਉਹਨਾਂ ਟੀਚਰਸ ਨੂੰ ਫੈਸਿਲੀਟੇਟ ਕਰੇ, ਉਹਨਾਂ ਨੂੰ ਅਵਾਰਡ ਦੇਵੇ ਕਿ ਜਿਨ੍ਹਾਂ ਦੀਆਂ ਬੈਸਟ ਪ੍ਰੈਕਟਿਸਿਸ ਨੇ, ਉਹਨਾਂ ਦੀਆਂ ਪੈਡਾਗੋਜੀਕਲ ਅਪਰੋਚ ਬਹੁਤ ਸੋਹਣੀ ਹੈਗੀ ਹੈ, ਤੇ ਉਹਨੂੰ ਡਾਕੂਮੈਂਟ ਕਰਕੇ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਸ਼ੇਅਰ ਕੀਤਾ ਜਾਵੇ। ਉਸ ਤੋਂ ਵੀ ਇਲਾਵਾ ਵੀ ਟਰਾਈਡ ਕਿ ਇਹਨੂੰ ਸਸਟੇਨ ਕਿੱਦਾਂ ਕਰ ਸਕਦੇ ਆ ਮਾਡਲ ਨੂੰ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਡਿਸਟ੍ਰਿਕਟ ਦੀ ਡਿਵੈਲਪਮੈਂਟ ਦੇ ਵਿੱਚ ਐਜੂਕੇਸ਼ਨ ਦਾ ਰੋਲ ਕੀ ਹੈ, ਤਾਂ ਡਿਸਟ੍ਰਿਕਟ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਡਿਸਟ੍ਰਿਕਟ ਆਪਣੇ ਟੀਚਰ ਨੂੰ ਫੈਸਿਲੀਟੇਟ ਕਰੇ, ਉਹਨਾਂ ਨੂੰ ਇੰਪਾਵਰ ਕਰੇ, ਉਹਨਾਂ ਨੂੰ ਮੋਟੀਵੇਟ ਕਰੇ, ਉਹਨਾਂ ਨੂੰ ਇੰਸਪਾਇਰ ਕਰੇ। ਤਾਂ ਇਸ ਤੋਂ ਵਧੀਆ ਤਰੀਕਾ ਹੋਰ ਨਹੀਂ ਸਕਦਾ ਕਿ ਜਦੋਂ ਆਪਣੇ ਡਿਸਟ੍ਰਿਕਟ ਦੇ ਟੀਚਰ ਦੀਆਂ ਬੈਸਟ ਪ੍ਰੈਕਟਿਸਿਸ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਫੈਸਿਲੀਟੇਟ ਵੀ ਕਰਦਾ, ਡਾਕੂਮੈਂਟ ਵੀ ਕਰਦਾ। ਤੇ ਪਟਿਆਲਾ ਦੇ ਵਿੱਚ ਅਸੀਂ ਇਹ ਪਿਛਲੇ 3 ਸਾਲਾਂ ਤੋਂ ਰੈਗੂਲਰਲੀ ਕਰ ਰਹੇ ਨੇ। ਵੀ ਆਰ ਟਰਾਈਂਗ ਕਿ ਅਦਰ ਡਿਸਟ੍ਰਿਕਟ ਦੇ ਵਿੱਚ ਵੀ ਇਹ ਸਸਟੇਨ ਕਰ ਜਾਵੇ ਮਾਡਲ, ਕਿ ਇਹਨੂੰ ਸਿਸਟਮ ਅਡਾਪਟ ਕਰ ਲਵੇ, ਤਾਂ ਜੋ ਟੀਚਰਸ ਦਾ ਜਿਹੜਾ ਮੋਟੀਵੇਸ਼ਨ ਦਾ ਤੇ ਇੰਸਪਾਇਰੇਸ਼ਨ ਦਾ ਜਿਹੜਾ ਮੈਕੈਨਿਜ਼ਮ ਉਹ ਬੜਾ ਸੈੱਟ ਹੋ ਜਾਵੇ। ਹੁਣ ਜਿਹੜੀ ਮੈਂ ਕਹਾਣੀ ਪਿੱਛੇ ਦੱਸੀ ਹੈ, ਜਿੰਨੀ ਵੀ ਸਟੋਰੀ, ਕਿ ਇਹ ਸਾਡਾ ਲਰਨਿੰਗ ਪਾਥ ਦਾ ਜਿਹੜਾ ਜਿੰਨਾ ਵੀ ਪੰਧ ਹੈਗਾ ਇਹ ਦਿਖਦਾ ਇੱਦਾਂ, ਬਟ ਇਹ ਇੰਨਾ ਨਾ ਆਸਾਨ ਨਹੀਂ ਹੈਗਾ। ਮੈਂ ਜਿੱਦਾਂ ਹੁਣ ਇੰਨਾ ਆਸਾਨੀ ਨਾਲ ਇਹ ਦੱਸ ਦਿੱਤਾ ਹੈਗਾ, ਇਹਦੇ ਪਿੱਛੇ ਸਾਡੇ 5-6 ਸਾਲਾਂ ਦੀ ਮਿਹਨਤ ਹੈਗੀ ਆ। ਸੋ 6 ਸਾਲ ਹੋ ਗਏ ਨੇ ਸਾਂਝੀ ਸਿੱਖਿਆ ਨੂੰ ਕੰਮ ਕਰਦੇ ਹੋਏ। ਰਾਈਟ ਨਾਓ ਵੀ ਆਰ ਵਰਕਿੰਗ ਦਾ 4 ਡਿਸਟ੍ਰਿਕਟ। ਤੇ ਜਦੋਂ ਸਭ ਤੋਂ ਪਹਿਲਾਂ ਅਸੀਂ ਫਤਿਹਗੜ੍ਹ ਸਾਹਿਬ ਦੇ ਵਿੱਚ ਇਹਨੂੰ ਇੰਟਰੋਡਿਊਸ ਲਰਨਿੰਗ ਪਾਥ ਨੂੰ ਜਾਂ ਕਲਸਟਰ ਅਕੈਡਮਿਕ ਮੀਟਿੰਗ ਨੂੰ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੋਸਟਲੀ ਇਹਦੀ ਐਕਸੈਪਟੈਂਸ ਬਹੁਤ ਜ਼ੀਰੋ ਸੀਗੀ, ਕਿਉਂਕਿ ਡਿਸਟ੍ਰਿਕਟ ਲੀਡਰਸ਼ਿਪ ਦਾ ਵੀ ਇਹ ਕਹਿਣਾ ਸੀਗਾ
ਤੇ ਕਿ ਤੁਸੀਂ ਕਰ ਲਓ, ਬਟ ਇਹਦੇ ਨਾਲ ਨਿਕਲਣਾ ਕੁਛ ਨਹੀਂ, ਕਿਉਂਕਿ ਇਹਦੇ ਨਾਲ ਤੁਸੀਂ ਆਪਣਾ ਵੀ ਟਾਈਮ ਵੇਸਟ ਕਰੋਗੇ, ਸਾਡਾ ਵੀ। ਇਸ ਤੋਂ ਵੀ ਹੈਗਾ ਕਿ ਇਹ ਮਾਡਲ ਨਹੀਂ ਕੰਮ ਕਰੇਗਾ, ਇਹ ਕਿਉਂਕਿ ਟੀਚਰਸ ਇਹਨੂੰ ਸਪੋਰਟ ਨਹੀਂ ਕਰਨਗੇ। ਬਹੁਤ ਸਾਰੇ ਚੈਲੰਜਸ ਸਾਨੂੰ ਦੇਖਣੇ ਪਏ, ਈਵਨ ਵਿਦ ਮੈਨੀ ਟਾਈਮ ਅਸੀਂ ਇਹਨੂੰ ਬਹੁਤ ਵਧੀਆ ਪਲਾਨ ਕਰਕੇ ਲੈ ਕੇ ਜਾਣਾ, ਅਸੀਂ ਫੇਲ ਹੋਣਾ। ਖੁਦ ਮੇਰੇ ਨਾਲ ਬਹੁਤ ਸਾਰੇ ਇੰਸੀਡੈਂਟ ਹੋਏ ਨੇ ਕਿ ਅਸੀਂ ਕੈਂਪ ਦਾ ਪਲਾਨ ਕਰਕੇ ਲੈ ਕੇ ਜਾਣਾ ਤੇ ਉੱਥੋਂ ਜਾ ਕੇ ਸਾਨੂੰ ਮਿਲਣਾ ਕਿ ਯਾਰ ਇਹ ਤੁਸੀਂ ਕਿੱਥੇ ਸਾਨੂੰ ਬਿਠਾ ਲਿਆ, ਇਹ ਨਹੀਂ ਅਸੀਂ ਗੱਲ ਕਰਨੀ। ਸੋ ਪ੍ਰੋਬਲਮ ਇਹ ਸੀਗੀ ਕਿ ਸਭ ਤੋਂ ਪਹਿਲਾਂ ਕਿ ਡਿਸਟ੍ਰਿਕਟ ਦੀ ਐਕਸੈਪਟੈਂਸ ਆ ਜਿਹੜੀ, ਉਹਨੂੰ ਸਾਨੂੰ ਬਹੁਤ ਟਾਈਮ ਲੱਗਿਆ। ਬਟ ਵਿਦ ਦਾ ਰਿਗਰ ਕਿ ਇਨੀਸ਼ੀਅਲ ਰੈਜ਼ਿਸਟੈਂਸ ਵੀ ਰਹੀ, ਤਾਂ ਅਸੀਂ ਲੱਗੇ ਰਹੇ ਵਿਦ ਦਾ ਕਮਿਟਮੈਂਟ ਕਿ ਉਹ ਅਸੀਂ ਟਰਾਈ ਕੀਤਾ ਕਿ ਇਹਨੂੰ ਕਰਨਾ ਹੈ। ਬਟ ਹੁਣ ਮੈਂ ਬੜੀ ਖੁਸ਼ੀ ਨਾਲ ਕਹਿ ਸਕਦਾ ਕਿ ਚਾਰੋਂ ਡਿਸਟ੍ਰਿਕਟ ਦੇ ਵਿੱਚ ਕਲਸਟਰ ਕੈਟਰਿੰਗ ਮੀਟਿੰਗ ਹੋ ਰਹੀਆਂ ਨੇ। ਈਵਨ ਜਦੋਂ ਡਿਸਪਾਈਟ ਕਿ ਸਭ ਤੋਂ ਜਿਹੜਾ ਪਟਿਆਲਾ ਸੀਗਾ, ਜਿੱਥੇ ਬੜਾ ਪਹਿਲਾਂ ਚੈਲੰਜ ਸੀਗਾ ਕਿ ਕਲਸਟਰ ਕੈਟਰਿੰਗ ਮੀਟਿੰਗ ਨਹੀਂ ਹੋ ਰਹੀਆਂ, ਤਾਂ ਜਦੋਂ ਉੱਥੋਂ ਦੇ ਛੋਟੇ ਇੰਪੈਕਟ ਜਾਂ ਜਿਹੜੇ ਸਮਾਲ ਮਾਈਕਰੋ ਜਿਹੜੇ ਸ਼ਿਫਟ ਦਿਖਣੇ ਸ਼ੁਰੂ ਹੋਏ ਡਿਪਾਰਟਮੈਂਟ ਨੂੰ, ਜਦੋਂ ਕਿ ਇਸ ਚੀਜ਼ ਦਾ ਫਾਇਦਾ ਹੋ ਰਿਹਾ ਹੈ, ਟੀਚਰ ਆਪਣੀ ਬੈਸਟ ਪ੍ਰੈਕਟਿਸਿਸ ਲੈ ਕੇ ਆ ਰਹੇ ਨੇ, ਪ੍ਰੋਬਲਮ ਸੋਲਵਿੰਗ ਹੋ ਰਹੀ ਹੈ ਉੱਥੇ। ਤੋ ਪਟਿਆਲਾ ਡਿਸਟ੍ਰਿਕਟ ਇਹ ਜਿਹਾ ਪਹਿਲਾ ਡਿਸਟ੍ਰਿਕਟ ਬਣਿਆ ਜਿੱਥੋਂ ਦੇ ਡਿਪਟੀ ਡੀਓ ਨੇ ਆਪ ਰੀਚ ਆਊਟ ਕੀਤਾ ਕਿ ਇਸ ਸਾਰੇ ਲਰਨਿੰਗ ਪਾਥ ਨੂੰ, ਕਲਸਟਰ ਅਕੈਡਮਿਕ ਮੀਟਿੰਗ ਨੂੰ ਅਸੀਂ ਸਕੇਲ ਕਰਾਂਗੇ, ਸਾਰੇ ਡਿਸਟ੍ਰਿਕਟ ਦੇ ਵਿੱਚ ਸਾਰੇ ਕਲਸਟਰ ਦੇ ਨਾਲ ਕਰਾਂਗੇ। ਸੋ ਇਹ ਪਟਿਆਲਾ ਡਿਸਟ੍ਰਿਕਟ ਸਾਡਾ ਪਹਿਲਾ ਹੈਗਾ, ਜਿੱਥੇ ਤੁਸੀਂ ਲਾਸਟ ਸਾਂਝਾ ਸਫ਼ਰ ਦੇ ਵਿੱਚ ਵੀ ਇਹਦੇ ਬਾਰੇ ਸੁਣਿਆ ਹੋਏਗਾ। ਸੋ ਡਿਊਰਿੰਗ ਦਿਸ ਫੇਜ਼ ਇਹਦੇ ਵਿੱਚ ਟੀਚਰਸ ਦੀ, ਸਟੇਕ ਹੋਲਡਰ ਦੀ ਕਪੈਸਿਟੀ ਤਾਂ ਬਿਲਡ ਹੋਈ ਹੈ, ਸਾਂਝੀ ਸਿੱਖਿਆ ਦੀ ਆਪਣੀ ਕਪੈਸਿਟੀ, ਸਕਿੱਲ ਸੈਟ ਵੀ ਇੰਪਰੂਵ ਹੋਇਆ। ਸਾਨੂੰ ਪਤਾ ਲੱਗਿਆ ਕਿਹੜੀਆਂ ਚੀਜ਼ਾਂ ਕੰਮ ਕਰਦੀਆਂ, ਕਿਹੜੀਆਂ ਨਹੀਂ ਕੰਮ ਕਰਦੀਆਂ। ਤੋ ਸਾਡਾ ਸਿਸਟਮ ਵੀ ਸਟਰੈਂਥਨ ਹੋਇਆ, ਤੇ ਉਹਦੇ ਲਈ ਅਸੀਂ ਕਿਹੜੇ ਟੂਲ ਯੂਜ਼ ਕਰਦੇ ਪਏ ਆ, ਕਿੱਦਾਂ ਆਪਣੀ ਕਪੈਸਿਟੀ ਬਿਲਡ ਕਰਦੇ ਆ, ਉਹਦੇ ਤੇ ਅੱਗੇ ਆਪਾਂ ਗੱਲ ਕਰਾਂਗੇ। ਤੇ ਹੁਣ ਤੱਕ ਅਸੀਂ 607 ਜਿਹੜੀਆਂ ਨੰਬਰ ਆਫ ਕੈਂਪਸ ਟਿਲ ਨਾਓ ਅਸੀਂ ਕਰਵਾ ਚੁੱਕੇ ਹਾਂ। ਤੇ ਰੀਸੈਂਟਲੀ ਜਿਹੜਾ ਕੰਪੀਟੈਂਸੀ ਐਨਹਾਂਸਮੈਂਟ ਪਲਾਨ ਹੈ ਸਟੇਟ ਵੱਲੋਂ ਆਇਆ ਹੋਇਆ ਸੀ, ਉਹਦੇ ਵਿੱਚ ਪਿਛਲੇ 3 ਮਹੀਨਿਆਂ ਤੋਂ ਰੈਗੂਲਰਲੀ ਚਾਰੋਂ ਡਿਸਟ੍ਰਿਕਟ ਦੇ ਵਿੱਚ ਕਲਸਟਰ ਅਕੈਡਮਿਕ ਮੀਟਿੰਗ ਵੀਕਲੀ ਹੋ ਰਹੀਆਂ ਨੇ। ਤੇ ਇਹ ਸਟੇਟ ਦੀ ਅਪਰੋਚ ਦੇ ਨਾਲ, ਸਿਸਟਮ ਦੇ ਨਾਲ, ਉਹਨਾਂ ਦੀ ਸਹਾਇਤਾ ਦੇ ਨਾਲ ਹੋ ਰਹੀਆਂ ਨੇ। ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਆ ਕੇ ਇਸ CEP ਉੱਤੇ ਕਲਸਟਰ ਲੈਵਲ ਮੀਟਿੰਗ ਕਰਵਾਓ। ਸੋ ਇਹ ਸਾਡੇ ਲਈ ਵੀ ਖੁਸ਼ੀ ਦੀ ਗੱਲ ਹੈ। ਕੁਝ ਨਿਊ ਇਨੀਸ਼ੀਏਟਿਵਸ ਨੇ ਜਿਹੜੇ ਅਸੀਂ ਕਰਨ ਜਾ ਰਹੇ ਹਾਂ ਲਰਨਿੰਗ ਪਾਥ ਦੇ ਵਿੱਚ, ਕਿ TSR, ਜਦੋਂ ਮੈਂ ਗੱਲ ਕਰਦਾ ਹਾਂ ਕਿ ਟੀਚਰ ਪ੍ਰੋਫਾਈਲਿੰਗ ਦੀ, ਕਿ ਟੀਚਰ ਨੂੰ ਦਾ ਸਪੋਰਟ ਮੈਕੈਨਿਜ਼ਮ ਹੋਰ ਸਟਰੈਂਥਨ ਕਿੱਦਾਂ ਹੋਵੇ, ਪਹਿਲਾਂ ਟੀਚਰ ਨੂੰ ਕਸਟਮਾਈਜ਼ ਪਲਾਨ ਕਿੱਦਾਂ ਹੋਣ, ਤਾਂ ਉਹਦੇ ਲਈ ਟੀਚਰ ਸੈਲਫ ਅਸੈਸਮੈਂਟ ਰੂਬਰਿਕ, ਜਿਹੜਾ ਕਿ ਹਾਲੇ ਤੱਕ NCERT ਨੇ ਲਾਗੂ ਬਣਾਇਆ ਸੀ, ਬਟ ਹਲੇ ਲਾਗੂ ਨਹੀਂ ਹੋਇਆ ਕਿਸੇ ਵੀ ਸਟੇਟ ਦੇ ਵਿੱਚ। ਸੋ ਵੀ ਆਰ ਟਰਾਈਂਗ ਕਿ ਉਹ ਡਿਸਟ੍ਰਿਕਟ ਲੈਵਲ ਤੇ ਅਸੀਂ ਲੈ ਕੇ ਜਾਈਏ ਤੇ ਫਿਰ ਇਹਨੂੰ ਇੰਸਟੀਟਿਊਸ਼ਨਲਾਈਜ਼ ਕਰੀਏ, ਜਿਹੜਾ TSR ਜਿਹੜਾ ਰੂਬਰਿਕ ਹੈਗਾ। ਦੂਸਰਾ ਕਿ ਅਸੀਂ ਮੋਨੀਟਰਿੰਗ ਐਂਡ ਐਵੋਲੂਸ਼ਨ ਦੇ ਵਿੱਚ ਬਹੁਤ ਸਾਰੇ ਟੂਲਸ ਲੈ ਕੇ ਆਏ। ਪਹਿਲਾਂ ਬਹੁਤ ਸਾਰੇ ਡਾਕੂਮੈਂਟੇਸ਼ਨ ਸਾਡੀ ਮੈਨੂਅਲੀ ਹੁੰਦੀ ਸੀ, ਉਹਦੇ ਬੜੀ ਚੈਲੰਜਸ ਸੀਗੇ। ਅਸੀਂ ਕੋਬੋ ਟੂਲ ਕਸਟਮਾਈਜ਼ ਲੈ ਕੇ ਆਏ ਹਾਂ, ਤੇ ਪਾਵਰ BI ਡੈਸ਼ਬੋਰਡ ਹੈ ਜਿਹੜਾ, ਜਿੱਤੇ ਤੇ ਅਸੀਂ ਕੰਮ ਕਰਦੇ ਪਏ ਹਾਂ। ਤੋਂ ਅੱਗੇ ਵਧਣ ਤੋਂ ਪਹਿਲਾਂ ਮੈਂ ਹੁਣ ਇੱਕ ਛੋਟੀ ਜਿਹੀ ਸਟੋਰੀ ਮੈਂ ਕਹਾਂਗਾ ਆਪਣੇ ਸਾਥੀ ਅਮਨ ਨੂੰ। ਉਹ ਸਾਡੇ ਯੰਗ ਲੀਡਰ ਨੇ, ਉਹਨਾਂ ਦੀ ਲਰਨਿੰਗ ਪਾਥ ਦੀ ਇੱਕ ਸਟੋਰੀ ਹੈ, ਉਹਨਾਂ ਨੂੰ ਮੈਂ ਕਹਾਂਗਾ ਕਿ ਸਾਂਝਾ ਕਰਨ। ਅਮਨ, ਓਵਰ ਟੂ ਯੂ। ਥੈਂਕ ਯੂ ਰੁਪਿੰਦਰ ਭਾਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਅਮਨਦੀਪ ਸਿੰਘ ਹੈ ਤੇ ਮੈਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਬਲਾਕ ਦੇ ਵਿੱਚ ਕੰਮ ਕਰ ਰਿਹਾ। ਤੇ ਲਾਸਟ ਈਅਰ ਜਦੋਂ ਮੈਂ ਫਸਟ ਟਾਈਮ ਸਕੂਲਾਂ ਦੀ ਵਿਜ਼ਿਟ ਕੀਤੀ, ਤਾਂ ਸਭ ਤੋਂ ਪਹਿਲੇ ਦਿਨ ਮੈਂ ਬਸੀ 3 ਸਕੂਲ ਦੇ ਵਿੱਚ ਗਿਆ, ਗਵਰਨਮੈਂਟ ਐਲੀਮੈਂਟਰੀ ਸਕੂਲ ਬਸੀ 3। ਤੇ ਜਦੋਂ ਮੈਂ ਸਕੂਲ ਦੇ ਵਿੱਚ ਐਂਟਰ ਕਰ ਰਿਹਾ ਸੀਗਾ, ਤਾਂ ਮੈਂ HD ਮੈਮ ਦੇ ਆਫਿਸ ਵੱਲ ਨੂੰ ਜਾ ਰਿਹਾ ਸੀ। ਤਾਂ ਰਸਤੇ ਦੇ ਵਿੱਚ ਮੈਂ ਬੱਚਿਆਂ ਦਾ ਥੋੜਾ ਸ਼ੋਰ ਮੈਨੂੰ ਸੁਣਾਈ ਦਿੱਤਾ, ਕਿ ਬੱਚੇ ਜਿਹੜੇ ਆ ਉਹ ਚੀਅਰ ਅਪ ਕਰ ਰਹੇ ਸੀ, ਜਾਂ ਜਿਹੜਾ ਮਤਲਬ ਬਹੁਤ ਉੱਚੀ ਆਵਾਜ਼ ਦੇ ਵਿੱਚ ਹੈ ਨਾ ਬੱਚੇ, ਤਾਂ ਉੱਥੇ ਪ੍ਰੈਕਟਿਸ ਚੱਲ ਰਹੀ ਸੀ ਗੇਮਸ ਦੀ। ਤਾਂ ਮਤਲਬ ਮੈਂ HD ਆਫਿਸ ਦੇ ਵਿੱਚ ਨਹੀਂ ਗਿਆ, ਤੇ ਮੈਂ ਸਿੱਧਾ ਜਿਹੜਾ ਉਹਨਾਂ ਬੱਚਿਆਂ ਦੇ ਵੱਲ ਹੀ ਚਲਿਆ ਗਿਆ। ਤੇ ਉੱਥੇ ਜਦੋਂ ਮੈਂ ਜਾ ਕੇ ਦੇਖਿਆ, ਤਾਂ ਉੱਥੇ ਜਿਹੜੇ ਨੇਗੇ ਦੌੜਾਂ ਲੱਗ ਰਹੀਆਂ ਸੀ ਬੱਚਿਆਂ ਦੀਆਂ, ਤੇ ਗੇਮਸ ਦੀ ਪ੍ਰੈਕਟਿਸ ਚੱਲ ਰਹੀ ਸੀ। ਤੇ ਉੱਥੇ ਇੱਕ ਬੱਚਾ ਜਿਹਦੀ ਪਿਕਚਰ ਤੁਸੀਂ ਦੇਖ ਪਾ ਰਹੇ ਹੋ, ਇਹ ਬੱਚਾ ਤਨਵੀਰ ਸਿੰਘ, ਜੋ ਬਾਕੀ ਬੱਚਿਆਂ ਤੋਂ ਬਹੁਤ ਲੰਮੇ ਫਾਸਲੇ ਨਾਲ ਅੱਗੇ ਭੱਜਿਆ ਆ ਰਿਹਾ ਸੀ। ਤੇ ਸਾਰੇ ਬੱਚੇ ਧੰਨਾ 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 ਜਿਹੜਾ ਉੱਚੀ ਉੱਚੀ ਬੋਲ ਰਹੇ ਸੀ।
ਤੇ ਮੈਂ ਜਦੋਂ ਜਿਹੜੇ ਮੈਮ ਉੱਥੇ ਬੱਚਿਆਂ ਦੇ ਨਾਮ ਲਿਖ ਰਹੇ ਸੀ, ਮੈਂ ਉਹਨਾਂ ਮੈਮ ਦੇ ਕੋਲ ਗਿਆ ਤਾਂ ਉਹ ਮੈਮ ਥੋੜੇ ਪਜਲ ਹੋਏ ਬੈਠੇ ਸੀ। ਮੈਂ ਮੈਮ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਸਰ, ਜੋ ਇਹ ਬੱਚਾ ਤਨਵੀਰ ਆ, ਇਹ ਬੱਚਾ 3 ਗੇਮਾਂ ਦੇ ਵਿੱਚ ਬਹੁਤ ਵਧੀਆ ਜਿਹੜਾ ਪਰਫਾਰਮ ਕਰਦਾ, ਬਟ ਸਾਨੂੰ ਜਿਹੜਾ ਗਾ ਇੱਕ ਬੱਚਾ ਗਾ ਜਿਹੜਾ ਉਹ 2 ਗੇਮਾਂ ਦੇ ਵਿੱਚ ਹੀ ਪਾਰਟਿਸਿਪੇਟ ਕਰ ਸਕਦਾ ਗਾ, ਤੇ ਇਹ ਬੱਚਾ 3 ਗੇਮਾਂ 'ਚ ਬੈਸਟ ਆ ਤੇ ਅਸੀਂ ਚੂਜ਼ ਨਹੀਂ ਕਰ ਪਾ ਰਹੇ ਕਿ ਇਹਨੂੰ ਕਿਹੜੀਆਂ 2 ਗੇਮਾਂ ਦੇ ਵਿੱਚ ਰੱਖਿਆ ਜਾਵੇ। ਤਾਂ ਮਤਲਬ ਮੈਨੂੰ ਬੜੀ ਹੈਰਾਨੀ ਹੋਈ ਕਿ ਬੱਚਾ ਕੋਈ ਹੈ ਨਾ, ਮਤਲਬ ਕਿ 3 ਗੇਮਾਂ ਦੇ ਵਿੱਚ ਬੈਸਟ ਆ ਤੇ 2 ਗੇਮਾਂ ਦੇ ਵਿੱਚ ਸਿਲੈਕਟ ਨਹੀਂ ਕਰ ਪਾ ਰਹੇ ਟੀਚਰ, ਹੈ ਨਾ। ਤੇ ਉਸ ਤੋਂ ਬਾਅਦ ਮੈਂ ਐਚਟੀ ਮੈਮ ਦੇ ਆਫਿਸ ਦੇ ਵਿੱਚ ਗਿਆ। ਉੱਥੇ ਥੋੜੀ ਫਸਟ ਸਾਡੀ ਮੀਟਿੰਗ ਸੀ ਤੇ ਇੰਟਰੋਡਕਸ਼ਨ ਤੋਂ ਬਾਅਦ ਥੋੜੀਆਂ ਗੱਲਾਂ ਬਾਤਾਂ ਹੋਈਆਂ ਤੇ ਉਸ ਤੋਂ ਬਾਅਦ ਮੈਂ ਇਸ ਬੱਚੇ ਬਾਰੇ ਮੈਮ ਨੂੰ ਪੁੱਛਿਆ ਕਿ ਮੈਮ, ਬਾਹਰ ਇੱਕ ਬੱਚਾ ਗਾ ਨਾ ਇਸ ਤਰੀਕੇ ਨਾਲ, ਤੇ ਮਤਲਬ ਧੰਨਾ ਹੀ ਬੋਲਿਆ ਮੈਂ ਵੀ, ਕਿ ਧੰਨਾ ਬੋਲ ਰਹੇ ਸੀ ਹੈ ਨਾ ਬੱਚੇ, ਤੇ ਉਹ ਇੰਨਾ ਵਧੀਆ ਪਰਫਾਰਮ ਕਰਦਾ ਹੈ ਨਾ ਕਿ ਇੱਦਾਂ ਦੇ ਬੱਚੇ ਮੈਨੂੰ ਦੇਖ ਕੇ ਬੜੀ ਮਤਲਬ ਹੈਰਾਨੀ ਹੋਈ ਕਿ ਕੋਈ ਬੱਚਾ ਇੱਦਾਂ ਇਹ ਪਰਫਾਰਮ ਕਰ ਸਕਦਾ। ਤਾਂ ਮੈਮ ਨੇ ਦੱਸਿਆ ਕਿ ਸਰ, ਆਪਣੇ ਸਕੂਲ ਦੇ ਬੈਕ ਸਾਈਡ ਦੇ ਉੱਤੇ ਇੱਕ ਕੋਠੀ ਆ, ਜੋ NRIਆਂ ਦੀ ਕੋਠੀ ਆ, ਤੇ ਤਨਵੀਰ ਦੀ ਜੋ ਫੈਮਿਲੀ ਆ ਉਹ ਉਸ ਘਰ ਨੂੰ ਸੰਭਾਲਦੀ ਆ ਤੇ ਉਹਦੀ ਦੇਖ ਰੇਖ ਕਰਦੇ ਆ, ਉਸ ਕਰਦੀ ਆ ਨਾ। ਤੇ ਇਹਦੇ ਪਾਪਾ ਨੇ ਜੋ ਲੇਬਰ ਕਰਦੇ ਆ ਤੇ ਮੰਮੀ ਹਾਊਸ ਵਾਈਫ ਨੇ। ਤੇ ਉਹਨਾਂ ਨੇ ਕਿਹਾ ਕਿ ਸਰ, ਇਹ ਬੱਚਾ ਜੋ ਹਰ ਵਾਰ ਜੋ ਮੈਡਲ ਲੈ ਕੇ ਆਉਂਦਾ ਗਾ ਹੈ ਨਾ, ਬਲਾਕ ਲੈਵਲ ਤੇ ਵੀ, ਤੇ ਬਟ ਇਹ ਬੱਚਾ ਇੱਕ ਬਹੁਤ ਮਤਲਬ ਇੱਕ ਚੈਲੰਜ ਫੇਸ ਕਰ ਰਿਹਾ ਕਾਫੀ ਟਾਈਮ ਤੋਂ, ਤੇ ਇਹਦੇ ਪੇਰੈਂਟਸ ਨੇ ਉਹ ਵੀ ਡਿਸਅਪੋਇੰਟਡ ਨੇ ਇਸ ਚੀਜ਼ ਨੂੰ ਲੈ ਕੇ। ਤੇ ਮੈਂ ਵੀ ਉਸ ਚੀਜ਼ ਤੋਂ ਸੈਟੀਸਫਾਈਡ ਫੀਲ ਨਹੀਂ ਕਰਦੀ ਕਿ ਇਹ ਬੱਚਾ ਪੰਜਾਬੀ ਨਹੀਂ ਪੜ੍ਹ ਪਾਉਂਦਾ, ਨਾ ਪੰਜਾਬੀ ਪੜ੍ਹ ਪਾਉਂਦਾ, ਨਾ ਪੰਜਾਬੀ ਲਿਖ ਪਾਉਂਦਾ। ਤੇ ਬਟ ਇਹ ਬੱਚੇ ਦੀ ਕੁਆਲਿਟੀ ਇਹ ਆ ਕਿ ਇਹ ਨੰਬਰਸ ਦੇ ਵਿੱਚ ਬਹੁਤ ਵਧੀਆ ਗਾ। ਇਹ ਵਿਦਆਊਟ ਯੂਜ਼ਿੰਗ ਪੈਨ ਪੇਪਰ, ਇਹ ਮਤਲਬ ਫਿੰਗਰਸ ਦੇ ਨਾਲ ਹੀ ਜਿਹੜੀਆਂ ਕੈਲਕੂਲੇਸ਼ਨਸ ਨੇ ਉਹ ਕਰ ਲੈਂਦਾ ਗਾ। ਪਹਾੜੇ ਇਹ 20 ਤੱਕ ਪੜ੍ਹਦਾ ਗਾ, ਬਟ ਇਹਨੂੰ ਪੰਜਾਬੀ ਪੜ੍ਹਨ ਦੇ ਵਿੱਚ ਪ੍ਰੋਬਲਮ ਆ। ਇਹ ਮਹਾਰਨੀ ਨਹੀਂ ਪੜ੍ਹ ਪਾਉਂਦਾ, ਇਹਨੂੰ ਸਿਹਾਰੀ ਬਿਹਾਰੀ ਦਾ ਨਹੀਂ ਪਤਾ ਲੱਗਦਾ, ਤੇ ਟਿੱਪੀ ਬਿੰਦੀ ਮਤਲਬ ਇਹਨੂੰ ਬਹੁਤ ਜ਼ਿਆਦਾ ਚੈਲੰਜ ਹੈ ਇਸ ਚੀਜ਼ ਨੂੰ ਲੈ ਕੇ। ਤੇ ਉਸ ਤੋਂ ਬਾਅਦ ਅਸੀਂ ਇਹਦੇ ਬਾਰੇ ਥੋੜੀ ਹੋਰ ਗੱਲ ਕਰੀ ਕਿ ਹੋਰ ਕੀ ਕੀ ਕਰਦਾ ਗਾ, ਜਾਂ ਮੈਮ ਨੇ ਕਿਹੜੀਆਂ ਕਿਹੜੀਆਂ ਪ੍ਰੈਕਟਿਸ ਨੇ ਜਿਹੜੀਆਂ ਉਹ ਕਰੀਆਂ ਨੇ। ਮੈਂ ਜਦੋਂ ਵੀ ਉਸ ਸਕੂਲ ਦੇ ਵਿੱਚ ਜਾਣਾ ਇਹਦੇ ਬਾਰੇ ਜ਼ਰੂਰ ਗੱਲ ਕਰਨੀ। ਉਸ ਤੋਂ ਬਾਅਦ ਫਿਰ ਅਸੀਂ ਕਲਸਟਰ ਅਕੈਡਮਿਕ ਮੀਟਿੰਗ ਕਰਾਈ ਤੇ ਉਸ ਮੀਟਿੰਗ ਦੇ ਵਿੱਚ ਹੋਰ ਵੀ ਕਾਫੀ ਬੱਚਿਆਂ ਬਾਰੇ ਬਾਕੀ ਟੀਚਰ ਨੇ ਵੀ ਸ਼ੇਅਰਿੰਗ ਕੀਤੀ, ਤੇ ਮੈਡਮ ਨੇ ਇਸ ਬੱਚੇ ਦੀ ਫਿਰ ਤੋਂ ਗੱਲ ਕਰੀ, ਕਿਉਂਕਿ ਬਾਕੀ ਟੀਚਰ ਵੀ ਇਸ ਬੱਚੇ ਨੂੰ ਜਾਣਦੇ ਸੀ। ਇਹ ਥੋੜਾ ਫੇਮਸ ਬੱਚਾ ਗਾ ਨਾ ਗੇਮਸ ਕਰਕੇ। ਤੇ ਤੇ ਉਸ ਤੋਂ ਬਾਅਦ ਬਾਕੀ ਟੀਚਰ ਨੇ ਜਦੋਂ ਇਸ ਬੱਚੇ ਦੇ ਬਾਰੇ ਸੁਣੀ ਗੱਲ, ਤਾਂ ਉਹਨਾਂ ਨੇ ਆਪਣੇ ਵੀ ਕੁਝ ਵਿਊ ਪੁਆਇੰਟ ਰੱਖੇ। ਉਹਨਾਂ ਨੇ ਦੱਸਿਆ ਕਿ ਹੋਰ ਮੈਮ ਤੁਸੀਂ ਕੀ ਕੀ ਕਰ ਸਕਦੇ ਹੋ ਹਨਾ ਇਸ ਬੱਚੇ ਦੇ ਲਈ। ਜਿੱਦਾਂ ਉਹਨਾਂ ਨੇ ਕਿਹਾ ਕਿ ਫਲੈਸ਼ ਕਾਰਡ ਯੂਜ਼ ਕਰ ਸਕਦੇ ਹੋ ਤੁਸੀਂ, ਜਾਂ ਪੋਇਟਰੀ ਹੈ ਜਿਹੜੀ ਉਹ ਗਵਾ ਸਕਦੇ ਹੋ ਬੱਚਿਆਂ ਤੋਂ, ਹਨਾ ਕਿ ਉਹ ਸਿੰਗਿੰਗ ਕਰਨਾ ਬੁੱਕ ਹੱਥ ਦੇ ਵਿੱਚ ਫੜ ਕੇ, ਜਾਂ ਸਮਾਲ ਗਰੁੱਪ ਦੇ ਵਿੱਚ ਲਿਆ ਕੇ ਬੱਚਿਆਂ ਨੂੰ ਕਰਵਾ ਸਕਦੇ ਹੋ। ਤੇ ਇਸ ਬੱਚੇ ਦੇ ਉੱਤੇ ਮੈਮ ਨੇ ਫਿਰ ਹੋਰ ਵੀ ਕਾਫੀ ਜਿਹੜੀਆਂ ਨੇਗੀਆਂ ਪ੍ਰੈਕਟਿਸ ਕਰੀਆਂ, ਬਟ ਨਹੀਂ, ਇਹ ਕੈਚ ਨਹੀਂ ਸੀ ਕਰ ਪਾ ਰਿਹਾ। ਤੇ ਮੈਂ ਜਦੋਂ ਵੀ ਜਾਣਾ ਫਿਰ ਤੋਂ ਇਹ ਬੱਚੇ ਬਾਰੇ ਜ਼ਰੂਰ ਗੱਲਬਾਤ ਹੋਣੀ ਹੈ ਨਾ, ਇੱਕ ਵੱਡਾ ਚੈਲੰਜ ਸਾਨੂੰ ਲੱਗਿਆ। ਤੇ ਉਸ ਤੋਂ ਬਾਅਦ ਸੈਕਿੰਡ ਕੈਂਪ ਦੇ ਵਿੱਚ ਫਿਰ ਤੋਂ ਗੱਲ ਚੱਲੀ, ਤਾਂ ਫਿਰ ਉੱਥੇ ਡਿਸਕਸ਼ਨ ਦੇ ਵਿੱਚ ਨਿਕਲ ਕੇ ਆਇਆ ਕਿ ਜਦੋਂ ਇਹ ਬੱਚਾ ਨੰਬਰਸ ਦੇ ਵਿੱਚ ਇੰਨਾ ਚੰਗਾ ਗਾ, ਕੈਲਕੂਲੇਸ਼ਨਸ ਇੰਨੀਆਂ ਵਧੀਆ ਨੇ, ਤਾਂ ਕਿਉਂ ਨਾ ਇਸ ਬੱਚੇ ਨੂੰ ਮੈਥੇਮੈਟਿਕਸ ਦੇ ਜ਼ਰੀਏ ਹੀ ਜਿਹੜਾ ਪੰਜਾਬੀ ਤੇ ਕੰਮ ਕੀਤਾ ਜਾਵੇ। ਤਾਂ ਉਸ ਤੋਂ ਬਾਅਦ ਫਿਰ ਅਸੀਂ ਕੀ ਕਰਿਆ, ਕਲਾਸ ਦੇ ਵਿੱਚ ਜਾ ਕੇ ਇਹਨੂੰ ਕਿਹਾ ਕਿ ਠੀਕ ਆ, ਅਗਰ ਤੈਨੂੰ ਪੰਜਾਬੀ ਦੇ ਵਿੱਚ ਹੈਜ਼ੀਟੇਸ਼ਨ ਫੀਲ ਹੁੰਦੀ ਆ, ਨਹੀਂ ਪੰਜਾਬੀ ਸਮਝ ਆਉਂਦੀ, ਤਾਂ ਆਪਾਂ ਪੰਜਾਬੀ ਦੀ ਬੁੱਕ ਕੁਝ ਟਾਈਮ ਲਈ ਸਾਈਡ ਤੇ ਕਰ ਦਿੰਦੇ ਆ ਤੇ ਆਪਾਂ ਮੈਥ ਹੀ ਪੜਾਂਗੇ। ਤੇ ਉਸ ਤੋਂ ਬਾਅਦ ਅਸੀਂ ਇਹਨੂੰ ਮੈਥ ਹੀ ਕਰਾਉਣਾ ਸ਼ੁਰੂ ਕੀਤਾ। ਤੇ ਮੈਥ ਦੀਆਂ ਜਿੱਦਾਂ ਸਟੇਟਮੈਂਟਸ ਹੁੰਦੀਆਂ ਨੇ, ਫੋਰ ਐਗਜ਼ਾਮਪਲ ਕਿ ਇੱਕ ਟੋਕਰੀ ਵਿੱਚ 30 ਸੇਬ ਹਨ, ਜਿਨ੍ਹਾਂ ਵਿੱਚੋਂ 10 ਸੇਬ ਖਰਾਬ ਨਿਕਲੇ ਤਾਂ ਬਾਕੀ ਕਿੰਨੇ ਬਚੇ। ਤਾਂ ਫਿਰ ਇਹਨੂੰ ਕਿਹਾ ਕਿ ਅਗਰ ਮੈਥ ਵੀ ਕਰਨਾ ਗਾ ਤੂੰ ਹਨਾ, ਤਾਂ ਜਿਹੜਾ ਗਾ ਸਟੇਟਮੈਂਟ ਤਾਂ ਪੜ੍ਹਨੀਆਂ ਪੈਣਗੀਆਂ। ਤਾਂ ਇਹ ਬੱਚੇ ਨੇ ਹੌਲੀ 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 ਜਿਹੜਾ ਗਾ ਉਸ ਚੀਜ਼ ਨੂੰ ਕੈਚ ਕਰਨਾ ਸ਼ੁਰੂ ਕੀਤਾ ਮੈਥ ਦੇ ਜ਼ਰੀਏ। ਸ਼ਾਇਦ ਇਹਨੂੰ ਇੱਕ ਲੈਂਗੁਏਜ ਦੀ ਹੀ ਹੈਜੀਟੇਸ਼ਨ ਸੀ, ਤੇ ਉਸ ਤੋਂ ਬਾਅਦ ਹੌਲੀ ਹੌਲੀ ਇਹ ਚੀਜ਼ਾਂ ਨੇ ਕੈਚ ਕਰਨੀਆਂ ਸ਼ੁਰੂ ਕੀਤੀਆਂ। ਤੇ ਅੱਜ ਇਹ ਬੱਚਾ ਜਿਹੜਾ ਇੱਕ ਬਹੁਤ ਫਲੋ ਦੇ ਵਿੱਚ ਜਿਹੜੀ ਪੰਜਾਬੀ ਪੜ੍ਹਦਾ, ਸਮਝਦਾ ਵੀ ਆ ਤੇ ਲਿਖਦਾ ਵੀ ਆ। ਤਾਂ ਇੱਕ ਨਿੱਕੀ ਜਿਹੀ ਵੀਡੀਓ ਹੈਗੀ ਜਿਹੜੀ ਆਪਾਂ ਦੇਖਾਂਗੇ। ਭਾਜੀ ਵੌਇਸ ਨਹੀਂ ਆ ਰਹੀ। ਚਲੋ
नीना कोल बिल्ली है, नीना कोल बिल्ली है, उसदा रंग काला है, उसदा रंग काला है, ओ तेज दौड़दी है, ओ तेज दौड़दी है। ਤਾਂ ਜਿਵੇਂ ਆਪਾਂ ਨੇ ਦੇਖਿਆ ਨਾ, ਇਹ ਬੱਚਾ ਹੁਣ ਮਤਲਬ ਖੁਦ ਵੀ ਬਹੁਤ ਮੋਟੀਵੇਟਡ ਫੀਲ ਕਰਦਾ ਤੇ ਇਹਦੇ ਪੇਰੈਂਟਸ ਤੇ ਟੀਚਰ कोल बिल्ली है, नीना ਤਾਂ ਇਹਦੇ ਪੇਰੈਂਟਸ ਔਰ ਟੀਚਰ ਉਹ ਵੀ ਹੁਣ ਬਿਲਕੁਲ ਸੈਟੀਸਫਾਈਡ ਫੀਲ ਕਰਦੇ ਨੇ। ਤੇ ਇਹ ਇੱਕ ਨਿੱਕੀ ਜਿਹੀ ਸਟੋਰੀ ਸੀਗੀ ਲਰਨਿੰਗ ਪਾਥ ਦੀ ਇਸ ਬੱਚੇ ਦੀ, ਕਿ ਕਿਵੇਂ ਇੱਕ ਕਲਸਟਰ ਅਕੈਡਮਿਕ ਮੀਟਿੰਗ ਦੇ ਜ਼ਰੀਏ ਹੈ ਨਾ ਇਸ ਬੱਚੇ ਦੇ ਮਾਈਂਡਸੈਟ ਦੇ ਵਿੱਚ ਜਾਂ ਇਸ ਬੱਚੇ ਦੀ ਆਪਾਂ ਵੀਕਨੈਸ ਦੇ ਉੱਤੇ ਕੰਮ ਕਰ ਪਾਏ। ਤਾਂ ਹੁਣ ਮੈਂ ਰੁਪਿੰਦਰ ਭਾਜੀ ਨੂੰ ਰਿਕੁਐਸਟ ਕਰੂੰਗਾ ਕਿ ਉਹ ਅੱਗੇ ਪ੍ਰੈਜ਼ੈਂਟ ਕਰਨਗੇ ਪੀਪੀਟੀ। ਠੀਕ ਹੈ, ਥੈਂਕ ਯੂ ਅਮਨ ਸਾਂਝਾ ਕਰਨ ਲਈ। ਤੇ ਇਦਾਂ ਦੀ ਹੈ ਨਾ ਬਹੁਤ ਸਾਰੇ ਜਿਹੜੇ ਮਾਈਕਰੋਸ਼ਿਪ ਨੇ, ਛੋਟੇ ਛੋਟੇ ਇੰਪੈਕਟਸ ਨੇ, ਸਾਡੇ ਕੋਲ ਬਹੁਤ ਸਾਰੀਆਂ ਸਟੋਰੀਜ਼ ਨੇ, ਇਹ ਵਨ ਆਫ ਦੈਮ ਹੈ। ਮੈਂ ਹੁਣ ਰਿਕੁਐਸਟ ਕਰਾਂਗਾ ਰੋਹਨ ਨੂੰ ਕਿ ਪਲੀਜ਼ ਅੱਗੇ ਜਿਹੜੇ ਟੀਚਰਸ ਦੇ ਤੁਸੀਂ ਵੀਡੀਓ ਪਲੇ ਕਰਨੀ ਹੈਗੀ ਆ। Thank you so much. हाँ जी, So आपने अमनदीप से सुना from a YL perspective and रुपिंदर का perspective भी आपने सुना. We also want to share कि एक टीचर के लिए टीचर का क्या पर्सपेक्टिव होता है और क्या एक्सपीरियंस रहता है कैम का. So there is a small video of Kiran Kaur who will like explain her perspective on CAM. With my notes. Very good job. मेरा नाम किरण कौर है जी। मैं सरकारी एलिमेंट्री स्कूल खुसरोपुर ब्लॉक पटियाला 2 ਤੇ ਸੈਂਟਰ ਮੈਨ ਵਿਖੇ ਆਪਣੀ ਸੇਵਾ ਨਿਭਾ ਰਹੀ ਹਾਂ। ਟੀਚਿੰਗ ਮੇਰੇ ਲਈ ਇੱਕ ਸ਼ੌਂਕ ਹੈ ਜੀ। ਟੀਚਿੰਗ ਮੇਰਾ ਕਿੱਤਾ ਨਹੀਂ ਹੈ, ਮੇਰੀ ਮਤਲਬ ਇੱਕ ਕਹਿ ਸਕਦੇ ਰੂਹ ਦੀ ਖੁਰਾਕ ਬਣ ਗਿਆ ਹੁਣ। ਕਲਸਟਰ ਅਕੈਡਮਿਕ ਮੀਟਿੰਗ ਦੀ ਨਾ ਸਭ ਤੋਂ ਵੱਡੀ ਅਹਿਮੀਅਤ ਇਹ ਹੈ ਕਿ ਇਹਨੇ ਟੀਚਰਸ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਡਿਸਕਸ ਕਰਨ ਦਾ ਮੌਕਾ ਦਿੱਤਾ। ਅਸੀਂ ਪਹਿਲਾਂ ਵੀ ਮਿਲਦੇ ਸੀ ਜਦੋਂ ਸਾਡੇ ਸੈਮੀਨਾਰਸ ਹੁੰਦੇ ਸੀ ਜਾਂ ਕਿਵੇਂ ਹੁੰਦੇ ਸੀ, ਪਰ ਸੈਮੀਨਾਰਸ ਦੇ ਵਿੱਚ ਆਲਰੇਡੀ ਇੱਕ ਪ੍ਰੋਪਰ ਸਕੈਡਿਊਲ ਆਉਂਦਾ। ਤਾਂ ਜਿਹੜੇ ਸੈਮੀਨੇਰੀਅਨਸ ਨੇ, ਰਿਸੋਰਸ ਪਰਸਨ ਨੇ, ਉਹਨਾਂ ਨੇ ਆਪਣੇ ਸਕੈਡਿਊਲ ਦੇ ਹਿਸਾਬ ਨਾਲ ਚੱਲਣਾ ਹੁੰਦਾ। ਉੱਥੇ ਸਾਨੂੰ ਆਪਣਾ ਇਸ ਤਰ੍ਹਾਂ ਓਪਨਲੀ ਡਿਸਕਸ ਕਰਨ ਦਾ ਮੌਕਾ ਨਹੀਂ ਮਿਲਦਾ ਸੀ। ਲੇਕਿਨ ਜਦੋਂ ਅਸੀਂ ਕੈਮ ਮੀਟਿੰਗ 'ਚ ਬੈਠੇ, ਖੁੱਲ੍ਹਾ ਟਾਈਮ ਹੁੰਦਾ ਸਾਡੇ ਕੋਲ 2 ਘੰਟੇ, ਇੱਕ ਟੌਪਿਕ ਲੈ ਕੇ ਵੀ ਅਸੀਂ 2 ਘੰਟੇ ਵੀ ਮਤਲਬ ਇੱਧਰੋਂ ਵਰਿੰਦਰ ਹੋਣਾ ਨੇ ਜ਼ੋਰ ਲਾਣਾ, ਉੱਧਰੋਂ ਅਸੀਂ ਲਗਾਉਣਾ, ਤਾਂ ਫਿਰ ਉਹ ਇੱਕ ਰਲ ਕੇ ਇੱਕ ਚੀਜ਼ ਨਿਕਲ ਆਉਂਦੀ ਹੁੰਦੀ ਸੀ। ਇਹਦਾ ਬੈਨੀਫਿਟ ਇਹ ਹੈ ਵੀ ਟੀਚਰਸ ਨੂੰ ਸਿਰ ਨਾਲ ਸਿਰ ਜੋੜ ਕੇ ਬੈਠਣ ਦਾ ਮੌਕਾ ਮਿਲਿਆ। ਤਾਂ ਫਿਰ ਜਦੋਂ ਸਾਨੂੰ ਪਹਿਲੀ ਮੀਟਿੰਗ ਤੋਂ ਇਹਨਾਂ ਨੇ ਕੁਝ ਦੇ ਕੇ ਭੇਜਿਆ ਕਿ ਮੈਮ ਨੈਕਸਟ ਟਾਈਮ ਟੀਚਿੰਗ ਲਰਨਿੰਗ 'ਤੇ ਗੱਲ ਹੋਏਗੀ ਤੇ ਤੁਹਾਡੀਆਂ ਕੀ ਹਰਡਲਸ ਆਉਂਦੀਆਂ ਨੇ ਤੁਹਾਨੂੰ, ਫਿਰ ਤੁਸੀਂ ਉਹਨਾਂ ਨੂੰ ਕਿਵੇਂ ਉਹਨਾਂ ਦੀਆਂ ਹਰਡਲਸ ਨਾਲ ਤੁਸੀਂ ਸੋਲੂਸ਼ਨ ਵੀ ਲੈ ਕੇ ਆਉਣੇ, ਫਿਰ ਉਹ ਸੋਲੂਸ਼ਨ ਡਿਸਕਸ ਕਰਾਂਗੇ ਪਰਸੈਂਟੇਜ ਵਿੱਚ। ਹੋ ਸਕਦਾ ਹੈ ਵੀ ਇੱਕ ਟੀਚਰ ਦੀ ਪ੍ਰੋਬਲਮ ਹੋਵੇ, ਦੂਸਰੇ ਕੋਲ ਸੋਲੂਸ਼ਨ ਹੋਵੇ। ਮੈਂ ਦੇਖਿਆ ਕੈਂਪ ਦੇ ਵਿੱਚ ਤਾਂ ਕੁਝ ਕੁ ਟੀਚਰਸ ਇਸ ਤਰ੍ਹਾਂ ਅੱਗੇ ਆਏ ਜਿਨ੍ਹਾਂ ਨੂੰ ਸਾਨੂੰ ਲੱਗਦਾ ਸੀ ਕਿ ਪਤਾ ਨਹੀਂ ਇਹ ਕਲਾਸ 'ਚ ਪੜ੍ਹਾਉਂਦੇ ਵੀ ਹੁਣ ਕਿ ਨਹੀਂ। ਉਹਨਾਂ ਕੋਲ ਤਾਂ ਵੰਡਰਫੁਲ ਆਈਡੀਆ ਸੀ, ਕਿਉਂਕਿ ਕਈ ਟੀਚਰਸ ਸ਼ਾਈ ਹੁੰਦੇ ਨੇ, ਸਾਡੇ ਵਰਗੇ ਆਊਟਸਪੋਕਨ ਹੈ ਜਿਹੜੇ ਉਹ ਹਰ ਗੱਲ ਬੋਲ ਲੈਂਦੇ ਨੇ। ਮੇਰੀ ਪ੍ਰੋਬਲਮ ਸੀ ਤਾਂ ਮਿਸਿਸ ਸ਼ਰਨ ਕੋਲ ਸੋਲੂਸ਼ਨ ਸੀਗਾ ਉੱਥੇ, ਤਾਂ ਫਿਰ ਮੈਂ ਉੱਥੋਂ ਉਹਨਾਂ ਤੋਂ ਸਿੱਖ ਕੇ ਆਈ। ਫਿਰ ਉਹੀ ਚੀਜ਼ ਮੈਂ ਪ੍ਰੈਕਟੀਕਲ ਕੀਤੀ ਕਲਾਸ ਦੇ ਵਿੱਚ। ਉਹ ਮੈਥਸ ਦੀ ਗੱਲ ਹੋ ਰਹੀ ਸੀਗੀ ਜੀ ਉਹਦੇ ਵਿੱਚ ਕਨਵਰਸ਼ਨ ਟੇਬਲ ਦੇ ਵਿੱਚ, ਤਾਂ ਉਹਨਾਂ ਨੇ ਚਾਰਟ ਸ਼ੇਅਰ ਕੀਤਾ ਸੀਗਾ ਵੀ ਜਿਵੇਂ ਇੱਕ ਪੌੜੀ ਪ੍ਰਣਾਲੀ ਹੈ, ਇੱਕ ਵੀ ਕਿਸਨੇ ਹੈ ਡਾਕਾ ਮਾਰਿਆ, ਡਾਕਾ ਸੀ ਮਾਰਿਆ, ਐਵੇਂ ਕਰਕੇ ਆਈਡੀਆ ਸ਼ੇਅਰ ਕੀਤਾ ਵੀ ਕਿਸਨੇ ਤੋਂ ਮਤਲਬ ਕਿਲੋਗ੍ਰਾਮ ਹੈਕਟੋਗ੍ਰਾਮ ਬਣਾਉਂਦੇ ਆ ਜਿਸ ਤਰ੍ਹਾਂ ਆਪਾਂ, ਉਹ ਟੇਬਲ ਬਣ ਜਾਂਦਾ। ਫਿਰ ਬੱਚਾ ਨੂੰ ਪਤਾ ਲੱਗ ਗਿਆ ਮੀਟਰ ਸੈਂਟੀਮੀਟਰ 'ਚ ਚੇਂਜ ਕਰਨਾ ਤਾਂ 100 ਨਾਲ ਮਲਟੀਪਲਾਈ ਕਰਨੀ ਹੈ। ਅਗਰ ਫਿਰ ਮਤਲਬ ਸੈਂਟੀਮੀਟਰ ਨੂੰ ਮੀਟਰ 'ਚ ਲੈ ਕੇ ਆਉਣਾ ਤਾਂ ਫਿਰ 100 ਨਾਲ ਡਿਵਾਈਡ ਹੋਣਾ, ਡਿਵਾਈਡ ਹੋ ਕੇ ਵੀ ਡੈਸੀਮਲ ਕਿੱਥੇ ਲੱਗਣਾ ਉਹ ਚੀਜ਼ ਸਿੱਖੀ। ਬੱਚੇ ਨਾ ਸੈਲਫ ਹੋ ਗਏ ਸਾਰੇ, ਮਤਲਬ ਖੁਦ ਪੜ੍ਹਨਾ ਤੇ ਖੁਦ ਕਰਨਾ, ਕੰਪਰੀਹੈਂਸ਼ਨ ਵਧੀਆ ਬੱਚਿਆਂ ਦੀ, ਜੋ ਮੈਂ ਨੋਟ ਕੀਤਾ ਇਸ ਸਾਲ। CAM is only not built for the teacher, it is even built for the students too, ਕਿਉਂਕਿ ਉਹ ਕੋਰਿਲੇਟਡ ਨੇ ਆਪਸ ਵਿੱਚ। ਟੀਚਰ ਨੇ ਚੇਂਜ ਕੀਤਾ, ਬੱਚਾ ਚੇਂਜ ਹੋਇਆ। ਇਸੇ ਤਰ੍ਹਾਂ ਮੈਂ ਇੰਗਲਿਸ਼ ਤੇ ਜ਼ਿਆਦਾਤਰ ਮੋਸਟਲੀ ਮੈਂ ਇੰਗਲਿਸ਼ ਤੇ ਗੱਲਬਾਤ ਕੀਤੀ ਹੈ ਕੈਂਪ 'ਚ। ਤਾਂ ਜੋ ਮੈਂ ਇੰਗਲਿਸ਼ ਦਾ ਕੀਤਾ ਜਿਸ ਤਰੀਕੇ ਨਾਲ, ਦੇਖੋ ਮੈਂ ਕੁਝ ਮਟੀਰੀਅਲ ਵੀ ਤਿਆਰ ਕੀਤਾ, ਜਿਸ ਤਰ੍ਹਾਂ ਸਾਡੀਆਂ ਬੁੱਕਸ A to Z ਇਸ ਤਰ੍ਹਾਂ ਹੋਣੀਆਂ ਚਾਹੀਦੀਆਂ ਕਲਰਫੁਲ ਪਿਕਚਰਸ ਨਾਲ, ਠੀਕ ਹੈ, ਕਲਰਫੁਲ ਪਿਕਚਰਸ ਵਾਲੀਆਂ ਹੋਣੀਆਂ ਚਾਹੀਦੀਆਂ ਨੇ। ਉਸ ਤੋਂ ਬਾਅਦ ਅਸੀਂ ਉਹਦੀ ਵਰਡਸ ਤੇ ਗੱਲ ਕਰਾਂਗੇ, ਵਾਊਲਸ ਦੀ, ਫਿਰ ਅਸੀਂ ਸੈਂਟੈਂਸ ਮੇਕਿੰਗ ਤੇ ਆਵਾਂਗੇ ਜੀ, ਠੀਕ ਹੈ। ਫਿਰ ਦਿਸ ਦੈਟ ਦਾ ਕਨਸੈਪਟ ਹੈ। ਇੱਕ ਸਭ ਤੋਂ ਵੱਡੀ ਗੱਲ ਅਸੀਂ ਕੀ ਕੀਤੀ ਹੈ, ਕੰਪੈਰੀਜ਼ਨ ਕੀਤਾ ਸਾਰੇ ਵਾਊਲਸ ਦਾ। ਇਹ ਬੱਚੇ ਲਈ ਬਹੁਤ ਬੈਨੀਫਿਟ ਹੈ। ਇਹ ਸਾਰਾ ਮਟੀਰੀਅਲ ਅਸੀਂ ਮਤਲਬ ਮੈਂ ਸਕੂਲ ਲੈਵਲ ਤੇ ਤਿਆਰ ਕੀਤਾ, ਪਰ ਇਹ ਦੇਣ ਕੀਤੀ ਸੀ ਵੀ ਕੈਂਪ ਮੀਟਿੰਗ 'ਚੋਂ ਆਈਡੀਆ ਮਿਲੇ ਕਿ ਆਪਾਂ ਨੂੰ ਕੁਝ ਵੱਖਰਾ ਕਰਨਾ ਚਾਹੀਦਾ ਜਾ ਕੇ ਬੱਚਿਆਂ ਦੀ ਜਿਹੜੀਆਂ ਲਰਨਿੰਗ ਹਰਡਲਸ ਨੇ, ਲਰਨਿੰਗ ਪ੍ਰੋਬਲਮਸ ਨੇ, ਉਹ ਠੀਕ ਹੋ ਸਕਣ। ਇਸ ਤਰੀਕੇ ਨਾਲ ਅਸੀਂ ਇਹ ਸਾਰੀਆਂ ਸ਼ੀਟਸ ਤਿਆਰ ਕੀਤੀਆਂ ਤੇ ਇਹ ਐਜ਼ ਏ ਬੁੱਕ ਦੇ ਤੌਰ ਤੇ ਪਬਲਿਸ਼ ਹੋਣ ਲਈ ਜਾਣਗੀਆਂ ਜਲਦੀ ਹੀ। ਇੱਕ ਬੁੱਕ ਦੇ ਤੌਰ ਤੇ ਪੂਰੇ ਹੀ ਕਲਸਟਰ ਦੇ ਵਿੱਚ ਇਹ ਬੁੱਕ ਸਾਰੇ ਸਕੂਲਸ ਨੂੰ ਦਿੱਤੀ ਜਾਏਗੀ। ਤਾਂ ਮੈਂ
So that was Miss Kiran Kaur sharing her perspective of CAMS. And like chat में भी बहुत अच्छा interesting एक discussion हो रहा था कि किस तरह से हम लोग classroom पर और teaching practices पर वापस focus लेकर आ सकते हैं. And CAM has proven to be a very wonderful medium for that because it energizes teachers, it brings learning problems into focus. And I think for the next segment, before I call on Harshita and Manjeet, I just want to say that this is not happening, CAMs are not happening in just one cluster or one school. We are doing them across multiple clusters, across multiple districts. And our hope is कि वो पूरे पंजाब में scale हो सके एक model, एक reliable और systematic तरीके से scale हो सके. And there is an interesting question, does it compare one school to another? And I think Manjeet and Harshita, who are working with Parvinder in our monitoring and evaluation team, will share how we are developing monitoring tools and what are the new tools we are bringing in to make this very systematic, to collect good data and do all kinds of comparisons and insights from all the work in the 4 districts that we are doing. Manjeet, over to you. Thank you, Rohan, so much. So, hi to everyone. So to take the learning path one step further, M&E has been incorporated to Sanji Sikhya. Monitoring focus on the routine and ongoing tracking of learning path activities to ensure that they are on target. Monitoring provides feedback for immediate decision making and course correction. Evaluation lets us dive deeper at the fixed intervals, like the end of the learning path activities, to ensure that if we are on target and what are the reasons behind the outcomes. Through the tools like student assessment, collective activities, CAM activities, need assessment, quantitative and qualitative studies, M&E helps reveal what works and what doesn't and why it's working, guiding learning path toward achieving the goals efficiently and effectively. So monitoring and evaluation are closely linked, functioning together to provide a comprehensive view of impact and progress. So rather than just collecting data, monitoring and evaluation enables continuous improvement by providing insights that inform decision-making and drive accountability. In current M&E system, we are focused on developing tools and research studies to achieve and aim the core outcomes, or I can say the short-term goals, which is adoption of effective teaching practices, increased ownership of meetings by officials, enhanced classroom quality, ensuring quality and relevance in activities and discussions, and thereby achieving our long-term end goal of enhanced student learning. And thus enabling the existing system through these processes and activities of learning path. And M&E further reinforced findings through triangulation by leveraging the insights from Samarth, Asar, and NAS to validate and refine the program impact. So that's how current M&E system is working. Now further, I'll take you to how we are doing this process. So M&E collects data through mobile application. We have developed the mobile applications for collecting data for the various activities like classroom observation, CAM observations, in which our vials collect the data, collective meeting, and this need assessment. And further, we have deployed the visualization tools to gain insights and findings to have informed decision making. So like one of the visuals I'm going to show is this for this classroom observations, which lets us to know the student engagement and behavior and identifying classroom environment, evaluating alignment with the learning objective. So that's how data visualization helps in real-time data monitoring and evaluation. Likewise, CAM activities helps us in sharing among the teachers for learning and professional growth. And like what other indicators on like visualization help us to see what other indicators should we go on for, like what action points are addressed into the CAM activities, so that we can make them more effective and efficient. Need assessment further helps us in identifying the resource gaps and infrastructure needs. So this is how current M&E system works. This is just a little bit glimpse of student baseline assessment that we have done, in which we have assessed
the students for the Punjabi language and math assessment. So this student baseline assessment lets us have in-depth exploration, understanding the students' initial skill levels, determining their learning readiness, and setting a reference point for growth measurement. So all these activities in learning path serves as a foundation for all the subsequent planning by providing a clear understanding of students' current abilities, their challenges, and their learning needs, and help us set the achievable goals and enable the meaningful progress, tracking, and ultimately leading to improved student learning outcome. So now I would like to invite my colleague Harshita to take you further on more details. Over to you, Harshita. ਥੈਂਕ ਯੂ ਮਨਜੀਤ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੁਣ ਜਿਵੇਂ ਮਨਜੀਤ ਨੇ ਤੁਹਾਨੂੰ ਦੱਸਿਆ ਕਿ ਆਪਾਂ ਕਿਵੇਂ ਆਰਗੇਨਾਈਜੇਸ਼ਨ ਦੇ ਵਿੱਚ ਡਾਟਾ ਦੇਖਦੇ ਆ, ਡਾਟਾ ਵਾਸਤੇ ਇੱਕ ਡੈਸ਼ਬੋਰਡ ਬਣਾਇਆ ਜਿਹਦੇ ਤੇ ਡਾਟਾ ਨੂੰ ਗ੍ਰਾਫ ਦੇ ਵਿੱਚ ਦੇਖ ਸਕਦੇ ਆ, ਇਹਨੂੰ ਵਿਜ਼ੂਅਲਾਈਜ਼ ਕਰ ਸਕਦੇ ਆ। ਪਰ ਹੁਣ ਇਹ ਡਾਟਾ ਦਾ ਯੂਜ਼ ਕਿਵੇਂ ਕਰਦੇ ਆ? ਤਾਂ ਜਿਹੜੀ ਸਾਡੀ ਲਰਨਿੰਗ ਪਾਰਟ ਟੀਮ ਹੈਗੀ, ਉਹ ਮੰਥਲੀ ਵੀਕਲੀ ਆਪਦੀ ਮੀਟਿੰਗ ਕਰਦੇ ਹੈਗੇ, ਆਪਦੇ ਵਾਇਲਸ ਨਾਲ ਮੀਟਿੰਗ ਕਰਦੇ ਆ, ਜੋ ਗਰਾਊਂਡ ਤੇ ਜਾਂਦੇ ਆ, ਰੋਜ਼ ਟੀਚਰਸ ਨਾਲ ਇੰਟਰੈਕਟ ਕਰਦੇ ਆ ਤੇ ਦੇਖਦੇ ਆ ਕਿ ਕੀ ਕੰਮ ਕਰ ਰਹੇ ਆ ਤੇ ਕੀ ਨਹੀਂ ਕਰ ਰਿਹਾ। ਫੋਰ ਐਗਜ਼ਾਮਪਲ ਜੇ ਮੈਂ ਸ਼ੇਅਰ ਕਰਾਂ ਕਿ ਸਾਡਾ ਜਿਵੇਂ ਹੋ ਸਕਦਾ ਕਿ ਡਿਸਟ੍ਰਿਕਟ ਟੀਮ ਦਾ ਟਾਰਗੇਟ ਹੈ ਕਿ ਅਗਲੇ ਮਹੀਨੇ ਅਸੀਂ ਇੰਨੀਆਂ ਮੀਟਿੰਗਸ ਜੋ ਹੈ ਆਫੀਸ਼ੀਅਲਸ ਤੋਂ ਕਰਵਾਵਾਂਗੇ, ਕਿ ਆਫੀਸ਼ੀਅਲਸ ਓਨਰਸ਼ਿਪ ਲੈਣਗੇ ਇੰਨੀ ਮੀਟਿੰਗਸ ਦਾ। ਪਰ ਉਹਨਾਂ ਨੇ ਦੇਖਿਆ ਕਿ ਡਾਟਾ ਦੱਸ ਰਿਹਾ ਕਿ ਇੰਨੀ ਮੀਟਿੰਗਸ ਉਹ ਨਹੀਂ ਕਰਵਾ ਪਾਏ ਆਫੀਸ਼ੀਅਲਸ ਦੁਆਰਾ। ਤਾਂ ਫਿਰ ਉਹ ਦੇਖਣਗੇ ਕਿ ਕੀ ਚੈਲੰਜ ਆ ਰਹੇ ਜਿਹਦੇ ਕਰਕੇ ਉਹ ਚੀਜ਼ ਨਹੀਂ ਕਰ ਪਾਏ, ਕਿ ਉਹ ਆਰਗੇਨਾਈਜੇਸ਼ਨ ਲੈਵਲ ਚੈਲੰਜਸ ਹੈ, ਕਿ ਉਹ ਉਹਨਾਂ ਦੇ ਪਰਸਨਲ ਲੈਵਲ ਚੈਲੰਜਸ ਹੈ, ਜਾਂ ਫਿਰ ਉਹ ਸਟੇਕ ਹੋਲਡਰ ਵੱਲੋਂ ਚੈਲੰਜ ਆ ਰਹੇ ਹੈ। ਫਿਰ ਉਹ ਉਹਦੇ ਬੇਸ ਤੇ ਕੀ ਹੈ ਐਕਸ਼ਨ ਪਲਾਨ ਬਣਾਉਂਦੇ ਹੈ ਕਿ ਆਪਾਂ ਇਹ ਚੈਲੰਜ ਨੂੰ ਕਿਵੇਂ ਸੋਲਵ ਕਰ ਸਕਦੇ ਹਾਂ ਤੇ ਉਹਨਾਂ ਨੂੰ ਹੋਰ ਕੀ ਸਪੋਰਟ ਦੀ ਜ਼ਰੂਰਤ ਹੈ, ਚਾਹੇ ਉਹ ਆਰਗੇਨਾਈਜੇਸ਼ਨ ਤੋਂ ਹੋਵੇ, ਚਾਹੇ ਉਹਨਾਂ ਨੂੰ ਆਫੀਸ਼ੀਅਲਸ ਤੋਂ ਹੋਰ ਸਪੋਰਟ ਦੀ ਜ਼ਰੂਰਤ ਹੈ। ਤੇ ਇਸ ਦੇ ਪ੍ਰੋਸੈਸ ਦੇ ਦੌਰਾਨ ਕੀ ਹੈ, ਹੁਣ ਨਵਾਂ ਸਿਸਟਮ ਹੈ ਤਾਂ ਨੀਡ ਬੇਸ ਤੇ ਕੀ ਹੈ ਟੀਮ ਦੀ ਕੈਪੈਸਿਟੀ ਵੀ ਬਿਲਡ ਕੀਤੀ ਜਾ ਰਹੀ ਹੈ ਕਿ ਕਿਵੇਂ ਡਾਟਾ ਨੂੰ ਦੇਖਣਾ ਹੈ, ਕਿਵੇਂ ਉਹਨੂੰ ਸਮਝਣਾ ਹੈ, ਕਿਵੇਂ ਉਹਦੇ ਪਿੱਛੇ ਦੇ ਰੀਜ਼ਨਸ ਨੂੰ ਵੀ ਕੱਢਣ ਦੀ ਕੋਸ਼ਿਸ਼ ਕਰਨੀ ਹੈਗੀ। ਨੈਕਸਟ, ਹੁਣ ਅਸੀਂ ਇਹ ਚੀਜ਼ ਦੇ ਵਿੱਚ ਡੀਪ ਡਾਈਵ ਕਰਨ ਵਾਸਤੇ, ਉਹਦੇ ਰੀਜ਼ਨਸ ਜਾਣਨ ਵਾਸਤੇ, ਜਾਂ ਫਿਰ ਸਾਡੇ ਕੋਲ ਜੋ ਵੀ ਡਾਟਾ ਆ ਰਿਹਾ ਹੈ ਉਹਨੂੰ ਸਮਝਣ ਵਾਸਤੇ, ਉਹਦੇ ਤਕਨੀਕਾਂ ਨੂੰ ਹੋਰ ਦੇਖਣ ਵਾਸਤੇ ਅਸੀਂ ਰਿਸਰਚ ਵੀ ਕਰਦੇ ਹੈਗੇ। ਜਿਵੇਂ ਇੰਟਰਨਲ ਰਿਸਰਚ ਦੇ ਵਿੱਚ ਦੇਖੀਏ ਤਾਂ ਅਸੀਂ ਕੁਆਲੀਟੇਟਿਵ ਸਟੱਡੀਜ਼ ਵੀ ਕਰਦੇ ਹਾਂ, ਜਿਹਦੇ ਵਿੱਚ ਅਸੀਂ ਖੁਦ ਫੀਲਡ ਤੇ ਜਾਂਦੇ ਹਾਂ, ਅਬਜ਼ਰਵ ਕਰਦੇ ਹਾਂ ਜੋ ਵੀ ਸਾਡੀ ਐਕਟੀਵਿਟੀਜ਼ ਹੋ ਰਹੀਆਂ, ਇੰਟਰਵਿਊ ਕਰਦੇ ਹਾਂ ਸਟੇਕ ਹੋਲਡਰਸ ਦਾ, ਤਾਂ ਕਿ ਅਸੀਂ ਉਹਨਾਂ ਦੀ ਮਾਨਸਿਕਤਾ ਜਾਣ ਸਕੀਏ ਕਿ ਉਹਨਾਂ ਦੇ ਅਗਰ ਵਿਵਹਾਰ 'ਚ ਚੇਂਜ ਆਇਆ ਤਾਂ ਉਹ ਚੇਂਜ ਕਿਉਂ ਆਇਆ ਤੇ ਉਹਦੇ ਵਿੱਚ ਸਾਡਾ ਕਿੰਨਾ ਕੁ ਰੋਲ ਹੈਗਾ, ਤਾਂ ਅਸੀਂ ਆਪਦਾ ਜੋ ਹੈ ਇੰਪੈਕਟ ਮੈਜਰ ਕਰ ਸਕੀਏ। ਦੂਸਰਾ, ਅਸੀਂ ਸੈਕੰਡਰੀ ਰਿਸਰਚ ਵੀ ਕਰਦੇ ਹਾਂ, ਜਿਹ 'ਚ ਅਸੀਂ ਕੀ ਹੈ ਜੋ ਵੀ ਸਟੇਟ ਡਾਟਾ ਕਲੈਕਟ ਕਰਦੇ ਹਾਂ, ਜਿਵੇਂ ਕਿ ਨੈਸ ਹੋ ਗਿਆ ਜਾਂ ਮਿਸ਼ਨ ਸਮਰਥ ਹੋ ਗਿਆ, ਤਾਂ ਉਹਦੇ ਵਿੱਚੋਂ ਜੋ ਵੀ ਡਾਟਾ ਆਉਂਦਾ ਕਿ ਉਹਨਾਂ ਦਾ ਡਾਟਾ ਕੀ ਸ਼ੋ ਕਰ ਰਿਹਾ ਹੈ, ਕਿ ਸਟੂਡੈਂਟ ਲਰਨਿੰਗ ਲੈਵਲ ਉਹਨਾਂ ਦੇ ਅਕੋਰਡਿੰਗ ਕੀ ਹੈ। ਤੇ ਅਸੀਂ ਆਪਦੇ ਵੱਲੋਂ ਵੀ ਕੁਝ ਲੌਂਗੀਟਿਊਡਨਲ ਸਟੱਡੀਜ਼ ਕਰਦੇ ਹਾਂ। ਜਿਵੇਂ ਹੁਣ ਪੂਨਮ ਜੀ ਨੇ ਪੁੱਛਿਆ ਸੀ ਕਿ ਜਿਹੜੀ ਅਸੀਂ ਕੀ ਕਰਦੇ ਹਾਂ, ਤਾਂ ਅਸੀਂ ਜਿਵੇਂ ਸਟੂਡੈਂਟ ਬੇਸਲਾਈਨ ਅਸੈਸਮੈਂਟ ਹੁਣੇ ਕੰਪਲੀਟ ਕੀਤੀ ਹੈ, ਜੋ ਕਿ ਅਸੀਂ ਕੰਟਰੋਲ ਸਕੂਲਸ ਦੇ ਵਿੱਚ ਕਰਦੇ ਹਾਂ, ਜਿੱਥੇ ਅਸੀਂ ਮਤਲਬ ਨਹੀਂ ਕੰਮ ਕਰਦੇ, ਤੇ ਟ੍ਰੀਟਮੈਂਟ ਦੇ ਵਿੱਚ ਜਿੱਥੇ ਅਸੀਂ ਖੁਦ ਆਪਦਾ ਪ੍ਰੋਗਰਾਮ ਚਲਾਉਂਦੇ ਹਾਂ, ਤਾਂ ਕਿ ਅਸੀਂ ਕੰਪੇਅਰ ਕਰ ਸਕੀਏ ਵੀ ਅਸੀਂ ਕੀ ਕਰ ਰਹੇ ਹਾਂ ਤੇ ਸਟੇਟ ਨੂੰ ਹੋਰ ਕੀ ਕਰਨ ਦੀ ਜ਼ਰੂਰਤ ਹੈ। ਹੁਣ ਸਾਡਾ ਲੌਂਗ ਟਰਮ ਪਲਾਨ ਹੈਗਾ ਕਿ ਅਸੀਂ ਥਰਡ ਪਾਰਟੀ ਇਵੈਲੂਏਸ਼ਨ ਵੀ ਕਰਵਾਈਏ, ਜਿਹਦੇ ਵਿੱਚ ਕੀ ਹੈ ਜਿਹੜਾ ਸਾਡਾ ਫੀਡਬੈਕ ਸਿਸਟਮ ਹੈ, ਜਿਹੜਾ ਸਾਡਾ ਡਾਟਾ ਕਲੈਕਟ ਦਾ ਸਿਸਟਮ ਹੈ, ਤੇ ਹੋਰ ਜੋ ਵੀ ਅਸੀਂ ਮੋਨੀਟਰਿੰਗ ਐਂਡ ਇਵੈਲੂਏਸ਼ਨ ਦੇ ਕਰਦੇ ਹਾਂ ਉਹਨੂੰ ਹੋਰ ਇੰਪਰੂਵ ਕਰ ਸਕੀਏ। ਨੈਕਸਟ, ਮਨਜੀਤ। ਹੁਣ ਆਪਾਂ ਕੀ ਹੈ ਬਿਟਸ ਐਂਡ ਪੀਸਿਸ ਦੇ ਵਿੱਚ ਦੇਖਿਆ ਕਿ ਸਾਂਝੀ ਸਿੱਖਿਆ ਕੀ ਕਰਦੀ ਹੈ, ਪਰ ਅਗਰ ਹੁਣ ਆਪਾਂ ਡਾਟਾ ਦੇ ਥਰੂ ਇੱਕ ਕੰਪਲੀਟ ਪਿਕਚਰ ਦੇਖਣੀ ਹੈ ਵੀ ਸਾਂਝੀ ਸਿੱਖਿਆ ਸਿਸਟਮ ਲੈਵਲ ਤੇ ਕਿਵੇਂ ਇੰਪੈਕਟ ਕਰ ਰਹੀ ਹੈ, ਸਿਸਟਮ ਲੈਵਲ ਤੇ ਕੀ ਚੇਂਜ ਲੈ ਕੇ ਆ ਪਾ ਰਹੀ ਹੈ, ਤਾਂ ਅਸੀਂ ਉਹ ਵੀ ਆਪਦੇ ਜੋ ਅਸੀਂ ਡਾਟਾ ਕਲੈਕਟ ਕਰਦੇ ਹਾਂ, ਫਾਰਮਸ ਭਰਵਾਉਂਦੇ ਹਾਂ, ਉਹਦੇ ਥਰੂ ਦੇਖ ਸਕਦੇ ਹਾਂ। ਹੁਣ ਕਲਾਸਰੂਮ ਮੈਂ ਇੱਕ ਐਗਜ਼ਾਮਪਲ ਸ਼ੇਅਰ ਕਰ ਰਹੀ ਹਾਂ, ਜਿਵੇਂ ਕਿ ਕਲਾਸਰੂਮ ਦੇ ਵਿੱਚ ਟੀਚਰਸ ਕੁਝ ਮੁਸ਼ਕਿਲਾਂ ਫੇਸ ਕਰਦੇ ਹੈ, ਕੁਝ ਸਟੂਡੈਂਟਸ ਦੇ ਥਰੂ ਸਟੂਡੈਂਟ ਨਾਲ ਚੈਲੰਜ ਫੇਸ ਕਰਦੇ ਹੈ,
ਟੀਚਰਸ ਕੁਝ ਆਪਦੀ ਕੈਪੈਸਿਟੀ ਦੇ ਬਾਰੇ ਵੀ ਦਰਸਾਉਂਦੇ ਆ, ਜੋ ਕਿ ਉਹ ਆਪਦੇ ਸੈਲਫ ਅਸੈਸਮੈਂਟ ਥਰੂ ਦੱਸਦੇ ਆ ਕਿ ਇਹ ਚੀਜ਼ਾਂ ਕਲਾਸਰੂਮ ਜਿਹੜੀ ਆਪਾਂ ਕਲਸਟਰ ਅਕੈਡਮਿਕ ਮੀਟਿੰਗ ਹੈ ਉਹਦੇ ਵਿੱਚ ਡਿਸਕਸ ਹੋ ਰਹੀ ਹੈ। ਹੁਣ ਜਿਹੜਾ ਉਹ ਇੱਥੇ ਡਿਸਕਸ ਕਰਦੇ, ਹੁਣ ਇੱਥੇ ਆਫੀਸ਼ੀਅਲਸ ਵੀ ਆਉਂਦੇ ਆ ਕਿ ਇਹ ਜਿਹੜੀਆਂ ਇੱਥੇ ਮੁਸੀਬਤਾਂ ਡਿਸਕਸ ਹੋਈਆਂ ਉਹ BPO, DEO, CHT ਆਪਦੀ ਕਲੈਕਟਿਵ ਦੇ ਵਿੱਚ ਡਿਸਕਸ ਕਰਦੇ ਆ, ਉੱਥੇ ਸੋਲਿਊਸ਼ਨਸ ਨਿਕਲਦੇ ਆ ਉਹਨਾਂ ਦੇ, ਤੇ ਉਹ ਸੋਲਿਊਸ਼ਨਸ ਕੀ ਇਹ ਮੀਟਿੰਗਸ ਦੇ ਵਿੱਚ ਜਿਹੜੇ ਟੀਚਰਸ ਦੀਆਂ ਹੁੰਦੇ ਉਹਦੇ ਵਿੱਚ ਦੁਬਾਰਾ ਆਉਂਦੇ ਆ, ਤੇ ਉਹ ਕਿਸ ਤਰ੍ਹਾਂ ਕਲਾਸਰੂਮ ਦੇ ਵਿੱਚ ਵੀ ਇੰਪਲੀਮੈਂਟ ਹੁੰਦੇ ਆ। ਇਹ ਸਾਰਾ ਜਿਹੜੀ ਚੀਜ਼ ਹੈ ਕੋਰਿਲੇਟ ਕਰਕੇ ਆਪਾਂ ਦੇਖ ਸਕਦੇ ਹਾਂ। ਨੈਕਸਟ, ਹੁਣ ਮੈਨੂੰ ਇਹ ਵੀ ਸ਼ੇਅਰ ਕਰਨ 'ਚ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਹੁਣ ਚਾਹੁੰਦੇ ਕਿ ਇਹ ਜਿਹੜਾ ਮੋਨੀਟਰਿੰਗ ਐਂਡ ਇਵੈਲੂਏਸ਼ਨ ਦਾ ਸਿਸਟਮ ਹੈ ਸਟੇਟ ਲੈਵਲ ਤੇ ਵੀ ਸਟੈਂਡਰਡਾਈਜ਼ ਹੋ ਜੇ, ਸਟੇਟ ਵੀ ਇਹਨੂੰ ਅਡਾਪਟ ਕਰ ਲੇ। ਤੇ ਇਹ ਹੁਣ ਜਿਵੇਂ ਸਟੇਟ ਤੱਕ ਕਰਨਾ ਤਾਂ ਬਹੁਤ ਕੁਝ ਚਾਹੁੰਦੀ ਹੈ, ਪਰ ਉਹਦੀ ਕੁਝ ਹੋਰ ਪ੍ਰਾਇਰਟੀਜ਼ ਹੋ ਜਾਂਦੀਆਂ, ਜਾਂ ਫਿਰ ਕੋਈ ਹੋਰ ਉਹਨੂੰ ਥੋੜਾ ਜਿਹਾ ਐਕਸਟਰਨਲ ਪੁਸ਼ ਦੀ ਜ਼ਰੂਰਤ ਹੁੰਦੀ ਹੈ, ਤੇ ਉਹ ਐਕਸਟਰਨਲ ਪੁਸ਼ ਅਸੀਂ ਕਰਨ ਦੀ ਟਰਾਈ ਕਰ ਰਹੇ ਹਾਂ। ਜਿਵੇਂ ਕਿ ਫॉर ਐਗਜ਼ਾਮਪਲ ਹੁਣ BPO CHT ਹੈ, ਉਹ ਜਾਂਦੇ ਕਲਾਸਰੂਮ ਆਬਜ਼ਰਵ ਕਰਦੇ ਹੈਗੇ ਤੇ ਮੀਟਿੰਗਸ ਵੀ ਅਟੈਂਡ ਕਰਦੇ ਹੈ, ਪਰ ਉਹ ਕਿਤੇ ਸਟਰਕਚਰਡ ਵੇ ਨਾਲ ਉਹ ਮਤਲਬ ਸਟੇਟ ਕੋਲ ਨਹੀਂ ਡਾਟਾ ਆਉਂਦਾ ਕਿ ਕਿਹੜੀ ਕਲਾਸਰੂਮ ਕਿਵੇਂ ਹੋ ਰਹੀ ਹੈ, ਜਾਂ ਫਿਰ ਕਿਹੜੀ ਕੈਮ ਦੇ ਵਿੱਚ ਕੀ ਡਿਸਕਸ਼ਨਸ ਹੋ ਰਹੀ ਹੈ, ਤੇ ਉਹ ਕਿਵੇਂ ਅੱਗੇ ਵਧ ਰਹੀਆਂ ਡਿਸਕਸ਼ਨਸ। ਜਾਂ ਫਿਰ ਟੀਚਰ ਦਾ ਜਿਹੜਾ ਸੈਲਫ ਅਸੈਸਮੈਂਟ ਰੂਬਰਿਕ ਹੈ, ਹੁਣ ਰੁਪਿੰਦਰ ਜੀ ਨੇ ਜਿਵੇਂ ਸ਼ੇਅਰ ਕੀਤਾ ਸੀ ਵੀ ਅਸੀਂ ਇਹਦੇ ਥਰੂ ਕਰ ਰਹੇ ਹਾਂਗੇ, ਲਾਂਚ ਕਰ ਰਹੇ ਹਾਂ। NCERT ਨੇ ਬਣਾਇਆ ਤਾਂ 2020 ਤੋਂ ਹੈ, ਪਰ ਹਜੇ ਤੱਕ ਸਟੇਟ ਇਹਨੂੰ ਅੱਗੇ ਲੈ ਕੇ ਨਹੀਂ ਜਾ ਪਾਈ, ਤਾਂ ਅਸੀਂ ਇਹਦੇ ਉੱਤੇ ਵੀ ਫਾਰਮ ਬਣਾਇਆ ਤਾਂ ਕਿ ਆਫੀਸ਼ੀਅਲਸ ਜੋ ਹੈ ਇਹਨੂੰ ਲਾਂਚ ਕਰ ਪਾਉਣ। ਹੁਣ ਸਾਡੀ ਪਟਿਆਲਾ ਵਿੱਚ ਇਹਦੇ ਉੱਤੇ ਡਿਸਕਸ਼ਨ ਵੀ ਚੱਲ ਰਹੀ ਹੈ, ਉੱਥੇ ਡਿਪਟੀ DEO ਸਰ ਨਾਲ ਸਾਡੀ ਡਿਸਕਸ਼ਨ ਹੋ ਗਈ ਹੈ, ਫੀਡਬੈਕ ਵੀ ਆ ਗਿਆ ਹੈ, ਤੇ ਹੁਣ ਉੱਥੇ ਟੀਚਰਸ ਦੀ ਟ੍ਰੇਨਿੰਗ ਵਾਸਤੇ ਕਿ ਡੇਟ ਡਿਸਾਈਡ ਕਰਨ ਦੀ ਪ੍ਰਤੀਕਿਰਿਆ ਚੱਲ ਰਹੀ ਹੈਗੀ। ਹੁਣ ਇਹ ਸਾਰਾ ਪਰਪਸ ਇਹ ਹੈ ਕਿ ਸਟੇਟ ਵੀ ਆਪਦਾ ਰਿਫਲੈਕਸ਼ਨ ਦਾ ਜਿਹੜਾ ਸਿਸਟਮ ਹੈ ਉਹ ਬਣਾ ਸਕੇ, ਰਿਫਲੈਕਟ ਕਰੇ ਕਿ ਉਹ ਕੀ ਕਰ ਰਹੇ ਹੈਗੇ, ਤੇ ਕਿੱਥੇ ਟਾਰਗੇਟਡ ਐਫਰਟਸ ਦੀ ਜ਼ਰੂਰਤ ਹੈ, ਕਿੱਥੇ ਟਾਰਗੇਟਡ ਟੀਚਰ ਟ੍ਰੇਨਿੰਗ ਦੀ ਜ਼ਰੂਰਤ ਹੈ, ਤੇ ਉਸ ਹਿਸਾਬ ਨਾਲ ਐਕਸ਼ਨ ਪਲਾਨ ਬਣਾਵੇ ਤਾਂ ਕਿ ਜੋ ਬੱਚਿਆਂ ਲਈ ਹੈ ਉਹਨਾਂ ਲਈ ਇੱਕ ਸੇਫ এনवायरमेंट ਬਣ ਸਕੇ, ਤੇ ਉਹਨਾਂ ਦੀ ਜਿਹੜੀ ਲਰਨਿੰਗ ਹੈ ਤੇ ਉਹਨਾਂ ਦੀ ਲਾਈਫ ਸਕਿੱਲਸ ਹੈ ਉਹ ਇੰਪਰੂਵ ਹੋ ਪਾਣ। ਧੰਨਵਾਦ। ਜੀ ਰੋਹਨ, ਓਵਰ ਟੂ ਯੂ। Thank you, Harshita. So everyone, we've heard the whole story of learning path. How कैसे learning path conceptualize हुआ था, कहाँ से शुरू हुआ था, कैसे हम लोग उसको implement करते हैं सांझी शिक्षा में, उसका क्या impact होता है. You heard from our young leader Aman. You heard from a teacher about what her perspective or her experience of camp. And now you've heard from monitoring and evaluation team how we're trying to scale the learning path and camps. I hope this was an informative discussion. There was a lot of questions and a lot of chat going on. So I want to open the floor now. If anyone has any questions, comments, thoughts that they want to share, anything they want to ask the presenters or the rest of the Sanji Sikya team, feel free to go ahead. You can just unmute yourself and say your question. I have a few comments and a few insights. I'm really humbled by the work that Sanji Sikya is doing to take this initiative, and also to actually have a very good learning curve and also be creative. Because, when it comes to pedagogy, you might say Montessori, Steiner, but why not be creative? Because even those came up over time. And I don't want to denigrate any learning environment. I was in a very modest school, but a very good, I remember when a good many years ago I graduated from there. It had been 50 years of that school. And I struggled in math around 9th and 10th. And I'm so proud of my namesake कि तनवीर सिंह ने ਪੰਜਾਬੀ ਸਿੱਖ ਲਈ ਮੈਥ ਦੇ ਥਰੂ। ਮੈਨੂੰ ਮੈਥ ਸਿੱਖਣੀ ਪਣੀ ਹੈ ਉਸ ਤੋਂ ਪੰਜਾਬੀ ਦੇ ਥਰੂ। ਤਾਂ ਇੱਕ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹੂੰਗੀ, ਬਿਕੋਜ਼ ਮੇਰਾ ਥੋੜਾ ਬੈਕਗਰਾਉਂਡ ਹੋਲਿਸਟਿਕ ਐਜੂਕੇਸ਼ਨ 'ਚ ਹੈਗਾ। ਮੈਂ ਹਾਲੇ ਵੀ ਸੋਚਦੀ ਰਹਿੰਦੀ ਜਾ ਕੇ ਮੌਂਟੇਸਰੀ ਦਾ ਕੋਰਸ ਚੇਨਈ 'ਚ ਕਰ ਆਵਾਂ। ਮੈਂ ਚੰਡੀਗੜ੍ਹ 'ਚ ਇੱਕ ਟੀਚਰ ਲੱਭੀ ਸੀਗੀ ਇੱਦਾਂ ਹੀ 2 ਸਾਲ ਪਹਿਲਾਂ, ਆਪੇ ਹੀ ਰਿਸਰਚ ਕਰਕੇ। ਸਾਂਝੀ ਸਿੱਖਿਆ ਬਾਰੇ ਮੈਨੂੰ ਪਤਾ ਸੀ, ਬਟ ਆਈ ਡਿਡਨਟ ਕੰਸੀਡਰ ਮਾਈਸੈਲਫ ਏਬਲ ਐਜ਼ ਯੈਟ to make an intervention, but I considered becoming a PYLP member. So, I have a few insights. So, one of the things that you do focus on is a lot of peer support and conversation in the teachers.
it could be the same for the students also. Because, for example, I will just give a very brief introduction. I am a Bhumi fellow in holistic education from Bhumi College, Bangalore, and they had Prakriya Green Wisdom School as the observation school, as our learning place, you know. And what they have is multi-age groups, because they have a theory that nowhere else in the world or in our lives do we live in a same age category except schools. If you're at your home, your parents are a different age than you, your siblings might be at a different age than you, then why in learning environments in schools and colleges? Have you thought about it? So that was one thing, and I saw it firsthand. They were like, sometimes younger students teach elder ones, and elder ones get what do you call it, they're reevaluated, they're reaffirming, reiterating what they have learned over time. The other thing that they do is journal writing also for teachers. So what you're showing in the videos very much can be done written as well. Writing is one of the oldest technologies. One other thing that they had was, it's just a simple thing, just to tell you, because I got lost as soon as the monitoring and evaluation team came. I'm like, I'm bad with data and tables. They have something called a neuron as a system. So they'll put, so for example, you can say CAM, Cluster Academic Meeting, and then they have neural networks that meet, okay, and you so I got a little lost. That's just to say I'm bad with math or whatever. I wasn't taught a certain way, you know. Pedagogies and even NCERT curriculums were failing me in 10th standard, and there were other things happening. So that's where a lot of nothing more. It's such a privilege to be part of this pre-process, during process, after process. All the best to you guys. Bye. Thank you. Sat Sri Akal. And also, I just want to just tell you one thing. I grew up in Uttarakhand to Punjabi parents, Sikh parents, and I learned Punjabi at home. And they taught me the alphabet through ਅਸੀਂ ਕਿਸੇ ਗੁਰਦੁਆਰੇ ਜਾ ਕੇ ਨਹੀਂ ਸਿੱਖਿਆ, ਗੁਰਦੁਆਰੇ ਜਾਂਦੇ ਸੀ ਪਰ ਆਪਣੇ ਘਰ ਦੇ ਵਿੱਚ ਸਿੱਖੀ ਸੀ, ਤੇ ਮੈਂ ਉਹ ਅਖਬਾਰਾਂ ਤੋਂ ਸਿੱਖੀ। ਮੈਂ ਪੰਜਾਬੀ, ਮੈਨੂੰ ਅਖਬਾਰਾਂ ਪੜ੍ਹਨ ਦਾ ਸ਼ੌਕ ਸੀ, ਕਿਉਂਕਿ ਮੇਰੇ ਪਾਪਾ ਨੂੰ ਅਖਬਾਰਾਂ ਪੜ੍ਹਨ ਦਾ ਸ਼ੌਕ ਸੀ। 2 ਪੰਜਾਬੀ ਦੀਆਂ, 1 ਅੰਗਰੇਜ਼ੀ ਦੀ ਅਖਬਾਰ ਆਉਂਦੀ ਸੀ, ਮੈਂ ਤਿੰਨੋਂ ਪੜ੍ਹਦੀ ਸੀਗੀ। ਲਗਭਗ 16 ਸਾਲ ਦੀ ਉਮਰ ਤਾਈਂ ਮੈਂ ਇਹ ਕਰਦੀ ਰਹੀ। ਤਾਂ ਲਰਨਿੰਗ এনवायरमेंट्स ਬਹੁਤ ਵੇਰੀਡ ਵੀ ਹੋ ਸਕਦੇ ਆ, ਇਹ ਬੱਚੇ ਤੋਂ ਬੁੜੇ, ਬੁੜੇ ਤੋਂ ਬੱਚੇ, ਹਨਾ। ਤਾਂ ਚਲੋ ਇੰਨਾ ਹੀ ਕਹਿਣਾ। Thank you so much, Tanveer. And I think, Rupinder, do you want to share? I think we are running some peer learning groups in some schools. You want to share? ਬਿਲਕੁਲ ਹਾਂ। ਤਨਵੀਰ ਮੈਮ, ਤੁਸੀਂ ਉਹ ਸ਼ੇਅਰ ਕਰਦੇ ਸੀ ਨਾ ਕਿ ਬੱਚਿਆਂ ਦੀ ਪੀਅਰ ਲਰਨਿੰਗ ਕਿੱਦਾਂ ਹੁੰਦੀ ਹੈ। ਸੋ ਫॉर दैट ਵੀ ਆਰ ਆਲਸੋ ਰਨਿੰਗ ਅ ਪ੍ਰੋਗਰਾਮ ਜਿਹਨੂੰ ਅਸੀਂ ਪੀਅਰ ਗਰੁੱਪ ਲਰਨਿੰਗ ਕਹਿੰਦੇ ਆ, ਤੇ ਵਾਇਲਸ ਉਹ ਆਪਣੇ ਆਪਣੇ 2-2 ਸਕੂਲਾਂ ਦੇ ਵਿੱਚ ਕਰਦੇ ਨੇ ਆਲਰੇਡੀ ਬੱਚਿਆਂ ਦੇ ਨਾਲ ਐਕਟੀਵਿਟੀ, ਤੇ ਉਹ ਅਸੀਂ ਇੱਕ ਹੋਰ ਸੰਸਥਾ ਹੈਗੀ ਇਨਵੋਲਵ, ਉਹਨਾਂ ਦੇ ਨਾਲ ਮਿਲ ਕੇ ਕਰ ਰਹੇ ਹਾਂ। ਇਨਵੋਲਵ ਤੋਂ ਪਹਿਲੀ ਵਾਲੀ ਚੀਜ਼ ਕੀ ਕਹੀ ਤੁਸੀਂ? ਪੀਅਰ ਗਰੁੱਪ ਲਰਨਿੰਗ ਮੈਮ, ਮਲਟੀ ਗ੍ਰੇਡ ਮਲਟੀ ਲੈਵਲ ਦੇ ਜਿਹੜੇ ਸਟੂਡੈਂਟ ਹੁੰਦੇ ਨੇ ਨਾ, ਗਰੁੱਪ ਲਰਨਿੰਗ ਤੁਸੀਂ ਕਿਹਾ ਸੀ ਨਾ। ਸੋ ਦੋ ਮਲਟੀ ਗ੍ਰੇਡ ਮਤਲਬ ਮਲਟੀ ਕਲਾਸ, ਕਿਉਂਕਿ ਆਪਾਂ ਕਲਾਸ ਕਹਿੰਦੇ ਹੁੰਦੇ ਸੀ। ਹਾਂ, ਮਲਟੀ ਕਲਾਸ ਤੇ ਮਲਟੀ ਲੈਵਲ ਦੇ ਬੱਚੇ, ਤੇ ਕਿਉਂਕਿ ਉਹ ਵੱਡਾ ਚੈਲੰਜ ਹੈਗਾ ਨਾ, ਤੇ ਉਹਦੇ ਲਈ ਜਿਹੜੀ ਅਪਰੋਚ ਹੈ, ਅਸੀਂ ਆਲਰੇਡੀ ਇੱਕ ਪ੍ਰੋਗਰਾਮ ਰਨ ਕਰਦੇ ਪਏ ਹਾਂ, ਤੇ ਉਹ ਵਾਇਲਸ 2 ਜਾਂ 3 ਸਕੂਲਾਂ ਦੇ ਵਿੱਚ ਕਰਦੇ ਨੇ, ਤੇ ਇਹਦੇ ਵਿੱਚ ਸਾਡੀ ਇਨਵੋਲਵ ਇੱਕ ਆਰਗੇਨਾਈਜੇਸ਼ਨ ਹੈ, ਉਹ ਹੈਲਪ ਕਰ ਰਹੀ ਹੈ। ਓਕੇ, ਥੈਂਕ ਯੂ। I also want to invite others if they want to ask more questions. I also want to share this QR code. Basically, we part of this process of inviting people and doing these multiple rounds of Sanjha Safar is also to engage with others and also to grow our own skills, our own knowledge. So we're also inviting all of you, anyone who wants to volunteer with us or recommend someone who can help us develop our capacities in any way. I'd encourage you, you can scan this QR code. It'll take you to a Google form. You can just fill in the details, whether if you want to volunteer in any capacity, whether it is you want to maybe volunteer in the field, you want to work in the classroom, you want to help us develop our skills. For example, Tanveer ma'am, she's working in the field of education, so maybe you can do some capacity building work with our young leaders or with our program team to help us better understand peer learning, for example, or any other skill set in any capacity that you feel you might be able to contribute to our mission. We would love to have you over. So yeah, please
scan the QR code, just fill in the details, and we'll reach out to you soon, and we can work out the details. But yeah, the floor is still open for questions and comments. I had asked a question, Rohan, on the chat. Hi, everyone. I'm Swati. I'm based in Amsterdam, originally from Haryana, and lived in Sweden for 9 years now, last 4 years in Amsterdam. I recently actually got to know about Sanji Sikya just maybe a few weeks ago, and I got to meet Simranpreet when he was here visiting us, and that's how I got in touch with the amazing work you guys are doing. As I have seen for the last 12 years, a lot of different ways of how education system is in Europe, especially Scandinavian countries and this part of Western world in Netherlands. My question is, are you also taking reference from how they are teaching rather than ratification? You know, how I learned in my school was like, abhi padh lo, and then kal jaake exam de do, and then I do not remember the basics. Sometimes, you know, it's like, oh, I need to go back and kind of look, you know, like very, very simple geography things. As well. Arey, ye to yaad hi nahi hai, Atacama Desert, acha ye sirf Chile mein tha. It's like वो रट्टा करके, but not like you were saying ना कि पंजाब कहाँ है मैप में, हमें मैप में दिखा देते तो हमें पता ही नहीं था स्वीडन है कहाँ पे. स्विट्जरलैंड सबको पता था कि बॉलीवुड में मूवीज में देखा है, बट सो वी गॉट कंफ्यूज कि स्वीडन है स्विट्जरलैंड है. सो इट वाज लाइक दिस फॉर अस आल्सो. But when I saw my friends' children going to preschool, schools, and then I saw that they learn quite well. They learn by playing. They learn by talking to each other, or you know, just being outside also, even though the weather is not that conducive, but still. So I am just wondering that, of course, we are not trying to change the whole education system, but is there any way of making it a bit more fun, including different kinds of learning styles for different kind of learning needs for different students? Because we are not even sure if there could be some kids who are dyslexic or autistic, and we don't even have the mechanism to measure that in India, especially in, you know, like not so fortunate environments where people don't have money. So that's something that I wanted to, you know, kind of check if that's something you guys are also into or doing. That's a great question. I'm just going to add a few comments in response before I hand it over to Rupinder, who might have more information. But you're absolutely right. Also, by the way, we are trying to change the whole education system of Punjab. We definitely are. But yeah, one of the things that we definitely do, like when our young leaders discover problems in the classroom or any kind of learning challenges, they go through a whole process of research to provide materials to the teachers. So for references, okay, you can think like this too. So Rupinder, I think, had shared very quickly slides on how before a camp happens, young leaders, they are preparing for the camp, they're arranging materials, they're doing their research and things like that. So in that process, they end up looking at references from various countries, looking at like different kinds of teaching styles and methodologies as well. So one thing that I have also personally seen happen is that, and increasingly we are trying to work towards building capacity of schools for children with special needs as well. So last year, Sanji Sikya had done a project with Jai Vakil Foundation in Bombay, who work with children with neurodiverse children. So they had done an assessment of schools in Punjab. We also had a small project with the Pangalwada Foundation, which is based in Punjab. So they were trying to sort of help teachers develop skills for working with children with physical disabilities. And at the same time, Ishpreet, I don't think she's here, but she has been working with the state government to another project was with NeoMotion to sort of provide mobility facilities to children and things like that. So all of that work is also happening parallelly for children with special needs. And yes, that's a much tougher battle. It's also just I jumped on this topic because I have done my bachelor's in education for children with special needs, and I specialized in autism. So it's one of the things that pulled me to Sanji Sikya. It's one of the few organizations which is looking at the education system in such a holistic manner. But yeah, Rupinder, if you have any suggestions, any thoughts? Yeah, thank you, Ron.
क्या स्वाति, एज यू आस्किंग के ऐसा कोई मतलब होलिस्टिकल अप्रोच के साथ हम कैसे देख रहे हैं? तो वन ऑफ द एग्जांपल क्या है कि सिस्टम चेंज तो करना है, तो वो तो हो रहा है। एक बड़ी चीज है कि अगर सिस्टम की अप्रोच भी रोट लर्निंग टू कॉम्पिटेंसी बेस्ड लर्निंग हो जाए, और वो हो भी रही है। तो इन द रिसेंट मतलब रिसेंट टाइम वो दिख भी रहा है, इवन सिस्टम में भी दिख रहा है कि मतलब असेसमेंट मेथड क्या होना चाहिए, बच्चे की कॉम्पिटेंसीज, ये कौन कौन सी कॉम्पिटेंसीज विद द टीचिंग एक्टिविटी, टीचिंग पैडागोजीज, जो भी क्लासरूम एक्टिविटी होती है, कॉम्पिटेंसीज कौन कौन सी डेवलप हो रही हैं। अगर उसको असेस कर पाएं, और कॉम्पिटेंसीज मैप कर रखी हैं डिपार्टमेंट ने ऑलरेडी, वो पॉलिसीज में है, और वो शिफ्ट दिख भी रहा है, और उसको अच्छे से होलिस्टिकली और अच्छे से कर सकते हैं। मतलब वी आर ट्राइंग के वही वायल्स भी रेफरिंग द अदर कंट्रीज रिसर्च, और इवन के लोकलाइज उसका सोल्यूशन क्या हो सकता है कि मिनिमम रिसोर्सेज वी हैव दैट, के टीएलएम तो है बहुत सारा टीएलएम मटेरियल ऑलरेडी टीचर्स के पास है, बट हाउ कैन दे बिकम मोर इनोवेटिव? और इनोवेशन का स्कोप वहीं पे होगा कि जहाँ पे वो उनको उस तरह का माहौल मिले, टीचर्स को भी। सो दैट काइंड ऑफ थिंग वी आर ट्राइंग टू क्रिएट, कि वो स्पेसेस हों जहाँ पे वो इनोवेशन निकल के आए, और इनोवेशन का स्कोप हर जगह बना ही रहता है। सो आई थिंक ये छोटी सी अप्रोच है, आई थिंक इसके माइक्रो शिफ्ट और माइक्रो जो इनोवेटिव आइडियाज है वो निकल के भी आ रहे हैं। And this is really great to hear. Thank you, Rupinder, for sharing. When you mentioned competency-based learning and the way you're talking about it, it is quite similar to how in corporate world, the co-workers and the employees are being trained as well. So the mindset is kind of similar. It's just बच्चों को ABC या जो भी सिखा रहे हैं primary school वाला language. Here, we are trying to make sure कि जो company में लोग हैं, वो उनको कैसे आगे बढ़ाया जाए with the skill set that you can provide them. So there is something that we can also learn and pick from there as well, from the leadership trainings, or from, you know, how to enable that the learning environment, even for adults as well. So just I thought that was very interesting mix or aha moment for me, like, oh yeah, it's kind of similar. और adding in this also कि ये ना शिफ्ट टीचर्स के लिए थोड़ा अभी मुश्किल लग रहा है, बट विद द टाइम ये हो जाएगा, कि जैसे कि वो शिफ्ट है ना कि हम बच्चों को सिलेबस करवा रहे हैं, बट सिलेबस में क्या होगा, मतलब कॉम्पिटेंसीज पे काम करना है, मतलब वो शिफ्ट आ रहा है। वो वी आर ट्राइंग टू डू दैट विद द हेल्प ऑफ दीज स्पेसेस, और वो डायलॉग इनिशिएट हो जाए, वो भी एक बड़ी चीज है। Exactly. और 1000 में से अगर एक ने भी या 10 ने भी सुन लिया तो भी it's a movement, right? That's what you're trying to create. Great. Thank you. Oh, Ishpreet is here. Ishpreet, do you want to share a little bit about the work with children with special needs also? Okay, then she's not able to hear me. But yeah, any other questions, any other thoughts, any suggestions you'd like to share with us? I have one other thing to share, except we'll go back to special needs because there's some background there as well. Prakriya Green Wisdom School, responding to Swati as well, there is a movement going on right now where everything is about ecology, okay? In, let's say, not every place, but it's a movement definitely happening. So where I was, now we have something called Teach for Nature as well, apart from, let's say, TFI, which a lot of people may have heard of, Teach for India, right? So, and they also have a stipend. They have something like what you have. But then they work with their hands, and they had a flagship program, let me call it that because I'm using the Sanji Sikhya language, called Crafts Not Computers. So your QR code keeps flashing at me, but I don't use a QR scanner on my phone. And what they have done for 3 years, and now they have an exhibition, they said, now I'm using this term because I learned it way back from television, that children are now technology natives. Okay, so they'll learn technology anyways. Everyone has a computer and mobile now. When we were growing up, we didn't have mobiles in schools. Okay, yes, we had access to computer, but
अपने पैर ना मतलब जूते उतार के धूल ना हो, मोटे मोटे बॉक्सी कंप्यूटर्स पे कंप्यूटर क्लास के लिए जाते थे, तो वैसा होता था। और आपने ईमेल आईडी भी कभी बना ली थी? मैं थोड़ी तेज थी तो मैंने टीन्स में बना ली थी, तो यू नो इट वाज लाइक दैट. But now what's happening is everyone has an email ID. You don't even need one. You have a social media group. But ਤੰਦ ਕੌਣ ਕੱਸਦਾ ਹੁਣ? ਕਿਹਨੂੰ ਪਤਾ ਕ੍ਰਾਫਟ ਕੀ ਹੁੰਦੀ ਆ ਹੈ? ਕਿਹਨੂੰ ਪਤਾ ਕਿ ਖੱਡੀ ਕੀ ਹੁੰਦੀ ਆ, ਹਨਾ? ਮੈਂ ਉਹ ਤੁਸੀਂ ਵਿਰਸਾ ਚਲੇ ਜਾਓ ਇੱਥੇ ਹਵੇਲੀ ਦੇ ਤੇ ਰੰਗਲਾ ਪੰਜਾਬ ਦੇਖ ਲਓ ਤੇ ਬੁੱਢਾ ਬੰਦਾ ਖੱਡੀ ਤੇ ਬੈਠਿਆ, ਪਰ ਤੁਸੀਂ ਕੋਈ ਮਤਲਬ ਕਿਹਨੂੰ ਆਉਂਦੀ ਆ? ਤੇ ਇਹ ਬਹੁਤ ਗਹਿਰਾ ਵਿਚਾਰ ਕਰਕੇ ਇਹ ਜਿਹੜੀ ਪੰਜਾਬ ਦੀ ਫੋਕ ਕਲਚਰ ਦੀ ਰੂਟਸ ਜਿਹੜੀਆਂ ਨੇ ਨਾ, ਇਹਦੇ ਨਾਲ ਵਾਪਸ ਜੁੜਨਾ। ਇਹ ਬਾਹਰ ਬੈਠੇ ਆ ਕੇ ਸਿਆਣੇ ਸਾਨੂੰ ਦੱਸਦੇ ਰਹੋਗੇ ਏਦਾਂ ਦਾ ਪੰਜਾਬ ਸੀਗਾ, ਫੇ ਉਹ ਕਿੱਥੇ ਗਿਆ ਹੈ? ਜੇ ਹੁਣ ਇੱਕ ਬਹੁਤ ਤੁਹਾਨੂੰ ਇੱਕ ਗੱਲ ਦੱਸੀ, ਸਮੈਲ ਆਫ ਦੀ ਅਰਥ ਇੱਕ ਕਿਤਾਬ ਹੈ, ਮੈਂ ਪੜ੍ਹੀ ਨਹੀਂ ਹਾਲੇ, ਉਹ ਇੱਕ ਸੈਸ਼ਨ 'ਚ ਸੁਣਿਆ ਸੀ। ਕਹਿੰਦੇ ਆ ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਪੰਜਾਬ ਦੀ ਯੀਲਡ ਹਾਇਰ ਸੀ, ਲੋਕਾਂ ਨੂੰ ਪਤਾ ਹੀ ਨਹੀਂ, ਅਸੀਂ ਹਰਿਤ ਕ੍ਰਾਂਤੀ ਕਰਦੇ ਰਹਿੰਦੇ ਆ। ਤੇ ਉਹ ਜਿਹੜੀ ਉਹ ਵਾਪਸ ਜੈਵਿਕ ਖੇਤੀ ਵੱਲ, ਨੈਚੁਰਲ ਫਾਰਮਿੰਗ ਵੱਲ ਜਿਹੜਾ ਆਉਣਾ ਆ, ਉਹ ਇਹ ਜਿਹੜੀ ਅਵੇਅਰਨੈਸ ਆ, ਮੂਵਮੈਂਟ ਆ, ਕ੍ਰੀਏਟਿਵਿਟੀ ਆ, ਸਵਾਤੀ ਨੇ ਗੱਲ ਕੀਤੀ, ਹਰਿਆਣਾ ਵੀ ਆਊਗਾ ਇਹਦੇ 'ਚ। ਤਾਂ ਇਹ ਜਿਹੜਾ ਆ, ਇਹ ਤੇ ਪੰਜਾਬ ਦੀ ਵਿਰਾਸਤ ਜਿਹੜੀ ਆ ਉਹ ਵੱਡੀ ਆ, ਉਹ ਤਾਂ ਹੈਗੀ ਆ, ਉਹਦੇ ਨਾਲ ਤਾਂ ਜੁੜਨਾ ਹੀ ਆ। ਤੇ ਨਾਲ ਦੇ ਨਾਲ ਆਪਾਂ ਹੋਰਾਂ ਤੋਂ ਵੀ ਸਿੱਖਣਾ ਹੈ। ਕਈ ਵਾਰ ਕੀ ਆ, ਪੰਜਾਬ exists in isolation. I had cousins growing up who knew about Punjab or either Canada or London or Australia now, and America now is opening up more, ਪਰ ਉਹਨਾਂ ਨੂੰ ਬਾਕੀ ਦੇਸ਼ ਬਾਰੇ ਘੱਟ ਪਤਾ ਸੀਗਾ। ਹੁਣ I'll make a confession, I could always identify Punjab, but I cannot still properly do whatever math question you had put up, you know? So you can see that I lack somewhere, right? But I don't have to be we talk about, I'll now switch to disability. So my mother is a Fulbright fellow in deaf education, and so I've also volunteered in deaf schools. I in fact dropped out from school and did it through NIOS. You know, I was in a good Catholic school, but I dropped out, and then I volunteered in a deaf school for the deaf in Dehradun, and I learned sign language there, and I know basic sign language, and I have volunteered in IGNU also, where my mother was a teacher at one point. So she can come in as a resource person. So I just want you to think about these threads as well, Hana? Going back to crafts. Nice. Thank you. We definitely will. Those are very interesting points. And yeah, I think it's a great idea of like, how do we use crafts and different kinds of teaching methodologies. So yeah, thank you so much. ਸੋ ਕਰਾਫਟ, ਸੋ ਮੈਂ ਨਾ ਮੈਨੂੰ ਹੁਣੇ ਯਾਦ ਆਇਆ, ਸੋ ਆਵਰ ਵਾਇਲਸ ਨਾ ਉਹ ਵੀ ਕਰਦੇ ਨੇ ਕਮਿਊਨਿਟੀ ਪ੍ਰੋਜੈਕਟ। ਸੋ ਵੀ ਇਨਕਰੇਜ them ਕਿ ਉਹ ਕਮਿਊਨਿਟੀ ਪ੍ਰੋਜੈਕਟ ਕਰਨ, ਤੇ ਜਿਹਦੇ ਵਿੱਚ ਮਤਲਬ ਦੇ ਕੈਨ ਚੂਜ਼, ਹੈ ਨਾ, ਐਜ਼ ਪਰ ਦੇਅਰ ਇੰਟਰਸਟ। ਉਹ ਮਤਲਬ ਉਹ ਆਰਟ ਕਰਾਫਟ ਰਿਲੇਟਡ ਵੀ ਹੋ ਸਕਦਾ ਹੈ, ਐਨੀਥਿੰਗ, ਤੇ ਮਤਲਬ ਉਹ ਵੀ ਇੱਕ ਪਾਰਟ ਆਫ ਆਵਰ ਪ੍ਰੋਗਰਾਮ ਹੈਗਾ। Yeah. So Rohan, I think we can close right now, na? Yeah. So great. Thank you so much, everyone, for joining. Rupinder, do you want to give a few last words? Thank you, G. And thank you, everyone. Thank you, everyone, for joining, for sparing time with us. Actually, ਜਿੱਦਾਂ ਰੋਹਨ ਨੇ ਕਿਹਾ ਹੈਗਾ ਕਿ ਤੁਸੀਂ ਵਲੰਟੀਅਰ ਕਰ ਸਕਦੇ ਹੋ, ਜਾਂ ਬਟ ਜਿੰਨੇ ਵੀ ਸਵਾਲ ਨੇ ਅਸੀਂ ਕੋਸ਼ਿਸ਼ ਕੀਤੀ ਹੈ ਇੱਥੇ ਲਈਏ, ਬਟ ਬਹੁਤ ਸਾਰੇ ਸਵਾਲ ਹਲੇ ਜਿਨ੍ਹਾਂ ਦੇ ਆਨਸਰ ਨਹੀਂ ਕਰ ਪਾਏ ਹੋਣਗੇ, ਤਾਂ ਮੈਂ ਇਹਦੀ ਵੀ ਉਮੀਦ ਕਰਾਂਗਾ ਇਹਦਾ ਗਰੁੱਪ ਹੈ ਜਿਹੜਾ ਮਤਲਬ WhatsApp ਗਰੁੱਪ ਦੇ ਜ਼ਰੀਏ ਜਾਂ ਅਦਰ ਕਾਲ ਦੇ ਜ਼ਰੀਏ ਅਸੀਂ ਜੁੜਦੇ ਰਹਾਂਗੇ, ਤਾਂ ਜੋ ਇਹ ਜਿਹੜੀ ਗੱਲਬਾਤ ਹੈ, ਕਨਵਰਸੇਸ਼ਨ ਇੱਥੇ ਨਾ ਕਲੋਜ਼ ਹੋਵੇ, ਤੇ ਇਹਨੂੰ ਅਸੀਂ ਕੰਟੀਨਿਊ ਕਰੀਏ। ਬਹੁਤ ਸਾਰੇ ਸੁਜੈਸ਼ਨ ਮੈਂ ਚੈਟ ਬਾਕਸ ਦੇਖ ਰਿਹਾ ਸੀਗਾ, ਅਦਰ ਓਪੀਨੀਅਨਸ ਵੀ ਆ ਰਹੇ ਸੀਗੇ, ਤੇ ਉਹਨਾਂ ਤੇ ਵੀ ਗੱਲ ਕਰਾਂਗੇ। ਤੇ ਇਸੇ ਉਮੀਦ ਦੇ ਨਾਲ ਵੀ ਅਸੀਂ ਜੁੜਦੇ ਰਹਾਂਗੇ, ਤੇ ਤੁਹਾਡੀ ਸਪੋਰਟ ਦੇ ਨਾਲ, ਸਾਰਿਆਂ ਦੇ ਨਾਲ, ਪੂਰੇ ਮਤਲਬ ਗਲੋਬ ਤੋਂ ਸਾਡੇ ਨਾਲ ਜੁੜੇ ਨੇ ਲੋਕ ਅੱਜ ਸਾਨੂੰ ਸੁਣਨ ਲਈ। ਸਾਰਿਆਂ ਦਾ ਧੰਨਵਾਦ। ਫਿਰ ਤੋਂ ਦੀਵਾਲੀ ਦੀਆਂ ਮੁਬਾਰਕਾਂ, ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।